ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਹਰ ਸਿਮਰਤ ਮਨ ਤਨ ਸੁਖੀ ਬਿਨਸੀ ਦੁਤੀਆ ਸੋਚ। ਨਾਨਕ ਟੇਕ ਗੋਪਾਲ ਕੀ ਗੋਵਿੰਦ ਸੰਕਟ ਮੋਚ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਕੋਟ ਪਰਾਧ ਹਮਾਰੇ ਖੰਡ ਅਨਕ ਵਿਧि ਸਮਝਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵਹੁ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਬਖਸ਼ਿਸ਼, ਸਤਿਗੁਰੂ ਜੀ ਦੀ ਰਹਿਮਤ ਹੈ ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਜੁੜ ਬੈਠਣ ਦਾ ਇਹ ਸੁਭਾਗ ਆਪਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਜੁੜ ਬੈਠ ਕੇ ਆਪ ਜੀ ਸ਼ਾਮ ਦੇ ਵਕਤ ਤੋਂ ਜੋ ਵਿਸ਼ੇਸ਼ ਰੂਪ ਵਿੱਚ ਇਹ ਦੀਵਾਨ ਸਜਾਏ ਜਾਂਦੇ ਹਨ, ਤਿੰਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜਿਸ ਵਿੱਚ ਆਪ ਜੀਆਂ ਨੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਦੇ ਨਿਤਨੇਮ, ਪਾਵਨ ਗੁਰਬਾਣੀ ਦੇ ਕੀਰਤਨ ਸਰਵਣ ਕੀਤੇ ਹਨ। ਆਓ ਜੋ ਸਿੱਧ ਗੋਸ਼ਟ ਸਰਲੇਖ ਹੇਠ ਸਤਿਗੁਰੂ ਜੀ ਦੀ ਇਹ ਰੱਬੀ ਬਾਣੀ ਹੈ, ਜਿਸ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਸ਼ਬਦ ਦੀ ਵਿਚਾਰ ਨਾਲ ਸਾਂਝ ਪਾਉਣ ਦਾ ਯਤਨ ਕਰੀਏ। ਸਭ ਤੋਂ ਪਹਿਲਾਂ ਅਰਦਾਸ ਕਰੀਏ, ਸਤਿਗੁਰੂ ਜੀ ਸਾਡੇ ਸਭਨਾਂ ਦੇ ਅੰਦਰ ਆਪ ਵਰਤ ਕੇ ਇਸ ਰੱਬੀ ਬਾਣੀ ਦੀ ਵਿਚਾਰ ਦੇ ਨਾਲ ਸਤਿਗੁਰੂ ਜੀ ਸਾਡੇ ਸਭਨਾਂ ਦੀ ਸਾਂਝ ਪਵਾ ਲੈਣ। ਆਪਾਂ 24 ਨੰਬਰ ਜਿਹੜੀ ਪੌੜੀ ਹੈ, ਇਹਨੂੰ ਟੂਕ ਮਾਤਰ ਸੁਰਤ ਦੇ ਵਿੱਚ ਪਹਿਲਾਂ ਤਾਜ਼ਾ ਕਰਨਾ ਹੈ। ਇਸ ਲਈ 24 ਨੰਬਰ ਜਿਹੜੀ ਪੌੜੀ ਹੈ ਸਕਰੀਨ 'ਤੇ ਆਪਾਂ ਉਸੇ ਨੂੰ ਹੀ ਪਹਿਲਾਂ ਸਭ ਤੋਂ ਵਿਚਾਰਨਾ ਹੈ, ਤਾਂ ਕਿ ਜਿਹੜੀ ਪ੍ਰਕਰਨ ਚੱਲ ਰਿਹਾ ਹੈ ਉਹਦੀ ਸਮਝ ਸਾਨੂੰ ਆ ਜਾਵੇ, ਸੁਰਤ ਵਿੱਚ ਤਾਜ਼ਾ ਹੋ ਜਾਵੇ ਵਿਚਾਰ ਸਾਰੇ। ਕਿਉਂਕਿ ਇਸ ਪੌੜੀ ਤੋਂ ਲੈ ਕੇ 42 ਨੰਬਰ ਪੌੜੀ ਤੱਕ ਸਵਾਲ ਕੋਈ ਨਹੀਂ ਹੈ। ਜਿਹੜਾ 23 ਨੰਬਰ ਪੌੜੀ ਦਾ ਸਵਾਲ ਸੀ ਸਿੱਧ ਲੋਕਾਂ ਵੱਲੋਂ ਕਿ ਇਹ ਜਿੰਨੀ ਰਚਨਾ ਹੋਈ ਹੈ, ਜੋ ਸੰਸਾਰ ਸਿਰਜਿਆ ਗਿਆ ਹੈ, ਇਹਦੇ ਬਾਰੇ ਦੱਸੋ, ਉਹਦਾ ਹੀ ਵਿਚਾਰ ਸਤਿਗੁਰੂ ਪਾਤਸ਼ਾਹ ਜੀ ਦੱਸ ਰਹੇ ਨੇ ਹਰ ਪੌੜੀ ਵਿੱਚ 42 ਨੰਬਰ ਪੌੜੀ ਤੱਕ। 42 ਤੋਂ ਬਾਅਦ ਫਿਰ ਅੱਗੇ ਸਵਾਲ ਜਿਹੜਾ ਹੈ ਉਹ ਉਹਨਾਂ ਸਿੱਧ ਲੋਕਾਂ ਦਾ ਆਵੇਗਾ। ਇਹਦੇ ਵਿੱਚ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਸੀ ਕਿ ਜਿਹੜੀ ਆਦਿ ਕੋ ਬਿਸਮਾਦ ਕਥੀਅਲੇ, ਵੀ ਜਿਹੜਾ ਆਰੰਭਤਾ ਹੈ ਉਹਨੂੰ ਅਸ਼ਚਰਜ ਹੀ ਕਹਿ ਸਕਦੇ ਹਾਂ, ਭਾਵ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਜਦੋਂ ਕੁਛ ਵੀ ਨਹੀਂ ਸੀ ਸ੍ਰਿਸ਼ਟੀ ਦੇ ਵਿੱਚ, ਕੁਛ ਵੀ ਨਹੀਂ ਸੀ, ਹੋਂਦ ਹੀ ਨਹੀਂ ਸੀ ਜਿਹੜੀ ਰਚਨਾ ਦੀ, ਉਦੋਂ ਕੀ ਸੀ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਬਿਆਨ ਉਹਨੂੰ ਕੀਤਾ ਜਾ ਸਕਦਾ ਹੈ ਜਿਹੜੀ ਹੋਂਦ ਵਿੱਚ ਚੀਜ਼ ਹੋਵੇ।
ਜਿਹੜੀ ਹੋਂਦ ਵਿੱਚ ਨਾ ਹੋਵੇ ਉਹਨੂੰ ਬਿਆਨ ਕਿੱਥੋਂ ਕਰਾਂਗੇ। ਹੋਂਦ ਦਾ ਅਰਥ ਇਹ ਹੈ ਕਿ ਜਿਹੜੀ ਦਿਖਾਈ ਨਾ ਦੇ ਰਹੀ ਹੋਵੇ, ਦ੍ਰਿਸ਼ਟਮਾਨ ਨਾ ਹੋਵੇ, ਉਹਨੂੰ ਫਿਰ ਬਿਆਨ ਕਰਨਾ ਔਖਾ ਹੈ। ਉਹਦੇ ਲਈ ਅਸ਼ਚਰਜ ਹੀ ਸ਼ਬਦ ਵਰਤਿਆ ਗਿਆ। ਤੇ ਪ੍ਰਕਰਨ ਦੇ ਵਿੱਚ 24 ਨੰਬਰ ਦੀ ਪੌੜੀ ਜਿਹੜੀ ਹੈ ਉਹਦੀ ਆਰੰਭਤਾ ਵਿੱਚ ਬਚਨ ਆਇਆ ਸੀ, ਅਵਿਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣ ਥੀਆ। ਅਵਿਗਤੋ ਦਾ ਅਰਥ ਹੁੰਦਾ ਹੈ ਜਿਹੜਾ ਅਵਿਅਕਤ ਹੈ, ਭਾਵ ਜੋ ਦਿਖਾਈ ਨਹੀਂ ਦਿੰਦਾ, ਅਦ੍ਰਿਸ਼ਟ, ਜੋ ਵਿਅਕਤੀ ਨਹੀਂ ਹੈ, ਜੋ ਆਕਾਰ ਨਹੀਂ ਹੈ, ਦ੍ਰਿਸ਼ਟਮਾਨ ਨਹੀਂ ਹੈ, ਜਿਹਨੂੰ ਸੌਖੇ ਸ਼ਬਦਾਂ ਵਿੱਚ ਆਪਾਂ ਗੁਰਬਾਣੀ ਵਿੱਚ ਨਿਰਗੁਣ ਸ਼ਬਦ ਵੀ ਵਰਤਿਆ ਗਿਆ, ਨਿਰੰਕਾਰ ਸ਼ਬਦ ਵਰਤਿਆ ਗਿਆ, ਆਕਾਰ ਤੋਂ ਰਹਿਤ, ਨਿਰਗੁਣ, ਜੋ ਦਿਖਾਈ ਨਾ ਦੇਵੇ, ਰੂਪ ਰੰਗ ਜਿਹਦਾ ਕੁਛ ਨਹੀਂ ਹੈ। ਇਹ ਜਿੰਨੀ ਰਚਨਾ ਹੈ ਨਾ, ਇਹ ਸਾਰੀ ਉਹਦੇ ਵਿੱਚੋਂ ਪੈਦਾ ਹੋਈ ਹੈ, ਉਹਦੇ ਚੋਂ ਹੀ ਬਣੀ ਹੈ। ਜਿਵੇਂ ਦੁੱਧ ਹੈ, ਦੁੱਧ ਵਿੱਚੋਂ ਹੀ ਮਠਿਆਈ, ਦੁੱਧ ਵਿੱਚੋਂ ਹੀ ਘਿਓ, ਦੁੱਧ ਵਿੱਚੋਂ ਹੀ ਮੱਖਣ, ਦੁੱਧ ਵਿੱਚੋਂ ਹੀ ਤਰ੍ਹਾਂ ਤਰ੍ਹਾਂ ਦੇ ਹੋਰ ਪਦਾਰਥ ਬਣਦੇ ਆ। ਮੂਲ ਦੁੱਧ ਹੈ, ਬਾਕੀ ਜਿੰਨਾ ਕੁਛ ਵੀ ਉਹਦੇ ਤੋਂ ਬਣਿਆ ਹੈ ਉਹ ਗਾਂ ਉਹਦੇ ਤੋਂ ਹੀ ਬਣਿਆ, ਉਹਦਾ ਹੀ ਹਿੱਸਾ ਹੈ। ਜਿਵੇਂ ਸੋਨਾ ਹੈ, ਸੋਨੇ ਤੋਂ ਤਰ੍ਹਾਂ ਤਰ੍ਹਾਂ ਦੇ ਗਹਿਣੇ ਬਣ ਜਾਂਦੇ ਆ, ਮਿੱਟੀ ਤੋਂ ਕਈ ਤਰ੍ਹਾਂ ਦੇ ਭਾਂਡੇ ਬਣਦੇ ਨੇ, ਕਿਤੇ ਕਟੋਰਾ ਬਣ ਗਿਆ, ਕਿਤੇ ਘੜਾ ਬਣ ਗਿਆ, ਕਿਤੇ ਗਲਾਸ ਬਣ ਗਿਆ, ਕਿਤੇ ਕੁਛ ਬਣ ਗਿਆ। ਇੱਕ ਧਾਤੂ ਤੋਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਉਹ ਉਹਦਾ ਹੀ ਹਿੱਸਾ ਹੈ। ਜਿੰਨੀ ਅਹਿਮ ਮਿੱਟੀ ਹੈ ਉਨੇ ਅਹਿਮ ਹੀ ਉਹਦੇ ਤੋਂ ਬਣੇ ਹੋਏ ਜੋ ਸਮਾਨ ਹੈ ਉਹ ਹੈ, ਉਹਦੀ ਅਹਿਮੀਅਤ ਵੀ ਉਨੀ ਹੈ, ਕਿਉਂਕਿ ਉਹਦੇ ਤੋਂ ਹੀ ਬਣਿਆ ਹੈ। ਸਗੋਂ ਹੁਣ ਦੁੱਧ ਤੋਂ ਘਿਓ ਬਣਦਾ ਹੈ, ਦੁੱਧ ਨਾਲੋਂ ਘਿਓ ਜ਼ਿਆਦਾ ਕੀਮਤੀ ਹੋ ਜਾਂਦਾ ਹੈ। ਦੁੱਧ ਤੋਂ ਬਣੀ ਚੀਜ਼ ਜਿਹੜੀ, ਉਹਦੀ ਅਹਿਮੀਅਤ ਇੰਨੀ ਵੱਡੀ ਹੁੰਦੀ ਹੈ। ਮੈਂ ਕਈ ਵਾਰ ਸੋਚਦਾ ਕਿ ਕਿੰਨਾ ਗੁਰਮਤ ਤੋਂ ਬਾਹਰ ਸਾਨੂੰ ਦੂਜੇ ਪਾਸੇ ਵਾਲੇ ਪਾਸੇ ਪ੍ਰਚਾਰਿਆ ਗਿਆ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਸ ਅਵਿਅਕਤ ਪਰਮਾਤਮਾ ਤੋਂ, ਉਸ ਅਦ੍ਰਿਸ਼ਟ ਪਰਮਾਤਮਾ ਤੋਂ ਨਿਰਮਾਇਲ ਉਪਜੇ। ਨਿਰਮਾਇਲ ਕਹਿੰਦੇ ਮੈਲ ਤੋਂ ਰਹਿਤ, ਪਵਿੱਤਰ। ਉਹਦੇ ਤੋਂ ਜੋ ਕੁਛ ਵੀ ਬਣਿਆ ਉਹ ਮਹਾ ਪਵਿੱਤਰ ਹੈ, ਸਭ ਤੋਂ ਪਵਿੱਤਰ ਮੰਨਿਆ ਗਿਆ ਉਹਨੂੰ। ਪਸ਼ੂ ਪੰਛੀ ਬਨਸਪਤੀ ਜੋ ਆਪਾਂ ਦਿਖਾਈ ਦੇ ਰਿਹਾ, ਆਪਣੀ ਬੋਡੀ, ਸਰੀਰ, ਸਾਰਾ ਕੁਛ ਮਹਾ ਪਵਿੱਤਰ ਹੈ। ਕਿਉਂਕਿ ਗੁਰੂ ਸਾਹਿਬ ਜੀ ਦਾ ਇੱਕ ਬੜਾ ਖੂਬਸੂਰਤ ਬਚਨ ਹੈ, ਸ਼ਾਮ ਦੇ ਵਕਤ ਨਿਤਨੇਮ ਵਿੱਚ ਆਪਾਂ ਰੋਜ਼ਾਨਾ ਅਕਸਰ ਪੜ੍ਹਦੇ ਹਾਂ, ਜੇ ਵੱਡ ਆਪ ਤੇ ਵੱਡ ਤੇਰੀ ਦਾਤ। ਇਹਦਾ ਅਰਥ ਕੀ ਹੈ? ਜਿੰਨਾ ਅਹਿਮ ਜਾਂ ਜੈਸਾ ਸਮਰੱਥ ਪਰਮਾਤਮਾ ਹੈ, ਉਹਨੇ ਜੋ ਕੁਛ ਵੀ ਬਣਾਇਆ, ਜਿੰਨੀ ਉਹਦੀ ਰਚਨਾ ਹੈ, ਜਿੰਨੀ ਉਹਦੀ ਦਾਤ ਹੈ, ਉਹ ਵੀ ਉਨੀ ਹੀ ਹੈ, ਘੱਟ ਨਹੀਂ ਹੈ। ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਮੈਂ ਇਹਨੂੰ ਇੰਝ ਮਹਿਸੂਸ ਕਰਦਾ, ਥੋੜ੍ਹਾ ਜਿਹਾ ਬਰੀਕੀ ਨਾਲ ਸਮਝਣੀ ਪਵੇਗੀ ਵਿਚਾਰ। ਜਿੰਨਾ ਅਹਿਮ ਜਾਂ ਜੈਸਾ ਅਕਾਲ ਪੁਰਖ ਪਰਮਾਤਮਾ ਹੈ, ਆਪਾਂ ਸਾਰੇ ਉਸੇ ਤਰ੍ਹਾਂ ਹੀ ਹਾਂ। ਹਾਂ, ਸਾਡੀ ਸਮਝ, ਸਾਡੇ ਕਰਮ ਜੋ ਅਸੀਂ ਕਰਨੀ ਕਰਦੇ ਹਾਂ, ਉਹਦੇ 'ਚ ਫਰਕ ਹੈ। ਜੋ ਰੱਬ ਨੇ ਬਣਾਇਆ ਉਹਦੇ 'ਚ ਫਰਕ ਨਹੀਂ ਹੈ, ਜੋ ਅਸੀਂ ਬਣਾ ਰਹੇ ਹਾਂ ਫਰਕ ਉਹਦੇ ਵਿੱਚ ਹੈ। ਮੈਂ ਪਿਛਲੇ ਦਿਨ ਵੀ ਇੱਕ ਨੁਕਤਾ ਸਾਂਝਾ ਕੀਤਾ ਸੀ, ਸਾਨੂੰ ਤੇ ਇਹ ਗੱਲ ਸਮਝਾਈ ਗਈ ਅੱਜ ਤੱਕ, ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਚੰਗੇ ਕਰਮ ਕੀਤੇ ਨੇ ਤੇ ਉਹਦਾ ਫਲ ਮਨੁੱਖਾ ਦੇਹੀ ਮਿਲੀ, ਪਿਛਲੇ ਜਨਮ 'ਚ ਚੰਗੇ ਕਰਮ ਕੀਤੇ ਸੀ। ਮੈਂ ਕਈ ਵਾਰ ਸੋਚਦਾ ਕਿ ਕਰਮ ਕਰਨ ਲਈ ਕੋਈ ਨਾ ਕੋਈ ਦੇਹੀ ਤੇ ਹੋਣੀ ਚਾਹੀਦੀ ਹੈ ਨਾ। ਮਨੁੱਖਾ ਦੇਹੀ ਤੋਂ ਇਲਾਵਾ ਹੋਰ ਕੋਈ ਦੇਹੀ ਹੈ ਹੀ ਨਹੀਂ ਜਿਹੜੀ ਕਰਮ ਕਰ ਸਕੇ। ਕਿੰਨੀ ਰਚਨਾ ਆਪਾਂ ਦੇਖਦੇ ਹਾਂ ਸੰਸਾਰ ਵਿੱਚ, ਕੋਈ ਕਰਮ ਨਹੀਂ ਕਰਦੀ, ਕਰਮ ਕੇਵਲ ਮਨੁੱਖ ਕਰਦਾ ਹੈ। ਫਿਰ ਕਿਹੜੀ ਜੂਨੀ ਵਿੱਚ ਕਰਮ ਕੀਤੇ ਕਿ ਮਨੁੱਖਾ ਦੇਹੀ ਮਿਲੀ? ਨਹੀਂ, ਅਸਲ ਵਿੱਚ ਇਹ ਕੀ ਹੈ? ਤੁਮਰੀ ਕਿਰਪਾ ਤੇ ਮਾਨੁੱਖ ਦੇਹ ਪਾਈ ਹੈ। ਇਹ ਰੱਬ ਦੀ ਬਖਸ਼ਿਸ਼, ਰਹਿਮਤ, ਕਿਰਪਾ ਹੋਈ ਹੈ, ਤਾਂ ਮਨੁੱਖਾ ਦੇਹੀ ਮਿਲੀ। ਜਾਂ ਸਾਨੂੰ ਇਹ ਗੱਲ ਸਮਝਾਈ ਗਈ, ਗੁਰੂ ਪਿਆਰੀ ਸਾਧ ਸੰਗਤ ਜੀ, ਜਿਹੜੇ ਰੱਬ ਦਾ ਨਾਂ ਲੈਂਦੇ ਉਹ ਮੁਕਤ ਹੋ ਜਾਂਦੇ ਆ, ਤੇ ਜਿਹੜੇ ਨਹੀਂ ਲੈਂਦੇ ਉਹ ਜਨਮ ਮਰਨ ਦੇ ਗੇੜ 'ਚ ਪਏ ਰਹਿੰਦੇ ਆ। ਤੇ ਮੈਂ ਕਈ ਵਾਰ ਸੋਚਦਾ, ਇਹਦਾ ਮਤਲਬ ਜਿੰਨੇ ਵੀ ਜਨਮ ਲੈ ਰਹੇ ਨੇ
ਇਹ ਫਿਰ ਸਾਰੇ ਉਹੀ ਨੇ ਜਿਹੜੇ ਪਾਪੀ ਲੋਕ ਨੇ, ਕਿਉਂਕਿ ਰੱਬ ਦਾ ਨਾਂ ਲੈਣ ਵਾਲਾ ਤੇ ਮੁਕਤ ਹੋ ਗਿਆ। ਮੁਕਤ ਦਾ ਅਰਥ ਕੀ ਕਰਦੇ ਆ? ਦੁਬਾਰਾ ਜਨਮ ਨਹੀਂ ਲੈਂਦਾ। ਤੇ ਫਿਰ ਜਿਨ੍ਹਾਂ ਦਾ ਜਨਮ ਹੋ ਰਿਹਾ ਹੈ, ਇਹ ਫਿਰ ਸਾਰੇ ਜਿਹੜੇ ਨੇ ਉਹੀ ਨੇ ਜਿਨ੍ਹਾਂ ਨੂੰ ਅਸੀਂ ਪਾਪੀ ਕਹਿੰਦੇ, ਅਪਰਾਧੀ ਕਹਿੰਦੇ ਆ। ਪਰ ਜਦੋਂ ਗੁਰਬਾਣੀ ਪੜ੍ਹਦੇ ਆ, ਗੁਰੂ ਸਾਹਿਬ ਜੀ ਤੇ ਬਾਣੀ ਵਿੱਚ ਬੜਾ ਕਲੀਅਰਲੀ ਕਹਿੰਦੇ ਨੇ, ਹਰ ਜੁਗ ਜੁਗ ਭਗਤ ਉਪਾਇਆ। ਯੁੱਗ ਦਾ ਅਰਥ ਹੁੰਦਾ ਸਮਾਂ। ਹਰੇਕ ਸਮੇਂ ਰੱਬ ਨੇ ਜੋ ਵੀ ਪੈਦਾ ਕੀਤਾ, ਭਗਤ ਪੈਦਾ ਕੀਤਾ। ਸਗਲੀ ਧਰਤੀ ਸਾਧਕੀ। ਗੁਰਬਾਣੀ 'ਚ ਆਪਾਂ ਬੜਾ ਖੂਬਸੂਰਤ ਪੜ੍ਹਦੇ, ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਾਂ ਤੁਮ ਰਾਖਣ ਹਾਰੇ। ਮਾਤਾ ਦੇ ਗਰਭ ਵਿੱਚ ਪਰਮਾਤਮਾ ਦੀ ਯਾਦ ਜਾਂ ਪਰਮਾਤਮਾ ਨੇ ਆਪਣਾ ਸਿਮਰਨ ਦੀ ਦਾਤ ਦੇ ਕੇ ਉੱਥੇ ਮੇਰੀ ਰੱਖਿਆ ਕੀਤੀ। ਤੇ ਰੱਬ ਦਾ ਸਿਮਰਨ ਕਰਨ ਵਾਲਾ ਪਾਪੀ ਤੇ ਹੋ ਨਹੀਂ ਸਕਦਾ। ਫਿਰ ਪਾਪੀ ਨੂੰ ਰੱਬ ਪੈਦਾ ਹੀ ਨਹੀਂ ਕਰਦਾ। ਪਾਪੀ ਦੀ ਲੋੜ ਕੀ ਹੈ? ਕਾਹਦੇ ਲਈ ਗੁਨਾਹਗਾਰ ਪਾਪੀ ਨੂੰ ਜਨਮ ਦੇਵੇ ਰੱਬ? ਰੱਬ ਭਗਤਾਂ ਨੂੰ ਪੈਦਾ ਕਰਦਾ। ਆਪਾਂ ਸਾਰੇ ਰੱਬ ਦੇ ਭਗਤ ਹਾਂ। ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣਾ ਮੂਲ ਭੁੱਲ ਕੇ ਤੇ ਆਪਣੀ ਕਰਨੀ ਜਿਹੜੀ ਹੈ ਹੋਰ ਪਾਸੇ ਲੈ ਕੇ। ਪਾਪੀ ਗੁਨਾਹਗਾਰ ਰੱਬ ਪੈਦਾ ਨਹੀਂ ਕਰਦਾ, ਇਹ ਮਨੁੱਖ ਆਪਣੇ ਜੀਵਨ ਦੀ ਕਰਨੀ ਵਿੱਚ ਆਪ ਪੈਦਾ ਕਰਦਾ ਹੈ। ਉੱਤਮ ਕਰਨੀ ਹੈ, ਉੱਤਮ ਪੁਰਸ਼ ਹੈ। ਜੇ ਕਿਤੇ ਕਰਨੀ ਗੁਨਾਹਾਂ ਦੇ ਨਾਲ ਲਿਬੜੀ ਹੋਈ ਹੈ, ਅਪਰਾਧਾਂ ਪਾਪਾਂ ਨਾਲ ਲਿਬੜੀ ਹੋਈ ਹੈ, ਉਹ ਪਾਪੀ ਹੈ। ਪਰ ਜੋ ਰੱਬ ਨੇ ਬਣਾਇਆ ਹੈ ਉਹ ਮਾੜਾ ਨਹੀਂ ਹੈ। ਰੱਬ ਨੇ ਕੋਈ ਚੀਜ਼ ਵੀ ਗਲਤ ਨਹੀਂ ਬਣਾਈ। ਗੁਰੂ ਕਿਰਪਾ ਕਰਿਆ ਨੁਕਤਾ ਸਮਝ ਵਿੱਚ ਆ ਜੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬਚਨ ਕਰ ਰਹੇ ਨੇ ਸਿੱਧ ਲੋਕਾਂ ਨੂੰ, ਤੁਸੀਂ ਨਫ਼ਰਤ ਕਰਦੇ ਹੋ ਲੁਕਾਈ ਨਾਲ, ਪਹਾੜਾਂ ਤੇ ਆ ਕੇ ਬੈਠ ਗਏ ਹੋ। ਤੁਸੀਂ ਕਹਿੰਦੇ ਸੰਸਾਰ ਜਿਹੜਾ ਹੈ ਤੇ ਨਰਕ ਹੈ, ਨਰਕਾਂ ਦਾ ਦਰਵਾਜ਼ਾ ਹੈ, ਨਰਕਾਂ ਦਾ ਖੂਹ ਹੈ। ਤੁਸੀਂ ਜਿਹਦੀ ਕੁੱਖੋਂ ਪੈਦਾ ਹੋਏ ਜੇ ਉਹਨੂੰ ਮਾੜਾ ਕਹਿੰਦੇ, ਉਹਨੂੰ ਨਿੰਦਦੇ ਹੋ, ਉਹਨੂੰ ਭੰਡ ਕਹਿੰਦੇ ਹੋ। ਭੰਡ ਦਾ ਅਰਥ ਕੀ ਹੁੰਦਾ? ਮਨ ਪਰਚਾਵੇ ਵਾਲੇ। ਜਿਸ ਤਰ੍ਹਾਂ ਪਿੰਡਾਂ 'ਚ ਹੁੰਦੇ ਨਾ ਭੰਡ ਆਉਂਦੇ ਹੁੰਦੇ ਸੀ, ਮਨੋਰੰਜਨ ਕਰਨ ਵਾਲੇ। ਉਹਨਾਂ ਦੀ ਸੋਚ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਨੇ ਆਸਾ ਦੀ ਵਾਰ ਵਿੱਚ ਸਾਰੇ ਖੁਲਾਸੇ ਕੀਤੇ ਹੈ। ਉਹਨਾਂ ਦੀ ਸੋਚ ਦੇ ਮੁਤਾਬਕ ਔਰਤ ਨੂੰ ਉਹ ਭੰਡ ਕਹਿੰਦੇ ਨੇ ਵੀ ਇਹ ਸਿਰਫ ਇੱਕ ਮਨੋਰੰਜਨ ਦਾ ਸਾਧਨ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ, ਕਹਿੰਦੇ ਜਿਹਨੂੰ ਤੁਸੀਂ ਨਿੰਦ ਰਹੇ ਹੋ, ਜਿਹਨੂੰ ਨਰਕਾਂ ਦਾ ਦੁਆਰ ਕਹਿ ਰਹੇ ਜੇ ਤੁਸੀਂ, ਜਿਹਨੂੰ ਕੇਵਲ ਇੱਕ ਭੰਡ ਦੀ ਤਰ੍ਹਾਂ ਮੰਨ ਰਹੇ ਹੋ ਤੁਸੀਂ, ਹਾਲਾਤ ਤੇ ਇੱਥੋਂ ਤੱਕ ਸੀ। ਗੁਰਬਾਣੀ ਵਿੱਚ ਹੀ ਬਚਨ ਆਉਂਦੇ ਨੇ, ਜਿਸ ਤਰ੍ਹਾਂ ਹਾਥੀ, ਘੋੜੇ, ਰੱਥ, ਇਹੋ ਜਿਹੇ ਹੋਰ ਕਈ ਤਰ੍ਹਾਂ ਦੇ ਸਮਾਨ ਦਾਨ ਕਰਦੇ ਹੁੰਦੇ ਸੀ ਨਾ ਲੋਕ, ਅਸ ਦਾਨ, ਗੱਜ ਦਾਨ। ਇਸੇ ਤਰੀਕੇ ਨਾਲ ਸਹਿਜਾ ਨਾਰੀ ਭੂਮ ਦਾਨ, ਜ਼ਮੀਨ ਦਾਨ ਕਰਨੀ, ਔਰਤਾਂ ਦਾਨ ਕਰਦੇ ਸੀ। ਉਹ ਕਹਿੰਦੇ ਸੀ ਇਹ ਵੀ ਸਮਾਨ ਹੀ ਹੈ, ਪਦਾਰਥਾਂ ਦੀ ਤਰ੍ਹਾਂ ਹੈ, ਇਨਸਾਨ ਨਹੀਂ ਸੀ ਉਹ ਮੰਨਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਸਿੱਧ ਲੋਕੋ ਜਿਹਨੂੰ ਤੁਸੀਂ ਮਾੜਾ ਕਹਿੰਦੇ ਹੋ ਨਾ, ਅਸਲ ਵਿੱਚ ਇਹ ਉਸ ਨਿਰਗੁਣ ਪਰਮੇਸ਼ਰ ਤੋਂ ਬਣਿਆ ਹੋਇਆ ਪਵਿੱਤਰ ਸਰਗੁਣ ਰੂਪ ਹੈ ਪਰਮਾਤਮਾ ਦਾ। ਇਹ ਪਰਮਾਤਮਾ ਦਾ ਰੂਪ ਹੈ। ਇਸੇ ਲਈ ਬਾਣੀ ਵਿੱਚ ਬਚਨ ਆਉਂਦਾ ਹੈ, ਜੋ ਦਿਸੈ, ਜੋ ਦਿਖਾਈ ਦੇ ਰਿਹਾ ਹੈ, ਸੋ ਤੇਰਾ ਰੂਪ। ਇਹ ਪਰਮਾਤਮਾ ਜੋ ਦਿਖਾਈ ਦਿੰਦਾ ਉਹ ਤੇਰਾ ਰੂਪ ਹੈ। ਚਾਹੇ ਕੋਈ ਵੀ ਹੋਵੇ, ਚਾਹੇ ਬਨਸਪਤੀ ਹੈ, ਚਾਹੇ ਕੀੜੇ ਨੇ, ਚਾਹੇ ਪੰਛੀ ਨੇ, ਚਾਹੇ ਹੋਰ ਜਾਨਵਰ ਨੇ, ਮਨੁੱਖ ਹੈ, ਜੋ ਵੀ ਦਿਖਾਈ ਦੇ ਰਿਹਾ। ਪਰ ਸਾਡੀ ਹਾਲਤ ਤਾਂ ਇਹੋ ਜਿਹੀ ਬਣ ਗਈ ਹੈ, ਨੂੰਹ ਨੂੰ ਸੱਸ ਵਿੱਚੋਂ ਨਹੀਂ ਰੱਬ ਦਿਖਾਈ ਦਿੰਦਾ, ਸੱਸ ਨੂੰ ਨੂੰਹ ਵਿੱਚੋਂ ਨਹੀਂ ਦਿਖਾਈ ਦਿੰਦਾ, ਭਰਾ ਨੂੰ ਭਰਾ 'ਚੋਂ ਨਹੀਂ ਦਿਖਾਈ ਦਿੰਦਾ, ਤਾਂ ਹੀ ਤਾਂ ਸ਼ਰੀਕਾ ਹੈ। ਸਿੱਖ ਨੂੰ ਹਿੰਦੂ 'ਚੋਂ, ਹਿੰਦੂ ਨੂੰ ਮੁਸਲਮਾਨ 'ਚੋਂ, ਮੁਸਲਮਾਨ ਨੂੰ ਦੂਜੇ 'ਚੋਂ, ਦੂਜੇ ਨੂੰ ਤੀਜੇ 'ਚੋਂ, ਤੀਜੇ ਨੂੰ ਚੌਥੇ 'ਚੋਂ। ਰੱਬ ਥੋੜ੍ਹੀ ਦਿਖਾਈ ਦਿੰਦਾ ਹੈ। ਗੁਰੂ ਸਾਹਿਬ ਜੀ ਨੇ ਬਚਨ ਕੀਤਾ, ਜੋ ਦਿਸੈ, ਜੋ ਵੀ ਦਿਖਾਈ ਦੇ ਰਿਹਾ, ਜੋ ਦਿਸੈ ਸੋ ਤੇਰਾ ਰੂਪ। ਉਹ ਸਾਰਾ ਕੁਛ ਤੇਰਾ ਰੂਪ ਹੈ, ਤੇਰੇ ਤੋਂ ਬਾਹਰ ਨਹੀਂ ਹੈ, ਸਭ ਦੇ ਵਿੱਚ ਤੂੰ ਹੈ। ਗੁਰੂ ਸਾਹਿਬ ਦਾ ਇੱਕ ਬਚਨ ਹੈ, ਗੁਰੂ ਜੀ ਕਹਿੰਦੇ, ਕੁਦਰਤ ਕਰਕੇ ਵਸਿਆ ਸੋਏ। ਪਰਮੇਸ਼ਰ ਨੇ ਕੁਦਰਤ ਸਿਰਜੀ, ਆਪਾਂ ਸਾਰੇ ਕੁਦਰਤ ਹਾਂ ਰੱਬ ਦੀ।
ਤੇ ਕੁਦਰਤ ਦੇ ਵਿੱਚ ਉਹ ਵਸ ਰਿਹਾ ਹੈ, ਕੁਦਰਤ ਦੇ ਵਿੱਚ ਉਹ ਬਿਰਾਜਮਾਨ ਹੈ। ਰੋਜ਼ ਤੇ ਸ਼ਾਮ ਨੂੰ ਪੜ੍ਹਦੇ ਜੇ ਤੁਸੀਂ, ਕਰੋ ਰਸਨਾ ਸਾਂਝੀ, ਬਲਿਹਾਰੀ ਕੁਦਰਤ ਵਸਿਆ, ਬਲਿਹਾਰ ਤੇਰੇ ਤੋਂ, ਸਦਕੇ ਤੇਰੇ ਤੋਂ, ਤੂੰ ਕੁਦਰਤ ਦੇ ਵਿੱਚ ਵਸਿਆ ਹੋਇਆ ਹੈ। ਤੇ ਆਪਾਂ ਸਾਰੇ ਹੀ ਰੱਬ ਦੀ ਕੁਦਰਤ ਆ। ਜਿਵੇਂ ਬਨਾਸ, ਕਈ ਵਾਰ ਨਾ ਜਿੱਥੇ ਫੁੱਲ ਖਿੜੇ ਹੋਣ, ਹੁਣ ਵੀ ਰਸਤੇ 'ਚ ਆਉਂਦੇ ਆ, ਥੋੜ੍ਹਾ ਜਿਹਾ ਅਸੀਂ ਆ ਰਹੇ ਸੀ ਵਿਚਰਦੇ, ਅਤੇ ਜਿੱਥੇ ਫੁੱਲ ਖਿੜੇ ਹੋਣ ਜਾਂ ਰੁੱਖ ਹੁੰਦੇ ਸੀ ਜਾਂ ਪਾਣੀ ਸਮੁੰਦਰ ਦਾ, ਅਤੇ ਉੱਥੇ ਖੜ੍ਹ ਕੇ ਅਸੀਂ ਕਹਿੰਦੇ ਵੇਖੋ ਕੁਦਰਤ ਦੇ ਨਜ਼ਾਰੇ, ਕੁਦਰਤ ਕਿੱਡੀ ਖੂਬਸੂਰਤ ਹੈ। ਕੁਦਰਤ ਕਿਹਨੂੰ ਕਿਹਾ? ਫੁੱਲ, ਪੌਦੇ, ਜੋ ਬੂਟੇ ਜਾਂ ਪਾਣੀ, ਜੋ ਰੱਬ ਦੀ ਰਚਨਾ ਹੈ। ਅਸੀਂ ਵੀ ਤਾਂ ਰੱਬ ਦੀ ਰਚਨਾ ਵਾ, ਆਪਾਂ ਵੀ ਸਾਰੇ ਕੁਦਰਤ ਆ। ਤੇ ਕੁਦਰਤ ਦੇ ਵਿੱਚ ਪ੍ਰਮਾਤਮਾ ਹੈ। ਗੁਰਬਾਣੀ ਕਿਸ ਲਈ ਗੁਰੂ ਸਾਹਿਬਾਂ ਨੇ ਬਖਸ਼ਿਸ਼ ਕੀਤੀ? ਇਸ ਲਈ ਬਖਸ਼ਿਸ਼ ਕੀਤੀ ਕਿ ਤੇਰੇ ਅੰਦਰ ਪ੍ਰਮਾਤਮਾ ਹੈ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਕਿਸੇ ਤਰ੍ਹਾਂ ਦਾ ਸੰਦੇਹ ਨਹੀਂ, ਪਰ ਤੇਰੇ ਬੋਲਾਂ ਵਿੱਚ, ਤੇਰੀ ਸੋਚ ਵਿੱਚ, ਤੇਰੀ ਕਰਨੀ ਵਿੱਚ, ਤੇਰੀ ਤੱਕਣੀ 'ਚ, ਤੇਰੇ ਸਰੋਤ ਵਿੱਚ ਵੀ ਰੱਬ ਹੋਣਾ ਚਾਹੀਦਾ ਹੈ। ਕਿਉਂਕਿ ਇਹਨਾਂ ਚੀਜ਼ਾਂ ਵਿੱਚ ਰੱਬ ਨਹੀਂ ਹੈ। ਨਾ ਸਾਡੇ ਨਜ਼ਰੀਏ 'ਚ ਰੱਬ, ਨਾ ਸਾਡੀ ਤੱਕਣੀ 'ਚ ਰੱਬ, ਨਾ ਸਾਡੇ ਸਰੋਤ 'ਚ ਰੱਬ, ਨਾ ਸਾਡੀ ਸੋਚ ਵਿੱਚ ਰੱਬ, ਨਾ ਸਾਡੇ ਬੋਲਾਂ 'ਚ ਰੱਬ। ਮੈਂ ਪਿਛਲੇ ਦਿਨੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਸ਼ਹੀਦੀ ਦਿਹਾੜੇ ਦੇ ਅੰਸ਼ ਸਾਂਝੇ ਕਰ ਰਿਹਾ ਸੀ। ਮੈਂ ਜ਼ਿਕਰ ਕੀਤਾ ਸੀ ਜਿਹੜੇ 4 ਆਏ ਸਨ ਗੁਰੂ ਸਾਹਿਬ ਜੀ ਕੋਲ ਉਸ ਸਮੇਂ ਦੇ, ਕਿ ਸਾਡੀ ਬਾਣੀ ਦਰਜ ਕਰੋ। ਅਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਇਹੀ ਬਚਨ ਕਿਹਾ ਸੀ ਉਹਨਾਂ ਨੂੰ, ਜਦੋਂ 4ਵਾਂ ਦੀ ਰਚਨਾ ਸੁਣੀ। ਉਹਨਾਂ ਕਿਹਾ ਇੱਕ ਪਾਸੇ ਇਹ ਰੱਬੀ ਬਾਣੀ ਹੈ, ਜਿਹਦੇ ਬਾਰੇ ਗੁਰੂ ਸਾਹਿਬ ਜੀ ਨੇ ਆਪ ਐਲਾਨੀਆ ਕਿਹਾ, ਜੈਸੀ ਮੈਂ ਆਵੈ ਖਸਮ ਕੀ ਬਾਣੀ। ਜਿਹੋ ਜੀ ਮਾਲਕ ਦੀ ਬਾਣੀ ਹੈ, ਹਰ ਕਰਤਾ ਆਪ ਮੋਹ ਕਢਾਏ, ਹਉ ਆਪਹੁ ਬੋਲ ਨਾ ਜਾਣਦਾ। ਇਹ ਸਾਡੇ ਆਪਣੇ ਖਿਆਲ ਨਹੀਂ ਹੈ, ਇਹ ਸਾਡੀ ਆਪਣੀ ਉਪਜ ਨਹੀਂ ਹੈ, ਸਾਡੀ ਰਚਨਾ ਨਹੀਂ ਹੈ। ਇਹ ਖਸਮ ਦੀ ਬਾਣੀ ਹੈ। ਉਹ ਜਿਵੇਂ ਗਿਆਨ ਦੇ ਰਿਹਾ ਹੈ, ਦੱਸ ਰਿਹਾ ਹੈ, ਤਿਵੇਂ ਉਹਨੂੰ ਗਾਂ ਬਿਆਨ ਕੀਤਾ ਜਾ ਰਿਹਾ ਹੈ। ਉਹਨੂੰ ਦੱਸਿਆ ਜਾ ਰਿਹਾ ਕਿ ਆਹ ਰੱਬੀ ਹੁਕਮ ਹੈ, ਧੁਰ ਕੀ ਬਾਣੀ ਆਈ, ਇਹ ਧੁਰ ਕੀ ਬਾਣੀ ਹੈ। ਪਰ ਤੁਹਾਡੀ ਜਿੰਨੀ ਰਚਨਾ ਹੈ ਉਹਦੇ 'ਚ ਪਰਮਾਤਮਾ ਨਹੀਂ, ਤੁਸੀਂ ਬੋਲ ਰਹੇ ਹੋ। ਤੁਹਾਡਾ ਆਪਣਾ ਨਜ਼ਰੀਆ ਬੋਲ ਰਿਹਾ ਹੈ, ਤੁਹਾਡੇ ਆਪਣੇ ਉਹਦੇ ਵਿੱਚ ਜੋ ਤੁਹਾਡੀ ਸੋਚ ਹੈ, ਜੋ ਤੁਹਾਡੀ ਵਿਚਾਰਧਾਰਾ ਹੈ, ਉਹ ਬੋਲ ਰਹੀ ਹੈ। ਇੱਥੇ ਮਨੁੱਖ ਦੀ ਆਪਣੀ ਸੋਚ ਜਾਂ ਆਪਣੀ ਵਿਚਾਰਧਾਰਾ ਦੀ ਗੱਲ ਨਹੀਂ ਹੈ, ਇੱਥੇ ਰੱਬੀ ਹੁਕਮ ਦੀ ਗੱਲ ਹੈ ਕਿ ਰੱਬ ਦਾ ਹੁਕਮ ਕੀ ਹੈ, ਪਰਮੇਸ਼ਰ ਕੀ ਕਹਿ ਰਿਹਾ, ਰੱਬ ਕੀ ਕਹਿ ਰਿਹਾ। ਇਸੇ ਕਰਕੇ ਉਹਨਾਂ 4ਵਾਂ ਦੀ ਜਿਹੜੀ ਸੀ ਉਹ ਰਚਨਾ ਗੁਰੂ ਸਾਹਿਬ ਜੀ ਨੇ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਨਹੀਂ, ਇੱਥੇ ਮਨੁੱਖ ਦੀ ਰਚਨਾ ਨਹੀਂ, ਇੱਥੇ ਰੱਬੀ ਰਚਨਾ, ਰੱਬੀ ਬਾਣੀ, ਧੁਰ ਕੀ ਬਾਣੀ ਜਿਹੜੀ ਹੈ, ਰੱਬੀ ਪੈਗਾਮ ਜਿਹੜਾ ਹੈ, ਉਹ ਦਰਜ ਕੀਤਾ ਜਾ ਰਿਹਾ ਹੈ। ਉਹ ਚਾਹੇ ਕਿਸੇ ਵੀ ਰਸਨਾ ਵਿੱਚੋਂ ਉਚਾਰਨ ਕੀਤਾ ਗਿਆ ਹੋਵੇ, ਚਾਹੇ ਉਹ ਭਗਤ ਜਨ ਨੇ, ਚਾਹੇ ਗੁਰਸਿੱਖ ਸਾਹਿਬਾਨ ਨੇ, ਚਾਹੇ ਭੱਟ ਸਾਹਿਬਾਨ ਨੇ, ਚਾਹੇ ਗੁਰੂ ਸਾਹਿਬਾਨ ਨੇ, ਕਿਸੇ ਵੀ ਰਸਨਾ ਵਿੱਚੋਂ ਅਗਰ ਰੱਬੀ ਪੈਗਾਮ, ਰੱਬੀ ਬੋਲ ਪ੍ਰਗਟ ਹੋਏ ਨੇ, ਉਹਨਾਂ ਨੂੰ ਦਰਜ ਕੀਤਾ ਗਿਆ। ਜਿੱਥੇ ਰੱਬੀ ਬੋਲ ਪ੍ਰਗਟ ਨਹੀਂ ਹੋਏ, ਰੱਬੀ ਬੋਲ ਨਹੀਂ, ਆਪਣੀ ਵਿਚਾਰ ਚੱਲ ਰਹੀ ਹੈ, ਉਹਨੂੰ ਪਾਸੇ ਕਰ ਦਿੱਤਾ। ਕਿੰਨੀ ਰਚਨਾ ਭਗਤ ਕਬੀਰ ਜੀ ਦੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨਹੀਂ ਹੈ। ਕਬੀਰ ਜੀ ਦੇ ਦੋਹੇ ਬਹੁਤ ਤੁਸੀਂ ਬਾਹਰੋਂ ਪੜ੍ਹਦੇ ਹੋਵੋਗੇ। ਭਗਤ ਰਵਿਦਾਸ ਜੀ ਦੇ ਬਹੁਤ ਰਚਨਾਵਾਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ। ਕਿਉਂ? ਕਿਉਂਕਿ ਇਹਦੇ ਵਿੱਚ ਉਹ ਦਰਜ ਹੈ ਜਿਹੜੇ ਰੱਬੀ ਇਲਹਾਮ ਜਿਹਨੂੰ ਕਹਿ ਦਿੰਦੇ ਆਪਾਂ, ਰੱਬੀ ਕਹਿ ਲਓ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਜਿਹੜੀ ਉਹ ਹੈ। ਜਿਹੜੀ ਦੂਜੀ ਹੈ ਉਹਨੂੰ ਪਾਸੇ ਕਰ ਦਿੱਤਾ। ਗੁਰੂ ਸਾਹਿਬ ਇਕੱਲੀ ਬਾਣੀ ਹੀ ਤੇ ਨਹੀਂ ਸੀ ਨਾ ਬੋਲਦੇ, ਗੁਰੂ ਸਾਹਿਬ ਹੋਰ ਵੀ ਤੇ ਬਚਨ ਕਈ ਤਰ੍ਹਾਂ ਦੇ ਕਰਦੇ ਸੀ ਨਾ। ਜੰਗਾਂ ਯੁੱਧਾਂ ਨੂੰ ਚੜ੍ਹਦੇ ਰਹੇ ਨੇ, ਜਾਂ ਕਿਤੇ ਸੰਗਤ ਨਾਲ ਵਾਰਤਾਲਾਪ ਹੁੰਦੀ ਰਹੀ ਹੈ, ਜਾਂ ਕਿਤੇ ਕਿਸੇ ਨੇ ਸਵਾਲ ਕੀਤਾ ਉਹਦੇ ਸਵਾਲ ਦਾ ਜਵਾਬ ਦਿੱਤਾ। ਕਿੰਨੇ ਬੋਲ ਹੋਰ ਵੀ ਜਿਹੜੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਉਹ ਬੋਲਦੇ ਸਨ, ਪਰ ਉਹ ਦਰਜ ਨਹੀਂ ਹਨ। ਗੁਰੂ ਸਾਹਿਬ ਜੀ ਗੁਰਤਾ ਗੱਦੀ 'ਤੇ ਬੈਠਣ ਤੋਂ ਪਹਿਲਾਂ ਜਿੰਨੇ ਸਾਲ ਵੀ ਉਹ ਰਹੇ ਨੇ, ਬਚਨ ਬਲਾਸ ਤੇ ਕਰਦੇ ਰਹੇ ਦੁਨੀਆ 'ਚ, ਪਰ ਉਹਨਾਂ ਬੋਲਾਂ ਨੂੰ ਗੁਰਬਾਣੀ ਨਹੀਂ ਕਿਹਾ, ਉਹ ਦਰਜ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਇੱਥੇ ਉਹੀ ਬਚਨ ਦਰਜ ਨੇ ਜਿਹੜੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਰੱਬੀ ਹੁਕਮ ਦੇ ਬਚਨ ਹਨ, ਜੋ ਰੱਬ ਨੇ ਹੁਕਮ ਕੀਤੇ, ਰੱਬੀ ਇਲਹਾਮ ਜਿਹਨੂੰ ਕਹਿੰਦੇ ਆਪਾਂ।
ਗੁਰੂ ਬਖਸ਼ਿਸ਼ ਕਰੇ ਕਿਤੇ ਆ ਖੂਬਸੂਰਤ ਨੁਕਤਾ ਸਾਡੀ ਸਮਝ ਵਿੱਚ ਆ ਜਾਏ। ਹਜ਼ੂਰ ਜੀ ਨੇ ਬਖਸ਼ਿਸ਼ ਕੀਤੀ, ਉਸ ਅਕਾਲ ਪੁਰਖ ਪਰਮਾਤਮਾ ਨਿਰਗੁਣ ਸਰੂਪ ਨੇ ਜੋ ਬਣਾਇਆ ਨਿਰਮਾਇਲ ਉਪਜੈ ਪਵਿੱਤਰ ਬਣਾਇਆ। ਉਹ ਸਾਰਾ ਕੁਛ ਇਸ ਤਰ੍ਹਾਂ ਨਿਰਗੁਣ ਤੇ ਸਰਗੁਣ ਥੀ ਆ। ਨਿਰਗੁਣ ਤੋਂ ਸਰਗੁਣ ਬਣਾਤਾ। ਜੋ ਨਹੀਂ ਸੀ ਦਿਖਾਈ ਦਿੰਦਾ ਉਹ ਦਿਖਾਈ ਦੇਣ ਵਾਲਾ ਬਣਾ ਦਿੱਤਾ। ਕਿਸੇ ਖੂਬਸੂਰਤ ਵਿਦਵਾਨ ਨੇ ਗੱਲ ਲਿਖੀ, ਕਹਿੰਦੇ ਇੱਕ ਵਾਰ ਰੱਬ ਦਾ ਜੀ ਕੀਤਾ, ਮੈਂ ਆਪਣੇ ਆਪ ਨੂੰ ਬਣਾ ਕੇ ਵੇਖਾਂ ਤੇ ਸਹੀ ਮੈਂ ਕਿਹੋ ਜਿਹਾ ਵਾਂ। ਜਿਵੇਂ ਆਪਾਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਦੇ ਮੈਂ ਕਿਹੋ ਜਿਹਾ, ਕੋਈ ਤਸਵੀਰ ਖਿੱਚ ਲੈਂਦਾ ਕਿ ਮੈਂ ਵੇਖਾਂ ਭਲਾ ਮੈਂ ਕਿਹੋ ਜਿਹਾ ਵਾਂ। ਕਹਿੰਦੇ ਰੱਬ ਨੇ ਜਦੋਂ ਆਪਣੇ ਆਪ ਨੂੰ ਦੇਖਣ ਲਈ ਆਪਣੇ ਆਪ ਨੂੰ ਬਣਾਇਆ ਤੇ ਜੋ ਰੱਬ ਨੇ ਬਣਾਇਆ ਉਹ ਰੱਬ ਉਹੋ ਜਿਹਾ ਜੋ ਵੀ ਉਹਨੇ ਬਣਾਇਆ। ਤੇ ਰੱਬ ਨੇ ਕੀ ਬਣਾਇਆ ਜੀ? ਅੱਜ ਜਿੰਨੀ ਰਚਨਾ ਦਿਖਾਈ ਦੇ ਰਹੀ ਹੈ, ਜਿੰਨੀ ਰਚਨਾ ਦਿਖਾਈ ਦੇ ਰਹੀ ਹੈ, ਇਹ ਸਾਰੀ ਦੀ ਸਾਰੀ ਰਚਨਾ ਸਮਝ ਲੈਣਾ ਕਿ ਰੱਬ ਦਾ ਰੂਪ ਹੈ, ਰੱਬ ਦੀ ਸ਼ਕਲ ਹੈ, ਰੱਬ ਦੀ ਤਸਵੀਰ ਕਹਿ ਲਓ। ਰੱਬ ਕਿਹੋ ਜਿਹਾ ਹੈ ਸਾਨੂੰ ਤੇ ਪਤਾ ਨਹੀਂ ਕਿਹੋ ਜਿਹੀ ਸਿੱਖਿਆ ਦਿੱਤੀ ਗਈ, ਅੱਖਾਂ ਬੰਦ ਕਰ ਲਓ ਜੀ, ਤਾਲੂ ਚ ਲੈ ਜਾਓ ਜੀ, ਧਿਆਨ ਪਟਾਕਾ ਪਵੇਗਾ, ਫਿਰ ਉੱਥੇ ਕੋਈ ਚਾਨਣ ਹੋਵੇਗਾ, ਫਿਰ ਤੁਹਾਨੂੰ ਕੋਈ ਹੋਰ ਦੁਆਰ ਖੁੱਲ੍ਹੇਗਾ ਤੇ ਪਤਾ ਨਹੀਂ ਕੀ ਤੁਹਾਨੂੰ ਕਿਹੜਾ ਮੰਡਲ ਦਿਖਾਈ ਦੇਵੇਗਾ। ਨਹੀਂ, ਜੋ ਰੱਬ ਨੇ ਬਣਾਇਆ ਹੈ ਨਾ ਬਸ ਉਹਨੂੰ ਦੇਖ ਲਓ, ਰੱਬ ਇਹੋ ਜਿਹਾ ਹੀ ਹੈ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਜੋ ਰੱਬ ਨੇ ਬਣਾਇਆ ਗੁਰੂ ਜੀ ਨੂੰ ਪੁੱਛ ਲੈਂਦੇ ਆਪਾਂ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਤੇ ਰੱਬੀ ਹੁਕਮ ਹੈ ਨਾ। ਗੁਰੂ ਸਾਹਿਬ ਕਹਿੰਦੇ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਜੋ ਦਿਖਾਈ ਦੇ ਸਭ ਗੋਬਿੰਦ ਹੈ, ਇਹ ਪ੍ਰਮਾਤਮਾ ਹੈ, ਇਹ ਪ੍ਰਮਾਤਮਾ ਹੈ, ਪ੍ਰਮਾਤਮਾ ਤੋਂ ਬਿਨਾਂ ਕੋਈ ਨਹੀਂ ਹੈ। ਸੰਸਾਰ 'ਚ ਜੋ ਦਿਖਾਈ ਦੇ ਰਿਹਾ ਰੱਬ ਤੋਂ ਬਗੈਰ ਹੋ ਹੀ ਨਹੀਂ ਸਕਦਾ। ਗੁਰੂ ਬਖਸ਼ਿਸ਼ ਕਰੇ ਨੁਕਤਾ ਪਕੜ ਜਾ ਜੇ। ਜਦੋਂ ਆਪਾਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ ਨਾ, ਉਹਦੇ ਵਿੱਚ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦੀ ਵਿਧੀ ਦੱਸੀ ਗਈ ਹੈ, ਜਿਹਨੂੰ ਆਪਾਂ ਕਹਿੰਦੇ ਅੰਮ੍ਰਿਤ ਛਕਣਾ। ਆਪਾਂ ਵੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਹੋਈ ਉਹਨਾਂ ਨੂੰ ਪਤਾ ਹੈ। ਉਹਦੇ ਵਿੱਚ ਫਿਰ ਉਹ 5 ਬਾਣੀਆਂ ਦਾ ਜੋ ਸਿਸਟਮ ਬਣਾਇਆ ਗਿਆ ਸਿੱਖ ਰਹਿਤ ਮਰਿਆਦਾ ਮੁਤਾਬਕ ਪਾਠ ਕਰਦੇ ਨੇ। ਜਪਜੀ ਸਾਹਿਬ ਤੋਂ ਬਾਅਦ ਵਾਲੀ ਜਿਹੜੀ ਹੈ ਨਾ ਉਹ ਹੈ ਜਾਪ ਸਾਹਿਬ। ਉਹਦੇ 'ਚ 2 ਬਚਨ ਆਉਂਦੇ ਆ ਕਿਉਂਕਿ ਪੰਥ ਦਾ ਫੈਸਲਾ ਹੈ। ਉਹਦੇ ਵਿੱਚ ਇੱਕ ਬਚਨ ਸਵਾਲ ਹੈ, ਪਰਮਾਤਮਾ ਹੈ? ਤੁਸੀਂ ਜਿਹੜੇ ਜਾਪ ਸਾਹਿਬ ਪੜ੍ਹਦੇ ਉਹਨਾਂ ਨੂੰ ਪਤਾ ਹੋਏਗਾ ਕਿ ਰੱਬ ਹੈ, ਪਰਮਾਤਮਾ ਹੈ। ਅਗਲਾ ਬਚਨ ਉਹਦਾ ਜਵਾਬ ਹੈ। ਅੱਗੇ ਕੀ ਲਿਖਿਆ ਜੀ? ਸਰਬ ਆਤਮ ਹੈ। ਜੋ ਦਿਖਾਈ ਦੇ ਰਿਹਾ ਨਾ ਇਹਦੇ ਵਿੱਚ ਜਿੰਨੇ ਵੀ ਆਤਮਾ ਹੈ ਰੱਬ ਹੀ ਤੇ ਹੈ। ਅਸੀਂ ਕਿਸੇ ਹੋਰ ਰੱਬ ਦੀ ਕਾਲਪਨਿਕ ਰੱਬ ਨੂੰ ਲੱਭ ਰਹੇ ਹਾਂ। ਇਸੇ ਲਈ ਮੁੱਦਤਾਂ ਬੀਤ ਜਾਂਦੀਆਂ ਨੇ ਸਾਡੇ ਅਭਿਆਸ ਕਰਦਿਆਂ ਦੀਆਂ, ਹੋਰ ਤਰ੍ਹਾਂ ਦੇ ਧਰਮ ਦੇ ਨਾਂ 'ਤੇ ਕਰਮ ਕਰਦਿਆਂ ਦੀਆਂ, ਪਰ ਸਾਨੂੰ ਰੱਬ ਨਹੀਂ ਮਿਲਦਾ, ਰੱਬ ਨਹੀਂ ਲੱਭਦਾ, ਕਿਉਂਕਿ ਕਾਲਪਨਿਕ ਰੱਬ ਲੱਭ ਰਹੇ ਆ। ਕਾਲਪਨਿਕ ਰੱਬ ਨਹੀਂ, ਜਿਹੜਾ ਮੌਜੂਦ ਰੱਬ ਹੈ ਉਹਦੇ ਨਾਲ ਜੁੜੀਏ। ਮੌਜੂਦ ਰੱਬ ਤੇ ਘਰ ਦੇ ਵਿੱਚ ਪਾਣੀ ਦੇ ਘੁੱਟ ਨੂੰ ਤਰਸ ਰਿਹਾ ਹੁੰਦਾ ਤੇ ਅਸੀਂ ਬਾਹਰ ਪਤਾ ਨਹੀਂ ਕਿੱਥੇ ਜਾ ਕੇ ਤੇ ਕੀ ਕੁਛ ਦੂਜਿਆਂ ਨੂੰ ਕਹਿੰਦੇ ਵੀ ਸ਼ਾਇਦ ਰੱਬ ਮਿਲ ਜਾਏਗਾ। ਕਿਹੜੇ ਰੱਬ ਦੀ ਤਲਾਸ਼ ਵਿੱਚ? ਘਰ ਵਿੱਚ ਬੱਚੇ ਸਾਡਾ ਰੱਬ ਨੇ, ਮਾਤਾ ਪਿਤਾ ਸਾਡਾ ਰੱਬ ਹੈ, ਪਰਿਵਾਰ ਸਾਡਾ ਰੱਬ ਹੈ, ਆਲਾ ਦੁਆਲਾ ਸਮਾਜ ਸਾਡਾ ਰੱਬ ਹੈ। ਇਹੀ ਤੇ ਰੱਬ ਹੈ, ਇਸੇ ਨੂੰ ਪਾਉਣਾ ਹੈ। ਜਦੋਂ ਇਹਨੂੰ ਪਾ ਲਵਾਂਗੇ ਸਮਝ ਲੈਣਾ ਰੱਬ ਪਾ ਲਿਆ। ਅਸੀਂ ਇਹਨੂੰ ਤੇ ਨਫ਼ਰਤ ਕਰ ਰਹੇ ਹਾਂ, ਇਹਨੂੰ ਤੇ ਆਪਣੇ ਤੋਂ ਥੱਲੇ ਸੁੱਟ ਰਹੇ ਹਾਂ, ਆਪਣੇ ਬਰਾਬਰ ਨੂੰ ਸਮਝਦੇ ਹੀ ਨਹੀਂ, ਦੁਰਕਾਰ ਰਹੇ ਹਾਂ। ਕਾਲਪਨਿਕ ਰੱਬ ਨੂੰ ਲੱਭਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਆ। ਕਈ ਪੁੱਛੋਗੇ ਭਾਈ ਸਾਹਿਬ ਜੀ ਜਦੋਂ ਫਿਰ ਤੁਸੀਂ ਤੇ ਇਸ ਲਾਈਨ ਵਿੱਚ ਹੈਗੇ, ਤੁਹਾਨੂੰ ਪਤਾ ਹੋਣਾ ਵਾ ਜਦੋਂ ਰੱਬ ਦੀ ਪਹਿਲੀ ਝਲਕ ਮਿਲਦੀ ਉਦੋਂ ਭਲਾ ਕੀ ਹੁੰਦਾ? ਤੇ ਮੈਨੂੰ ਬੜਾ ਹਾਸਾ ਆਉਂਦਾ ਵੀ ਝਲਕ ਦਾ ਅਰਥ ਕੀ ਹੋਇਆ? ਝਲਕ ਹੋ ਗਿਆ ਵੀ ਦਿਸਿਆ ਤੇ ਫਿਰ ਗੁਪਤ ਹੋ ਗਿਆ, ਉਹਨੂੰ ਝਲਕ ਕਹਾਂਗੇ ਨਾ। ਇੱਕਦਮ ਆਇਆ ਚਲੇ ਗਿਆ। ਮੈਂ ਫਿਰ ਬੇਨਤੀ ਕਰਾਂ, ਰੱਬ ਉਹ ਹੈ ਜੋ ਰੱਬ ਨੇ ਖੁਦ ਨੂੰ ਬਣਾਇਆ, ਨਿਰਗੁਣ ਤੇ ਸਰਗੁਣ ਥੀਆ।
जो नहीं बनाया उन्हें वो रब नहीं है। आपी ने आप साजिओ, कदे पढ़िए तो सही गुरु की बाणी, आसा दी वार दी पहली पौड़ी है। रब ने ही अपने आप को सिरजिया है। आपी ने आप साजिओ, आपी ने रचिओ नाओ, ते जो उन्हें बनाया है उन्होंने कायम रखने वास्ते दुई कुदरत साजी है। ते कीता की विच आसन डिठो चाओ। परमेश्वर ने अपने आप को सिरजिया है। होर पुछ लैने गुरु जी ने। जपजी साहब तो आप सारे पढ़ते होवांगे। गुरु साहब जी कहते जेता कीता, करो रसना साजी, जेता कीता जो उन्हें कीता है, भाव जो उन्हें बनाया है वह नाम है, वह रूप है। उन्हें अपने आप को बनाया, बिन नाम है ना ही को था। ਉਹਦੇ ਤੋਂ बगैर कोई होर है ही नहीं। गुरु बख्शिश करे आ नुकता समझ आ जाए। अपने बच्चों चों, अपने माता पिता चों, भैन भरा, रिश्तेदार, साख संबंधी, आले दुआले समाज, जिन्नी रचना देख रहे हो, इन्हों पाने की कोशिश कर ली है, समझो रब पा लिया। इन्हों चों रब नूं देखिए। तालू च रब ना देखिए अखां बंद करके भी शायद तालू च कोई पटाका पवेगा। पटाका तो साड़ी सोच में पैना चाहिए। टुट जानी चाहिए वो सोच, जिहड़ी सोच सानू दूजियां दे नालों वखरा कर रही है, दूजियां नालों फर्क महसूस करवा रही सानू। गुरु बख्शिश करे ए रब्बी बाणी किते साडी समझ में आ जाए। गुरु साहब जी बख्शिश करते हैं, कहते हैं जिन्हों सतगुर परचै, सतगुरु दे इस रब्बी ज्ञान कह लो, इस रब्बी विचार कह लो, रब्बी शब्द कह लो, ये यकीन आ गया। परचे का अर्थ कहता पतीजना, यकीन आ जाना, दृढ़ यकीन। कई बार आप कहने कोई गल कहे, आप कहने नहीं मैं तेरी गल नाल पतीजिया नहीं, भाव मैं अजे तेरी गल नाल एग्री नहीं होया, मैनूं यकीन नहीं। तो पतीजन का अर्थ होंदा कि जिहदे ते विश्वास यकीन आ गया भी हाँ 100% जिन्हों असीं एक्सैप्ट कर लिया। गुरु साहब जी कहते सतगुर परचै, जिन्हां ने सतगुरु के इस रब्बी हुक्म के उत्ते यकीन किया है, भाव जिन्हां दा मन पतीज गया, परम पद पाई है। परम का अर्थ होंदा उच्ची, पद का अर्थ है पदवी अवस्था। उन्हां दे जीवन की अवस्था उच्ची हो गई। हुण जीवन की अवस्था उच्ची का अर्थ की हुंदा है? कोई सज्जन मिले ना, ये बड़ी उच्ची अवस्था के मालक है जी, आपां इन्हां दे बराबर नहीं। वो समझते हैं शायद बैठण वास्ते कोई भी उच्चे थां ते बैठण, क्योंकि उच्ची अवस्था के मालक है। नहीं, उच्ची अवस्था का मतलब हुंदा है उन्हां दे जीवन जाच उच्ची हो गई। उन्हां दे बोलां दे विचों कदे भी फिर नफरत नहीं होंदी, ईरखा नहीं होंदी। इत्थे दे जिहड़े 2-2 किलो का सराप देंदे ने, असीं कहने उच्ची अवस्था के मालक है। उन्हां दे बोल ही रस भिन्ने हुंदे ने, उन्हां दी तकनी विच अमृत हुंदा है। हर अमृत भिन्ने उन्हां दे नेत्रां दी तकनी दे विच ही अमृत हुंदा है। एक हिसाब नाल उन्हां दी सोच ही महान हुंदी, उत्तम हुंदी है। माड़ी सोच उन्हां दे अंदर आ ही नहीं सकदी। उच्ची अवस्था का अर्थ की है? उन्हां दी करनी, उन्हां दे बोल, उन्हां दा स्रोत। जे कोई बचकानी जां कोई उहो जी गल करन भी लगे ना, वो रोक देंदे नहीं। आपां इस पासे की गल करिए, ये चीज़ां बहुत थल्ले ने, छड्डो इन्हां चीज़ां। वो कदे अगियानियां दे नाल सांझ ही नहीं रखते। उन्हां दी अवस्था नूं जे समझना होवे ना, आसा दी वार विच जिहड़ियां पौड़ियां होंदियां नाल इयाणे दोस्ती। इयाणे दा अर्थ ये नहीं भी बच्चे की गल है, इयाणे दा अर्थ अनजान अगियानी। कदे ना आवे रास, जे एक अध चंगी करे दूजी भी वेरास। उन्हां दी अवस्था उच्ची हो जाती है, उन्हां दे सोचण दा उच्चा हो जाता है पैमाना। उन्हां दी तकनी, उन्हां दे स्रोत, उन्हां दी करनी, उन्हां दी गलबात का व्यवहार पवित्र हो जाता है। उहदे विच ईरखा, नफरत, मलीनता, इहो जिहियां चीज़ां नहीं रह जांदियां। फिर सतगुर परचै परम पद पाइयै,
ਸਾਚੈ ਸ਼ਬਦ ਸਮਾਏ ਲੀਆ। ਇੰਜ ਸਮਝ ਲਓ ਕਿ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਨੇ ਉਹਨਾਂ ਨੂੰ ਸ਼ਬਦ ਦੇ ਨਾਲ ਜੋੜ ਕੇ ਆਪਣੇ ਵਿੱਚ ਸਮਾ ਲਿਆ ਹੈ। ਉਹ ਰੱਬ ਦੀ ਗੋਦ ਵਿੱਚ ਨੇ, ਉਹ ਰੱਬ ਦੀ ਗੋਦ ਵਿੱਚ ਨੇ। ਉਹ ਜਿਨ੍ਹਾਂ ਨੂੰ ਇਸ ਰੱਬੀ ਬਾਣੀ ਦੇ ਉੱਤੇ ਯਕੀਨ ਬਣ ਗਿਆ, ਉਹ ਰੱਬ ਦੀ ਗੋਦ ਵਿੱਚ ਹੈ। ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਚੁੱਕੇ ਨੇ, ਸਮਾ ਗਏ ਨੇ ਪਰਮਾਤਮਾ ਵਿੱਚ। ਗੁਰੂ ਬਖਸ਼ਿਸ਼ ਕਰੇ। ਗੁਰੂ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਏਕੇ ਕਉ ਸੱਚ ਏਕਾ ਜਾਣੈ। ਉਹ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਹੀ ਸਦਾ ਥਿਰ ਰਹਿਣ ਵਾਲਾ ਮੰਨਦੇ ਨੇ, ਨਾਲ ਨਿਭਣ ਵਾਲਾ ਕੇਵਲ ਪਰਮਾਤਮਾ ਨੂੰ ਮੰਨਦੇ ਨੇ, ਕਿਸੇ ਹੋਰ ਨੂੰ ਆਪਣੇ ਨਾਲ ਨਿਭਣ ਵਾਲਾ ਨਹੀਂ ਮੰਨਦੇ। ਉਹਨਾਂ ਨੂੰ ਪਤਾ ਪਦਾਰਥ ਵਰਤਣ ਵਾਸਤੇ, ਇਹ ਸਦਾ ਨਾਲ ਨਹੀਂ ਰਹਿਣੇ, ਇਹ ਵਰਤਣ ਲਈ ਸਾਨੂੰ ਮਿਲੇ ਨੇ। ਵਰਤਣਾ ਖਤਮ ਹੋ ਜਾਣਾ ਹੈ। ਜ਼ਿੰਦਗੀ ਦਾ ਹਰ ਸਵਾਸ ਵਰਤਣ ਲਈ ਤੇ ਮਿਲਿਆ ਸਾਨੂੰ, ਨਾਲ ਨਿਭਣ ਵਾਸਤੇ ਥੋੜ੍ਹੀ ਹੈ। ਹੁਣ ਕੋਈ ਬੰਦਾ ਸਾਹ ਲੈ ਕੇ ਅੰਦਰ ਕਹੇ ਹੁਣ ਮੈਂ ਅੰਦਰਲਾ ਬਾਹਰ ਨਹੀਂ ਜਾਣ ਦੇਣਾ, ਅੰਦਰਲਾ ਸਾਹ ਬਾਹਰ ਨਹੀਂ ਕੱਢਣਾ, ਮੇਰੇ ਨਾਲ ਨਿਭੇ, ਉੱਥੇ ਕੀ ਬੰਦਾ ਜਿਉਂਦਾ ਰਹਿ ਜਾਏਗਾ? ਨਹੀਂ, ਵਰਤਣ ਲਈ ਦਿੱਤਾ, ਵਰਤਣਾ ਹੈ। ਨਾਲ ਨਿਭਣ ਵਾਲਾ ਕੇਵਲ ਤੇ ਕੇਵਲ ਇੱਕ ਹੀ ਹੈ, ਉਹ ਹੈ ਅਕਾਲ ਪੁਰਖ ਪਰਮਾਤਮਾ। ਏਕੇ ਕਉ ਸੱਚ, ਸੱਚ ਦਾ ਅਰਥ ਸਦਾ ਥਿਰ ਰਹਿਣ ਵਾਲਾ, ਜਿਹੜਾ ਕਦੇ ਸਾਥ ਛੱਡਣ ਵਾਲਾ ਨਹੀਂ ਹੈ, ਖਤਮ ਹੋਣ ਵਾਲਾ ਨਹੀਂ। ਏਕੇ ਕਉ ਸੱਚ ਏਕਾ ਜਾਣੈ, ਹਉਮੈ ਦੂਜਾ ਦੂਰ ਕੀਆ। ਕਿਵੇਂ ਪਤਾ ਲੱਗੇ ਕਿ ਇਹਦੀ ਅਵਸਥਾ ਉੱਚੀ ਹੈ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇਹ ਨਿਸ਼ਾਨੀ ਦੱਸ ਰਹੇ ਨੇ। ਕਹਿੰਦੇ ਇੱਕ ਤੇ ਉਹ ਨਾਲ ਨਿਭਣ ਵਾਲਾ ਜੀਵਨ ਦਾ ਸਾਥੀ ਪਰਮਾਤਮਾ ਨੂੰ ਮੰਨਦਾ, ਦੂਜਾ ਹਉਮੈ ਨੂੰ ਜੀਵਨ ਚੋਂ ਬਾਹਰ ਕੱਢ ਦਿੰਦਾ, ਦੂਰ ਕਰ ਦਿੰਦਾ। ਹਉਮੈ ਕੀ ਹੈ? ਹਉਮੈ ਦਾ ਅਰਥ ਇਹ ਨਹੀਂ ਕਿ ਦੂਜਿਆਂ ਨੂੰ ਝੁਕਾਉਣਾ, ਕਿ ਇਕੱਲੀ ਇਹ ਹੀ ਨਹੀਂ ਇਹਦਾ ਅਰਥ। ਹਉਮੈ ਦਾ ਅਰਥ ਹੁੰਦਾ ਹੈ ਕਿ ਆਪਣੇ ਆਪ ਨੂੰ ਇੱਕ ਵੱਖਰੀ ਹਸਤੀ ਮੰਨਣਾ। ਮੈਂ ਹਾਂ, ਵੱਖਰੀ ਹਸਤੀ, ਮੈਂ, ਇਹਨੂੰ ਕਹਿੰਦੇ ਹਉਮੈ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ। ਇੱਕ ਤਾਂ ਹੁੰਦਾ ਕਿਸੇ ਦਾ ਹਿੱਸਾ ਬਣ ਕੇ ਚੱਲਣਾ, ਜਿਵੇਂ ਆਪਾਂ ਸਾਰੇ ਪਰਮਾਤਮਾ ਦਾ ਹਿੱਸਾ ਹਾਂ, ਪਰਮਾਤਮਾ ਦਾ ਅੰਗ ਹਾਂ, ਅਤੇ ਜੇ ਉਹਦਾ ਅੰਗ ਹੈ ਤਾਂ ਉਹਦੇ ਹੁਕਮ ਚੱਲਣਾ ਪਏਗਾ। ਜੇ ਮੇਰੇ ਹੱਥ ਮੇਰਾ ਅੰਗ ਨੇ, ਅਤੇ ਜਿਵੇਂ ਮੈਂ ਹੱਥਾਂ ਨੂੰ ਚਲਾਉਣਾ, ਹੱਥ ਉਸੇ ਤਰ੍ਹਾਂ ਹੀ ਚੱਲਦੇ ਨਾ, ਆਪਣੇ ਆਪ ਤਾਂ ਨਹੀਂ ਫਿਰ ਬਾਹਰੇ ਹੋ ਕੇ ਚੱਲਣਗੇ। ਪੈਰ ਮੇਰੇ ਅੰਗ ਨੇ, ਜਿਹੜੇ ਪਾਸੇ ਨੂੰ ਮੈਂ ਤੁਰਾਂਗਾ ਉੱਧਰ ਹੀ ਤੁਰਨਗੇ, ਆਪਣੇ ਆਪ ਤਾਂ ਨਹੀਂ ਜਾਣਗੇ। ਅੰਗ ਦਾ ਅਰਥ ਹੁੰਦਾ ਹੈ ਕਿ ਜਿਵੇਂ ਫਿਰ ਉਹ ਜਿਹਦਾ ਅਸੀਂ ਅੰਗ ਆ, ਉਹ ਜਿਵੇਂ ਸਾਨੂੰ ਚਲਾਉਂਦਾ ਅਸੀਂ ਉਸ ਤਰ੍ਹਾਂ ਚੱਲਣਾ। ਹੁਣ ਅਸੀਂ ਸਾਰੇ ਪਰਮਾਤਮਾ ਦਾ ਹਿੱਸਾ, ਪਰਮਾਤਮਾ ਦਾ ਅੰਗ ਆ। ਜਿਵੇਂ ਪਰਮਾਤਮਾ ਸਾਨੂੰ ਚਲਾਉਂਦਾ ਹੈ ਫਿਰ ਉਵੇਂ ਹੀ ਚੱਲਣਾ। ਜਿਵੇਂ ਪਰਮਾਤਮਾ ਦਾ ਜੋ ਰੱਬੀ ਹੁਕਮ ਸਾਨੂੰ ਕਹਿ ਰਿਹਾ ਉਹੀ ਉਸੇ ਤਰ੍ਹਾਂ ਚੱਲਣਾ। ਜੇ ਪਰਮਾਤਮਾ ਕਹਿੰਦਾ ਬੋਲੀਏ ਸੱਚ, ਕਿ ਸੱਚ ਬੋਲਣਾ ਹੈ, ਝੂਠ ਨਾ ਬੋਲੀਏ, ਫਿਰ ਉਸੇ ਤਰ੍ਹਾਂ ਚੱਲਣਾ, ਝੂਠ ਨਹੀਂ ਬੋਲਣਾ ਚਾਹੇ ਕੁਛ ਹੋ ਜਾਏ, ਕਿਉਂਕਿ ਅਸੀਂ ਅੰਗ ਹਾਂ ਉਹਦਾ। ਜਿਵੇਂ ਉਹ ਸਾਨੂੰ ਚਲਾਉਂਦਾ, ਜਿਵੇਂ ਜਿਵੇਂ ਉਹਦਾ ਹੁਕਮ ਹੈ, ਜੋ ਹੁਕਮ, ਜਿਸ ਤਰ੍ਹਾਂ ਉਹਦਾ ਹੁਕਮ ਹੁੰਦਾ ਹੈ ਉਸੇ ਤਰ੍ਹਾਂ ਚੱਲਣਾ ਹੁੰਦਾ ਹੈ। ਉਹਨੂੰ ਕਹਿੰਦੇ ਆਪਾਂ ਉਹਦਾ ਹਿੱਸਾ ਬਣ ਕੇ ਚੱਲਣਾ। ਅਤੇ ਜਦੋਂ ਕਿ ਵੱਖਰੀ ਹਸਤੀ ਬਣ ਜਾਂਦੇ ਆ, ਉਹਦੇ ਹੁਕਮ ਤੋਂ ਬਾਹਰ ਹੋ ਕੇ ਆਪਣੀ ਵੱਖਰੀ ਹਸਤੀ ਬਣ ਜਾਂਦੇ, ਵੱਖਰੀ ਹੋਂਦ ਨੂੰ ਲੈ ਕੇ ਬੈਠ ਜਾਂਦੇ ਆ ਕਿ ਮੈਂ ਕੁਛ ਹਾਂ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਿਸ਼ਾਨੀ ਹੈ ਉੱਚੀ ਅਵਸਥਾ ਵਾਲਿਆਂ ਦੀ, ਉਹ ਆਪਣੇ ਅੰਦਰੋਂ ਇਸ ਚੀਜ਼ ਨੂੰ ਦੂਰ ਕਰ ਦਿੰਦੇ ਨੇ। ਉਹ ਤਾਂ ਬੜਾ ਕਲੀਅਰਲੀ ਕਹਿੰਦੇ ਨੇ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ। ਆਪਾਂ ਗੱਡੀਆਂ ਦੇ ਉੱਤੇ ਤੇ ਲਾਈਨ ਬੜੀ ਲਿਖੀ ਹੁੰਦੀ ਪੰਗਤੀ, ਕਿਤੇ ਜੀਵਨ ਦੇ ਵਿੱਚ ਵੀ ਇਹ ਸਾਡੇ ਆ ਗਈ ਹੋਵੇ। ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ, ਮੈਂ ਨਾਹੀਂ ਕਛਹੁ ਨਹੀਂ ਕਿਛ ਆਹੇ ਨਾ ਮੋਰਾ। ਕਿਉਂਕਿ ਉਹ ਵੱਖਰੀ ਹਸਤੀ ਉਹਨਾਂ ਨੇ ਖਤਮ ਕਰ ਦਿੱਤੀ। ਗੁਰੂ ਬਖਸ਼ਿਸ਼ ਕਰ। ਹਉਮੈ ਦੂਜਾ, ਇੱਕ ਤੇ ਹੋ ਗਈ ਆਪਣੀ ਵੱਖਰੀ ਹਸਤੀ। ਦੂਜਾ ਦਾ ਅਰਥ ਹੈ ਕਿ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਦੀ ਹੋਂਦ ਨੂੰ, ਦੂਜੇ ਨੂੰ ਮੁੱਖ ਰੱਖਣਾ। 99% ਲੋਕ ਦੂਜੇ ਨਾਲ ਜੁੜੇ ਹੋਏ ਆ, ਇੱਕ ਪਰਮਾਤਮਾ ਨੂੰ ਛੱਡ ਕੇ ਦੂਜੇ ਨਾਲ, ਚਾਹੇ ਉਹ ਕਿਸੇ ਰੂਪ ਵਿੱਚ ਜੁੜੇ ਹੋਣ।
ਦੂਜੇ ਨਾਲ ਜੁੜੇ, ਦੂਜੇ ਦੇ ਕੋਲ ਹੀ ਜਾਂਦੇ। ਫਿਰ ਪਤਾ ਕੀ ਕਹਿਣਗੇ ਵਿੱਚੋਂ ਜਿਹੜੇ ਹੁੰਦੇ ਨੇ ਉਹਨਾਂ ਦੇ ਜੋੜਨ ਵਾਲੇ ਉਹਨਾਂ ਨਾਲ, ਜਾਂ ਜਿਹੜੇ ਕਈ ਵਾਰ ਉਹ ਆਪ ਵੀ ਫਿਰ ਕਹਿ ਦਿੰਦੇ ਨੇ ਇਹੋ ਜਿਹੇ ਸੋ ਕਾਲਡ ਵਿਅਕਤੀ ਜਿਹੜੇ, ਵੇਖੋ ਜੀ ਵਿਚੋਲਾ ਤੇ ਹੋਣਾ ਚਾਹੀਦਾ, ਵਿਚੋਲੇ ਤੋਂ ਬਗੈਰ ਰਿਸ਼ਤਾ ਕਿਵੇਂ ਜੁੜੂ। ਤੇ ਮੈਂ ਫਿਰ ਸਵਾਲ ਕਰਦਾ ਨਾ ਕਿ ਵਿਚੋਲਾ ਕਿਹਨਾਂ ਵਾਸਤੇ ਹੁੰਦਾ ਹੈ? ਜਿਨ੍ਹਾਂ ਦਾ ਆਪਸ ਵਿੱਚ ਸੰਬੰਧ ਕੋਈ ਨਹੀਂ ਹੈ, ਰਿਲੇਸ਼ਨ ਕੋਈ ਨਹੀਂ ਹੈ, ਉਹਨਾਂ ਲਈ ਵਿਚੋਲਾ ਹੁੰਦਾ ਹੈ ਨਾ। ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਇੱਕ ਬੜਾ ਖੂਬਸੂਰਤ ਰਿਸ਼ਤਾ ਦੱਸਿਆ ਸਾਨੂੰ ਵੀ ਰੱਬ ਨਾਲ ਸਾਡਾ ਕੀ ਰਿਸ਼ਤਾ ਹੈ। ਰੋਜ਼ ਤੁਸੀਂ ਪੜ੍ਹਦੇ ਹੋ, ਹੁਣ ਵੀ ਸਮਾਪਤੀ ਤੁਸੀਂ ਪੜ੍ਹਨਾ ਹੈ, ਤੂੰ ਠਾਕੁਰ, ਕਰੋ ਰਸਨਾ ਸਾਂਝੀ, ਤੂੰ ਠਾਕੁਰ ਤੁਮ ਪਹਿ ਜਿਉ ਪਿੰਡ ਸਭ ਤੇਰੀ, ਅੱਗੇ ਕੀ ਲਿਖਿਆ, ਤੁਮ ਮਾਤ ਪਿਤਾ ਹਮ, ਫਿਰ ਪੜੋ, ਤੁਮ ਮਾਤ ਪਿਤਾ ਹਮ, ਇਹ ਰਿਸ਼ਤਾ ਹੈ ਸਾਡਾ ਰੱਬ ਨਾਲ। ਤੂੰ ਮਾਤਾ ਪਿਤਾ ਪੈਦਾ ਕਰਨ ਵਾਲਾ ਤੇ ਪਾਲਣ ਵਾਲਾ, ਅਸੀਂ ਤੇਰੇ ਬੱਚੇ। ਹੁਣ ਆਪਣੇ ਘਰ ਵੀ ਸਾਡੇ ਬੱਚੇ ਧੀਆਂ ਪੁੱਤ ਹੈਗੇ ਆ, ਕਿ ਸਾਡੇ ਧੀਆਂ ਪੁੱਤ ਵਿੱਚ ਤੇ ਸਾਡੇ 'ਚ ਕੋਈ ਵਿਚੋਲੇ ਦੀ ਲੋੜ ਹੈ? ਮੇਰਾ ਬੱਚਾ ਮੇਰੇ ਗੁਆਂਢੀ ਨੂੰ ਜਾ ਕੇ ਕਵੇ, ਜਾਂ ਮੇਰੇ ਕਿਸੇ ਦੋਸਤ ਨੂੰ ਕਵੇ ਕਿ ਮੈਨੂੰ ਫੀਸ ਦੇ ਪੈਸੇ ਚਾਹੀਦੇ ਆ, ਤੇ ਮੇਰੇ ਡੈਡੀ ਨੂੰ ਕਹੋ ਕਿ ਮੈਨੂੰ ਪੈਸੇ ਦੇਵੇ, ਤੇ ਉਹ ਮੈਨੂੰ ਕਹੇ ਵੀ ਤੇਰੇ ਬੱਚੇ ਨੂੰ ਪੈਸਿਆਂ ਦੀ ਲੋੜ ਹੈ, ਫੀਸ ਦੇਣੀ ਹੈ, ਇਹਨੂੰ ਪੈਸੇ ਦੇ, ਮੇਰੇ ਦਿਲ 'ਤੇ ਕੀ ਗੁਜ਼ਰੇਗੀ? ਮੈਨੂੰ ਖੁਸ਼ੀ ਹੋਊਗੀ ਕਿ ਜਾਂ ਦੁੱਖ ਹੋਏਗਾ, ਠੇਸ ਪਹੁੰਚੇਗੀ? ਮੇਰਾ ਬੱਚਾ ਮੈਨੂੰ ਛੱਡ ਕੇ ਥਰਡ ਪਰਸਨ ਨੂੰ ਕਹਿ ਰਿਹਾ ਮੇਰੇ ਬਾਪ ਨੂੰ ਕਹੋ। ਸੇਮ ਹੀ ਚੀਜ਼ ਹੈ ਜਦੋਂ ਅਸੀਂ ਰੱਬ ਨੂੰ ਛੱਡ ਕੇ ਕਿਸੇ ਤੀਜੇ ਬੰਦੇ ਨੂੰ ਕਹਿੰਦੇ ਹਾਂ, ਤੂੰ ਸਾਡੀ ਰੱਬ ਦੇ ਅੱਗੇ ਅਰਦਾਸ ਕਰ, ਤੂੰ ਸਾਡੀ ਜਿਹੜੀ ਹੈ ਰੱਬ ਦੇ ਅੱਗੇ ਵਿਚੋਲਗੀ ਕਰ। ਪਰਮਾਤਮਾ ਦੇ ਤੇ ਸਾਡੇ ਵਿੱਚ ਵਿਚੋਲੇ ਦੀ ਲੋੜ ਨਹੀਂ ਹੈ। ਪਰਮਾਤਮਾ ਨੇ ਆਪਣੀ ਰੱਬੀ ਜੋਤ ਪਹਿਲਾਂ ਹੀ ਸਾਡੇ ਗੁਰੂ ਰੂਪ ਦੇ ਵਿੱਚ ਸਾਨੂੰ ਦਿੱਤੀ ਹੋਈ ਹੈ। ਤੂੰ ਸਾਂਝ ਮੇਰੇ ਨਾਲ ਬਣਾਉਣੀ ਹੈ ਤੇ ਸ਼ਬਦ ਪੜ੍ਹ, ਇਹ ਬਾਣੀ ਵਿਚੋਲਾ ਹੀ ਤਾਂ ਹੈ ਇੱਕ ਹਿਸਾਬ ਨਾਲ। ਗੁਰੂ ਬਖਸ਼ਿਸ਼ ਕਰੇ ਕਿਤੇ ਅੱਖਾਂ ਖੁੱਲ੍ਹ ਜਾਣ ਸਾਡੀਆਂ। ਲੁੱਟ ਲੁੱਟ ਕੇ ਸਾਨੂੰ ਖਾ ਲਿਆ ਇਹਨਾਂ ਵਿਚੋਲਿਆਂ ਨੇ। ਨਹੀਂ ਜੀ, ਵੇਖੋ ਜੀ, ਇਹਨਾਂ ਦੀ ਰੱਬ ਨਾਲ ਸਿੱਧੀ ਗੱਲ ਹੁੰਦੀ ਹੈ। ਵੀ ਕਿਹੜੇ ਰੱਬ ਨਾਲ ਹੁੰਦੀ ਹੈ? ਉਹ ਰੱਬ ਹੈ ਕਿੱਥੇ? ਰੱਬ ਤੇ ਉਹੀ ਹੈ ਜੋ ਰੱਬ ਨੇ ਬਣਾਇਆ ਹੈ। ਉਹਨੂੰ ਤੇ ਆਪਣੇ ਬਰਾਬਰ ਮੰਜੇ ਤੇ ਨਹੀਂ ਬਹਿਣ ਦਿੰਦੇ ਲੋਕ, ਆਪ ਉੱਪਰ ਬੈਠੇ ਹੁੰਦੇ, ਉਹਨਾਂ ਨੂੰ ਦਰੀ ਤੇ ਬਿਠਾਇਆ ਹੁੰਦਾ ਇਹਨਾਂ ਨੇ। ਗੁਰੂ ਬਖਸ਼ਿਸ਼ ਕਰੇ। ਰੱਬ ਦੇ ਨਾਂ ਤੇ ਜਿੰਨਾ ਫਰੌਡ ਕੀਤਾ ਗਿਆ ਦੁਨੀਆ ਦੇ ਵਿੱਚ, ਰੱਬ ਦੇ ਨਾਂ ਤੇ ਜਿੰਨਾ ਜ਼ੁਲਮ ਕੀਤਾ ਗਿਆ। 1984 ਦੇ ਵਿੱਚ ਨਾ ਦਿੱਲੀ ਦੇ ਵਿੱਚ, ਕਿਉਂਕਿ ਮੈਂ ਦਿੱਲੀ 'ਚ ਰਿਹਾ ਵਾਂ ਕਾਫੀ ਸਮਾਂ, ਉੱਥੇ ਤਿਲਕ ਵਿਹਾਰ, ਮੰਗੋਲਪੁਰੀ, ਸੁਲਤਾਨਪੁਰੀ ਜਾਂ ਸ਼ਾਹਦਰਾ ਏਰੀਆ ਜਿੰਨਾ ਵੀ ਹੈ, ਇਹ ਸਾਰੇ ਮੈਂ ਬਹੁਤ ਵਿਚਰਿਆ, ਜਿੱਥੇ 1984 ਦੇ ਵਿੱਚ ਘਾਣ ਹੋਇਆ ਸੀ, ਸਿੱਖ ਕਤਲੇਆਮ ਹੋਈ ਸੀ। ਤੇ ਉਦੋਂ ਜਿਨ੍ਹਾਂ ਦੇ ਪਰਿਵਾਰ ਦੇ ਜੀਆਂ ਨੂੰ ਜਿਉਂਦਿਆਂ ਸਾੜਿਆ ਗਿਆ ਸੀ ਨਾ ਅੱਗ ਲਾ ਕੇ, ਉਹ ਜਦੋਂ ਉਸ ਸਮੇਂ ਦਾ ਸੀਨ ਦੱਸਦੇ ਨਾ, ਅੱਜ ਵੀ ਤੜਫ ਅੰਦਰਾਂ ਕੰਬ ਜਾਂਦਾ ਵੀ ਕਿਸ ਤਰ੍ਹਾਂ ਕੀ ਕੁਛ ਗੁਜ਼ਰੀ ਹੋਵੇਗੀ। ਗੁਰੂ ਤੇਗ ਬਹਾਦਰ, ਵਾਹਿਗੁਰੂ, ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀਆਂ ਤਵੀਆਂ ਤੇ ਜਿਉਂਦਿਆਂ ਬਿਠਾਇਆ ਗਿਆ, ਉਬਲਦੀ ਦੇਗ 'ਚੋਂ ਬਾਲਿਆ ਗਿਆ, ਅੰਦਰ ਹਿੱਲ ਜਾਂਦਾ। ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ ਦਾ ਜਦੋਂ ਇਤਿਹਾਸ ਪੜ੍ਹੀਦਾ ਨਾ, ਕਿਵੇਂ ਰੂੰ ਲਪੇਟ ਕੇ ਤੇ ਜਿਉਂਦਿਆਂ ਅੱਗ ਲਾਈ ਗਈ, ਅੰਦਰ ਹਿੱਲ ਜਾਂਦਾ ਹੈ। ਇੰਨਾ ਜ਼ੁਲਮ ਧਰਮੀ ਪੁਰਸ਼ਾਂ ਦੇ ਉੱਤੇ, ਇੰਨਾ ਜ਼ੁਲਮ। ਇੱਕ ਨਹੀਂ, 10 ਨਹੀਂ, 100 ਨਹੀਂ, ਲੱਖ ਨਹੀਂ, ਅਣਗਿਣਤੀ ਸੁਰਤ 'ਚ ਲੈ ਕੇ ਆਓ ਧੀਆਂ ਦੇ ਉੱਪਰ ਜਿਉਂਦੀਆਂ ਸਾੜੀਆਂ ਧਰਮ ਦੇ ਨਾਂ ਦੇ ਉੱਤੇ। ਜਦੋਂ ਉਹਨਾਂ ਦੇ ਪਤੀ ਖਤਮ ਹੋ ਜਾਂਦੇ ਸਨ, ਸਤੀ ਪ੍ਰਥਾ ਦਾ ਨਾਂ ਦੇ ਕੇ ਜਿਉਂਦਿਆਂ ਨੂੰ ਚਿਖਾ ਤੇ ਬਿਠਾ ਦਿੱਤਾ ਜਾਂਦਾ ਸੀ। ਐਸਾ ਕੋਈ ਪਦਾਰਥ ਪਿਆ ਦੇਣਾ ਕਿ ਬੇਹੋਸ਼ ਹੋ ਜਾਣ ਤਾਂ ਕਿ ਇਹ ਉੱਠ ਕੇ ਦੌੜ ਨਾ ਸਕਣ। ਜਦੋਂ ਅੱਗ ਦੀਆਂ ਲਾਟਾਂ ਨਿਕਲਦੀਆਂ ਹੋਣਗੀਆਂ, ਜਿਉਂਦੇ ਜਿਸਮ ਭੁੱਜਦੇ ਹੋਣਗੇ ਉਸ ਅੱਗ ਦੇ ਉੱਤੇ, ਕੀ ਕੁਛ ਹਾਲਾਤ ਉਦੋਂ ਵਰਤਦੇ ਹੋਣਗੇ, ਕਿਵੇਂ ਦੀ ਉਹ ਤੜਪ ਹੋਵੇਗੀ, ਦਰਦ ਪੀੜਾ ਹੋਵੇਗੀ, ਸ਼ਾਇਦ ਅਸੀਂ ਕਦੇ ਮਹਿਸੂਸ ਨਹੀਂ ਕਰ ਸਕਦੇ। ਸਾਡੇ ਤਾਂ ਰੋਟੀ ਕਿਤੇ ਗਰਮ ਗਰਮ ਮਿਲ ਜੇ ਨਾ, ਤੇ ਉਹ ਰੋਟੀ ਫੁੱਲੀ ਹੁੰਦੀ ਹੈ, ਉਹਦੇ ਵਿੱਚ ਹਵਾ ਹੁੰਦੀ ਹੈ, ਤੇ ਥੋੜ੍ਹੀ ਜਿਹੀ ਕਿਤੇ ਉਂਗਲ ਮਾਰੀਏ ਤੇ ਇਹ ਸੇਕ ਪੈਂਦਾ, ਤੇ ਉੱਥੇ ਥਾਂ ਲਾਲ ਹੋ ਜਾਂਦਾ ਹੈ ਹੱਥ ਦਾ ਹੀ। ਗਰਮ ਗਰਮ ਪਤੀਲਾ ਕਿਤੇ ਚੁੱਲ੍ਹੇ ਤੋਂ ਲਾਉਣਾ ਹੋਵੇ ਦੁੱਧ ਦਾ, ਹੱਥੋਂ ਛੁੱਟ ਜਾਂਦਾ ਹੈ ਸੇਕ ਦੇ ਨਾਲ। ਤੇ ਜਿਨ੍ਹਾਂ ਦੇ ਜਿਸਮ ਜਿਉਂਦੇ ਇਸ ਤਰ੍ਹਾਂ ਝੁਲਸੇ ਹੋਣਗੇ ਅੱਗ ਦੇ ਨਾਲ,
ਗੁਰੂ ਰਹਿਮਤ ਕਰੇ। ਧਰਮ ਦੇ ਨਾਂ ਤੇ ਇਹਨਾਂ ਸੋ ਕਾਲਡ ਲੋਕਾਂ ਨੇ ਧਰਮ ਦੇ ਨਾਂ ਤੇ ਇਹੋ ਜਿਹਾ ਹਨੇਰਗਰਦੀ ਮਚਾਈ। ਗੁਰੂ ਸਾਹਿਬ ਜੀ ਨੇ ਰੱਬੀ ਬਾਣੀ ਵਿੱਚ ਇਹੀ ਚੀਜ਼ਾਂ ਸਾਡੇ ਸਾਹਮਣੇ ਲਿਆਂਦੀਆਂ। ਭਲੇ ਉਹ ਰੱਬ ਦੇ ਨਾਮ ਦੇ ਉੱਤੇ, ਧਰਮ ਦੇ ਨਾਮ ਦੇ ਉੱਤੇ ਐਵੇਂ ਨਾ ਹੋਰ ਭਟਕਣਾ ਵਿੱਚ ਭਟਕਦੇ ਫਿਰੋ। ਐਵੇਂ ਨਾ ਪਰਿਵਾਰ ਜਿਹੜੇ ਨੇ ਪਿੱਛੇ ਹੋ ਸਕਦਾ ਕਿ ਮਾਂ ਪਾਣੀ ਨੂੰ ਤਰਸਦੀ ਹੋਵੇ, ਰੋਟੀ ਨੂੰ ਤਰਸਦੀ ਹੋਵੇ, ਤੁਸੀਂ ਪਹਾੜਾਂ 'ਚ ਬੈਠ ਕੇ ਕਹੋ ਜੀ ਅਸੀਂ ਤਾਂ ਰੱਬ ਦਾ ਨਾਂ ਲੈ ਰਹੇ ਹਾਂ, ਪਰਿਵਾਰ ਛੱਡ ਦਿੱਤੇ ਨੇ। ਨਹੀਂ, ਜੋ ਰੱਬ ਨੇ ਬਣਾਇਆ ਉਹ ਰੱਬ ਦਾ ਰੂਪ ਹੈ। ਅਤੇ ਜਿਹੜੇ ਮਾਂ ਪਿਓ ਧੀ ਪੁੱਤ ਸਾਰਾ ਸਮਾਜ ਪਤੀ ਪਤਨੀ ਜੋ ਵੀ ਹੈ ਇਹ ਸਾਰਾ ਹੀ ਰੱਬ ਹੈ, ਰੱਬ ਦਾ ਰੂਪ ਹੈ। ਗੁਰੂ ਸਾਹਿਬ ਜੀ ਨੂੰ ਪੁੱਛ ਲੈਂਦੇ ਬਾਣੀ 'ਚ। ਗੁਰੂ ਸਾਹਿਬ ਜੀ ਕਹਿੰਦੇ ਬਿਰਧ ਭਇਆ ਉੱਪਰ ਸਾਕ ਸੈਨ, ਇਹ ਰੱਬ ਨੇ ਬਣਾਇਆ। ਬਜ਼ੁਰਗ ਹੋ ਗਿਆ, ਔਲਾਦ ਦਿੱਤੀ ਹੈ, ਕਾਹਦੇ ਲਈ? ਮੁਖ ਅਪਿਆਓ ਬੈਠ ਕੋ ਦੈਨ। ਬਜ਼ੁਰਗ ਹੋ ਗਿਆ, ਔਲਾਦ ਬਖਸ਼ੀ ਹੈ, ਜੇ ਤੂੰ ਬੈਠਾ ਹੈ ਤੈਨੂੰ ਬੈਠੇ ਨੂੰ ਉਹ ਭੋਜਨ ਦੇਣ ਤਾਂ ਕਿ ਤੇਰਾ ਬੁਢੇਪਾ ਤੂੰ ਰੁਲ ਨਾ ਜਾਵੇ। ਅਤੇ ਜਿਹੜੇ ਫਿਰ ਮਾਂ ਪਿਓ ਨੂੰ ਛੱਡ ਕੇ ਪਹਾੜਾਂ ਦੇ ਵਿੱਚ ਚਲੇ ਜਾਂਦੇ, ਜੰਗਲਾਂ 'ਚ ਚਲੇ ਜਾਂਦੇ ਨੇ, ਫਿਰ ਉਸ ਰੱਬੀ ਹੁਕਮ ਤੋਂ ਬਾਹਰ ਹੋ ਗਏ ਨਾ ਉਹ ਲੋਕ। ਰੱਬੀ ਹੁਕਮ ਦੇ ਵਿੱਚ ਤੇ ਨਾ ਰਹੇ। ਅਸੀਂ ਤੇ ਅੱਜ ਤੱਕ ਅਸਲ ਦੇ ਵਿੱਚ ਸਮਝਿਆ ਹੀ ਉਹਨਾਂ ਨੂੰ ਆ ਕਿ ਉਹ ਉੱਚੀ ਅਵਸਥਾ ਦੇ ਮਾਲਕ ਜਿਹੜੇ ਰੱਬ ਦੇ ਹੁਕਮ ਦਾ ਵਿਰੋਧ ਹੀ ਕਰਦੇ ਰਹੇ। ਰੱਬ ਧੀ ਦੀ ਦਾਤ ਦੇ ਰਿਹਾ, ਬਸ ਜੀ ਤੁਸੀਂ ਬਾਬਾ ਜੀ ਅਰਦਾਸ ਕਰਦੇ ਆ ਪੁੱਤਰ ਹੋ ਜਾਏਗਾ, ਜਦੋਂ ਰੱਬ ਦੇ ਹੁਕਮ ਦੇ ਖਿਲਾਫ ਗਏ। ਉਹੋ ਜਿਹੀਆਂ ਸਾਖੀਆਂ ਵੀ ਸਾਨੂੰ ਬਣਾ ਕੇ ਲਿਖ ਕੇ ਸੁਣਾ ਦਿੱਤੀਆਂ ਕਿ ਫਲਾਣੀ ਮਾਈ ਸੀ, ਉਹਨੇ ਕਿਹਾ ਕਿ ਮਹਾਰਾਜ ਮੇਰੇ ਘਰ ਔਲਾਦ ਨਹੀਂ ਹੈ, ਪੁੱਤਰ ਨਹੀਂ ਹੈ। ਉਹਨਾਂ ਕਿਹਾ ਬਸ ਰੱਬ ਦਾ ਹੁਕਮ ਨਹੀਂ ਹੈ। ਕਹਿਣ ਲੱਗੀ ਚਲੋ ਹੁਣ ਤੁਸੀਂ ਕਿਰਪਾ ਕਰ ਦਿਓ। ਗੁਰੂ ਸਾਹਿਬਾਨਾਂ ਦੇ ਨਾਂ 'ਤੇ ਵੀ ਇਸ ਲਈ ਬਣਾ ਦਿੱਤੀਆਂ ਕਿ ਬੋਲਣ ਜੋਗੇ ਨਾ ਰਹਿਣ, ਵੀ ਗੁਰੂ ਸਾਹਿਬਾਨ ਦੇ ਬਾਰੇ ਤਾਂ ਨਾ ਆਪਾਂ ਹੁਣ ਬੋਲੀਏ, ਕਿਤੇ ਸਾਡੀਆਂ ਅੱਖਾਂ ਖੁੱਲ੍ਹਣ। ਗੁਰੂ ਸਾਹਿਬਾਂ ਨੇ ਜੋ ਇਹ ਰੱਬੀ ਹੁਕਮ ਸਾਨੂੰ ਦੱਸਿਆ ਨਾ, ਸੱਚ ਇਹ ਹੈ। ਸਭ ਸੇ ਉੱਪਰ ਗੁਰ ਸ਼ਬਦ ਵਿਚਾਰ, ਇਸੇ ਲਈ ਕਹੀ ਹੋਰ ਕਥਨੀ ਵਧੋ ਨਾ ਸਗਲੀ ਸ਼ਾਰ। ਇਸ ਤੋਂ ਇਲਾਵਾ ਬਾਕੀ ਜੋ ਵੀ ਹੈ ਉਹ ਸਭ ਕੀ ਹੈ? ਇਸ ਤਰ੍ਹਾਂ ਸਮਝਣਾ ਜਿਵੇਂ ਲੱਸੀ ਹੈ ਵਿੱਚ ਮੱਖਣ ਨਹੀਂ ਹੈਗਾ, ਤੱਤ ਨਹੀਂ ਹੈਗਾ, ਲੱਸੀ ਹੈ ਬਾਕੀ ਸਭ। ਹਉਮੈ ਦੂਜਾ, ਦੂਜਾ ਦਾ ਅਰਥ ਹੈ ਹਰੇਕ ਦੂਜਾ, ਚਾਹੇ ਕੋਈ ਵਿਅਕਤੀ ਹੈ ਚਾਹੇ ਕੁਛ ਵੀ ਹੈ। ਮੈਂ ਇੱਕ ਹੋਰ ਨੁਕਤਾ ਸਾਂਝਾ ਕਰ ਲਵਾਂ। ਜੇ ਕੋਈ ਬੰਦਾ ਕਹਿੰਦਾ ਨਾ ਮੈਂ 24 ਘੰਟਿਆਂ ਵਿੱਚ 22 ਘੰਟੇ ਰੱਬ ਦਾ ਨਾਂ ਲੈਣਾ, ਜਿੰਨਾ ਮਹਾਨ ਉਹ ਹੈ ਨਾ ਓਨਾ ਮਹਾਨ ਆਪਾਂ ਵੀ ਆ। ਕਿਉਂ? ਕਿਉਂਕਿ ਰੱਬ ਨੇ ਸਾਰੇ ਮਹਾਨ ਬਣਾਏ ਆ। ਰੱਬ ਨੇ ਨਹੀਂ ਫਰਕ ਸਮਝਿਆ। ਹਾਂ, ਸਾਡੀ ਕਰਨੀ, ਉਹਦੀ ਕਰਨੀ ਮਹਾਨ ਹੋ ਸਕਦੀ, ਸਾਡੀ ਕਰਨੀ ਜਿਹੜੀ ਉਹਦੇ ਤੋਂ ਘੱਟ ਹੋ ਸਕਦੀ ਹੈ, ਪਰ ਅਸੀਂ ਉਨੇ ਹੀ ਅਹਿਮ ਹੈ ਜਿੰਨਾ ਉਹ ਅਹਿਮ ਹੈ। ਇੱਕ ਮਾਤਾ ਪਿਤਾ ਦੇ 2 ਬੱਚੇ ਨੇ, ਇੱਕ ਲਾਇਕ ਇੱਕ ਨਲਾਇਕ। ਮਾਤਾ ਪਿਤਾ ਦੀ ਪ੍ਰੋਪਰਟੀ ਦਾ ਹਿੱਸਾ ਦੋਵਾਂ ਨੂੰ ਬਰਾਬਰ ਹੀ ਮਿਲਦਾ ਹੈ ਨਾ। ਲਾਇਕ ਆ ਉਹ ਸੰਭਾਲ ਲੇਗਾ, ਨਲਾਇਕ ਆ ਉਹ ਗਵਾ ਦੇਗਾ। ਪਰ ਮਾਤਾ ਪਿਤਾ ਵੱਲੋਂ ਤਾਂ ਵਿਤਕਰਾ ਕੋਈ ਨਹੀਂ ਨਾ, ਰੱਬ ਵੱਲੋਂ ਵੀ ਕੋਈ ਵਿਤਕਰਾ ਨਹੀਂ ਹੈ। ਜਿਹੜਾ 22 ਘੰਟੇ ਨਾਂ ਲੈਂਦਾ, ਰੱਬ ਜੇ ਉਹਨੂੰ ਹਵਾ ਦੇ ਰਿਹਾ ਸਾਹ ਲੈਣ ਲਈ, ਤੇ ਜਿਹੜਾ ਰੱਬ ਦੀ ਹੋਂਦ ਤੋਂ ਮੁੜ ਕੋਈ ਨਾਸਤਕ ਹੈ, ਰੱਬ ਉਹਨੂੰ ਵੀ ਹਵਾ ਬਰਾਬਰ ਹੀ ਦੇ ਰਿਹਾ ਸਾਹ ਲੈਣ ਵਾਸਤੇ। ਇਹ ਤੇ ਨਾ ਰੱਬ ਕਹਿੰਦਾ ਤੂੰ ਨਾਸਤਕ ਹੈ, ਤੈਨੂੰ ਹਵਾ ਨਹੀਂ ਦੇਣੀ, ਤੈਨੂੰ ਸਾਹ ਵਾਸਤੇ ਹਵਾ ਨਹੀਂ ਮੈਂ ਦੇਣੀ। ਰੱਬ ਜਿੰਨਾ ਸੂਰਜ ਦੀ ਐਨਰਜੀ ਰੋਸ਼ਨੀ ਭਗਤ ਨੂੰ ਦੇ ਰਿਹਾ ਹੈ, ਪਾਪੀ ਨੂੰ ਵੀ ਬਰਾਬਰ ਦੇ ਰਿਹਾ ਹੈ, ਕਿਉਂਕਿ ਪਰਮਾਤਮਾ ਵੱਲੋਂ ਵਿਤਕਰਾ ਨਹੀਂ ਹੈ। ਪਰਮਾਤਮਾ ਦੀ ਨਜ਼ਰ ਵਿੱਚ ਕੋਈ ਊਚ ਨੀਚ ਨਹੀਂ ਹੈ, ਸਾਡੀ ਕਰਨੀ ਦੇ ਵਿੱਚ ਫਰਕ ਹੈ। ਜੇ ਕਰਨੀ ਮਹਾਨ ਹੈ, ਜੋ ਰੱਬ ਦੇ ਰਿਹਾ ਹੈ ਉਹਨੂੰ ਸਹੀ ਤਰੀਕੇ ਨਾਲ ਉਹਦੇ 'ਚੋਂ ਅਸੀਂ ਆਨੰਦ ਲਵਾਂਗੇ, ਖੁਸ਼ੀਆਂ ਲਵਾਂਗੇ। ਜੇ ਕਰਨੀ ਸਾਡੀ ਮਾੜੀ ਹੈ, ਜੋ ਰੱਬ ਦੇ ਵੱਲੋਂ ਮਿਲ ਰਿਹਾ ਹੈ ਉਹਦੇ ਵਿੱਚ ਰਹਿੰਦਿਆਂ ਵੀ ਦੁਖੀ ਹੀ ਰਵਾਂਗੇ। ਕਈਆਂ ਕੋਲ ਬਹੁਤ ਕੁਛ ਹੁੰਦਾ ਹੈ ਫਿਰ ਵੀ ਦੁਖੀ ਨੇ, ਸਕੂਨ ਨਹੀਂ ਹੈ। ਕਈ ਐਸੇ ਸੱਜਣ ਮਿਲਦੇ ਨੇ, ਭਾਈ ਸਾਹਿਬ ਪਤਾ ਨਹੀਂ ਕੀ ਗੱਲ ਹੈ, ਚਿੱਤ ਨਹੀਂ ਲੱਗਦਾ, ਜੀ ਕਰਦਾ ਕਿਤੇ ਦੂਰ ਦੌੜ ਜਾਈਏ, ਜੇ ਕਿਤੇ ਹੋਰ ਜਾਣਗੇ ਥੋੜ੍ਹੇ ਦਿਨਾਂ ਬਾਅਦ ਉੱਥੋਂ ਵੀ ਕਿਤੇ ਹੋਰ ਚਲੇ ਜਾਈਏ। ਕਿਉਂ? ਮਨ ਉਚਾਟ ਹੈ,
ਟਿਕਾ ਨਹੀਂ ਹੈ, ਰਸ ਨਹੀਂ ਹੈ। ਕਿੰਨਾ ਚੰਗਾ ਕੁਛ ਤੁਹਾਡੇ ਸਾਹਮਣੇ ਪਿਆ ਕਈ ਵਾਰ ਚੰਗਾ ਹੀ ਨਹੀਂ ਲੱਗਦਾ। ਕਿਉਂ? ਉਹਦਾ ਰੀਜ਼ਨ ਇਹੀ ਹੈ, ਕਿਤੇ ਨਾ ਕਿਤੇ ਸਾਡੀ ਕਰਨੀ ਵਿੱਚ ਜਾਂ ਸਾਡੀ ਸੋਚ ਵਿੱਚ ਕਿਤੇ ਨਾ ਕਿਤੇ ਕੁਛ ਫਰਕ ਪਿਆ। ਅਸੀਂ ਉਹਨੂੰ ਸੁਧਾਰਨਾ ਹੈ, ਤੇ ਸੁਧਾਰਨਾ ਕਿਵੇਂ ਹੈ? ਉਹਦੇ ਲਈ ਬਾਣੀ ਹੈ, ਗੁਰਬਾਣੀ ਦੇ ਮੁਤਾਬਕ ਉਹਨੂੰ ਸਹੀ ਕਰਨਾ ਜਿੱਥੇ ਕਿਤੇ ਫਰਕ ਲੱਗਦਾ ਹੈ। ਇਹਨੂੰ ਇੰਝ ਸਮਝ ਲਓ। ਇਸ ਲਈ ਬਾਣੀ 'ਚ ਇੱਕ ਬਚਨ ਆਉਂਦਾ ਹੈ, ਸ਼ਾਮ ਨੂੰ ਅਕਸਰ ਆਪਾਂ ਪੜ੍ਹਦੇ ਹਾਂ, ਦੁੱਖ ਦਾਰੂ ਸੁੱਖ ਰੋਗ ਭਇਆ। ਦੁੱਖ ਨੂੰ ਦਾਰੂ ਕਿਉਂ ਕਿਹਾ? ਦੁੱਖ ਹੈ ਕੀ ਅਸਲ ਵਿੱਚ? ਗੱਡੀ ਤੇ ਜਾ ਰਹੇ, ਟਾਇਰ ਪੈਂਚਰ ਹੋ ਗਿਆ। ਹੋਇਆ ਕਿ ਗੱਡੀ ਦਾ ਬੈਲੈਂਸ ਵਿਗੜ ਗਿਆ। ਬੜੀ ਸੋਹਣੀ ਜ਼ਿੰਦਗੀ ਜੀ ਰਹੇ ਹਾਂ, ਜ਼ਿੰਦਗੀ ਦੇ ਵਿੱਚ ਉਤਰਾਅ ਚੜ੍ਹਾਅ ਆ ਗਿਆ, ਬੈਲੈਂਸ ਵਿਗੜ ਗਿਆ। ਇਹ ਕੀ ਹੈ? ਦੁੱਖ ਹੈ। ਕੋਈ ਪ੍ਰੋਬਲਮ ਆ ਗਈ, ਚਾਹੇ ਬੱਚਿਆਂ ਵੱਲੋਂ, ਚਾਹੇ ਸਰੀਰ ਵੱਲੋਂ, ਚਾਹੇ ਪਰਿਵਾਰ ਦੇ ਜੀਆਂ ਵੱਲੋਂ, ਚਾਹੇ ਸਮਾਜ ਵੱਲੋਂ, ਕਿਸੇ ਪਾਸਿਓਂ ਵੀ ਕੋਈ ਪ੍ਰੋਬਲਮ ਆ ਗਈ। ਹੁਣ ਜਦੋਂ ਟਾਇਰ ਪੈਂਚਰ ਹੋ ਗਿਆ, ਗੱਡੀ ਦਾ ਬੈਲੈਂਸ ਵਿਗੜ ਗਿਆ, ਹਿੱਲਣ ਲੱਗ ਪਈ, ਉਹਦਾ ਅਰਥ ਕੀ ਹੁੰਦਾ ਹੈ? ਉਹ ਗੱਡੀ ਸਾਨੂੰ ਇੱਕ ਮੈਸੇਜ ਦੇ ਰਹੀ ਹੈ, ਤੂੰ ਮੇਰੇ ਤੇ ਸਫ਼ਰ ਤੇ ਕਰ ਰਿਹਾ ਹੈ ਮੰਜ਼ਿਲ ਤੇ ਜਾਣ ਲਈ, ਪਰ ਇੱਥੇ ਨੁਕਸ ਪੈ ਗਿਆ ਮੇਰੇ ਵਿੱਚ। ਗੱਡੀ ਰੋਕ, ਉਹਦੀ ਰਿਪੇਅਰ ਕਰ। ਪੈਂਚਰ ਠੀਕ ਕੀਤਾ, ਗੱਡੀ ਫਿਰ ਅੱਗੇ ਸਫ਼ਰ ਵਾਸਤੇ ਲੈ ਤੁਰ। ਸੇਮ ਹੀ ਹੈ, ਜਦੋਂ ਜੀਵਨ ਵਿੱਚ ਕੋਈ ਪ੍ਰੋਬਲਮ ਆਵੇ, ਕਿਸੇ ਵੀ ਤਰ੍ਹਾਂ ਦੀ ਹੋਵੇ, ਚਾਹੇ ਘਰੇਲੂ ਹੈ, ਚਾਹੇ ਸਰੀਰਕ ਹੈ, ਚਾਹੇ ਸੰਸਾਰਕ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਗਈ ਹੈ, ਕੋਈ ਪਰੇਸ਼ਾਨੀ ਆ ਗਈ ਹੈ, ਕੋਈ ਦੁੱਖ ਆ ਗਿਆ ਹੈ, ਇਹਦਾ ਮਤਲਬ ਸਾਡੇ ਜੀਵਨ ਦੀ ਕਰਨੀ ਵਿੱਚ ਕਿਤੇ ਨਾ ਕਿਤੇ ਕੋਈ ਪੈਂਚਰ ਹੈ, ਕੋਈ ਨਾ ਕੋਈ ਚੀਜ਼ ਗੜਬੜ ਹੋ ਗਈ ਹੈ। ਉੱਥੇ ਕੀ ਕਰਨਾ ਹੈ? ਉੱਥੇ ਦੇਖਣਾ ਹੈ ਆਪਣੀ ਕਰਨੀ ਨੂੰ, ਉਧਰੋਂ ਦੇਖਣਾ ਕਿ ਗੁਰੂ ਦਾ ਹੁਕਮ ਕੀ ਹੈ, ਕੀ ਉਹਦੇ ਮੁਤਾਬਕ ਇਹ ਸਹੀ ਹੈ? ਜੇ ਸਹੀ ਹੈ ਠੀਕ ਹੈ, ਜੇ ਨਹੀਂ ਸਹੀ ਉਹਨੂੰ ਸਹੀ ਕਰ ਲਈਏ, ਪਹਿਲਾਂ ਨਾਲੋਂ ਵੀ ਖੁਸ਼ਹਾਲ ਜ਼ਿੰਦਗੀ ਹੋ ਜਾਏਗੀ। ਗੁਰੂ ਸਾਹਿਬ ਜੀ ਇਹੀ ਬਖਸ਼ਿਸ਼ ਕਰਦੇ, ਜਿਨ੍ਹਾਂ ਦੀ ਉੱਚੀ ਅਵਸਥਾ ਹੈ ਉਹਨਾਂ ਦੀ ਨਿਸ਼ਾਨੀ ਕੀ ਹੈ? ਇੱਕ ਤੇ ਉਹ ਆਪਣੇ ਆਪ ਨੂੰ ਰੱਬ ਦਾ ਅੰਗ ਸਮਝ ਕੇ ਜ਼ਿੰਦਗੀ ਜਿਉਂਦੇ ਆ। ਮੈਂ ਰੱਬ ਦਾ ਅੰਗ ਹਾਂ, ਤੇ ਜਿਵੇਂ ਰੱਬ ਚਲਾਵੇਗਾ ਉਸ ਤਰ੍ਹਾਂ ਚੱਲਣਾ ਹੈ। ਉਹ ਦੁੱਖ ਦੇ ਵਿੱਚ ਵੀ ਦੁੱਖ ਵਿੱਚ ਸੂਖ ਮਨਾਈ। ਉਹ ਕਹਿੰਦੇ ਵੀ ਪ੍ਰਮਾਤਮਾ ਦੀ ਇਹ ਭੇ ਦਾਤ ਤੇਰੀ ਦਾਤਾਰ। ਇਹ ਆਪਾਂ ਵੈਸੇ ਗੱਡੀਆਂ ਤੇ ਲਿਖੀ ਹੁੰਦੀ ਹੈ, ਕਿਤੇ ਤੋਂ ਪਹਿਲੀ ਪੰਕਤੀ ਵੀ ਪੜ੍ਹ ਕੇ ਵੇਖ ਲਈਏ ਭਲਾ ਕਿਹਨੂੰ ਕਿਹਾ ਇਹ ਭੇ ਦਾਤ ਤੇਰੀ ਦਾਤਾਰ? ਕੇਤਿਆਂ ਦੁੱਖ ਭੂਖ ਸਦ ਮਾਰ। ਦੁੱਖ ਭੁੱਖ ਜਿਹੜੀ ਇਹ ਗੱਲ ਕਰਦੇ ਹਾਂ ਆਪਾਂ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇ ਦਾਤ ਤੇਰੀ ਦਾਤਾਰ। ਇਹ ਗਰੀਬੀ ਆ ਜਾਣੀ ਵੀ ਤੇਰੀ ਦਾਤ ਹੈ, ਕੋਈ ਦੁੱਖ ਆ ਗਿਆ ਵੀ ਤੇਰੀ ਇੱਕ ਦਾਤ ਹੈ, ਇਹਨੂੰ ਐਕਸੈਪਟ ਕਰਨਾ ਹੈ। ਫਿਰ ਦੇਖਣਾ ਕਿ ਜੋ ਕੁਛ ਵੀ ਆਇਆ ਮਿਲਿਆ ਹੈ, ਮੇਰੇ ਕਰਮਾਂ ਨੂੰ ਮੁੱਖ ਰੱਖ ਕੇ ਮੈਨੂੰ ਫਲ ਮਿਲਿਆ, ਰੱਬ ਦੀ ਦਾਤ ਮਿਲੀ ਹੈ, ਮੈਂ ਦੇਖਾਂ ਭਲਾ ਮੇਰਾ ਕਰਮ ਕਿੱਥੇ ਗਲਤ ਸੀ। ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਸੋ ਜੋਗੀ ਗੁਰ ਸ਼ਬਦ ਪਛਾਣੈ, ਅੰਤਰ ਕਮਲ ਪ੍ਰਗਾਸ ਥੀਆ। ਉਹ ਅਸਲ ਵਿੱਚ ਜੋਗੀ ਹੈ ਕਿਹੜਾ? ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀਂ ਪਹਿਚਾਣਦਾ ਹੈ, ਦੇਖਦਾ ਹੈ। ਸੋ ਜੋਗੀ ਗੁਰ ਸ਼ਬਦ ਪਛਾਣੈ, ਤੇ ਜਿਹੜਾ ਆਪਣੇ ਆਪ ਨੂੰ ਪਹਿਚਾਣ ਲੈਂਦਾ ਹੈ, ਜਿਹਨੂੰ ਕਹਿੰਦੇ ਆਪਣਾ ਮੂਲ ਪਛਾਣ ਵਾਲਾ, ਅੰਤਰ ਕਮਲ ਪ੍ਰਗਾਸ ਥੀਆ, ਉਹਦਾ ਹਿਰਦਾ ਰੂਪੀ ਕਮਲ ਖਿੜ ਜਾਂਦਾ ਹੈ। ਖਿੜਦਾ ਕਦੋਂ ਆ ਜੀ? ਜਦੋਂ ਕੋਈ ਖੁਸ਼ ਹੋਵੇ। ਆਪਾਂ ਕਹਿੰਦੇ ਫਲਾਣਾ ਹੀ ਚੀਜ਼ ਵੇਖ ਕੇ ਖਿੜ ਗਿਆ, ਮੈਂ ਅੰਦਰੋਂ ਖਿੜ ਗਿਆ, ਭਾਵ ਆਨੰਦ ਵਿੱਚ ਆ ਗਏ, ਖੜਾਓ ਆ ਗਿਆ, ਖੁਸ਼ੀ ਆ ਗਈ। ਗੁਰੂ ਸਾਹਿਬ ਜੀ ਕਹਿੰਦੇ ਨੇ ਜਿਹੜਾ ਗੁਰੂ ਦੇ ਸ਼ਬਦ ਦੇ ਰਾਹੀਂ, ਭਾਵ ਇੰਝ ਸਮਝ ਲਓ ਗੁਰੂ ਦਾ ਸ਼ਬਦ ਸ਼ੀਸ਼ਾ ਹੈ, ਉਹਦੇ ਵਿੱਚ ਆਪਣੇ ਜੀਵਨ ਦੀ ਤਸਵੀਰ ਦੇਖ ਲੈਂਦਾ ਹੈ, ਉਹਦਾ ਅੰਦਰ ਖਿੜ ਜਾਂਦਾ, ਆਨੰਦ ਵਿੱਚ ਆ ਜਾਂਦਾ ਹੈ। ਉਹਨੂੰ ਕਦੇ ਕੋਈ ਸੋਗ, ਕੋਈ ਝੋਰਾ, ਕੋਈ ਚਿੰਤਾ ਨਹੀਂ ਰਹਿੰਦੀ। ਜਦੋਂ ਜੀਵਨ ਵਿੱਚ ਇਹ ਸ਼ਬਦ ਸਾਨੂੰ ਦਿਖਾਈ ਦੇਣ ਲੱਗ ਪੈਂਦਾ ਹੈ। ਕਿੱਡਾ ਖੂਬਸੂਰਤ ਬਚਨ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ, ਅੱਗੇ ਕੀ ਹੈ? ਤਿੰਨ ਸਗਲੀ ਚਿੰਤ। ਜਿਹਦੇ ਜੀਵਨ ਵਿੱਚ ਇਹ ਧੁਰ ਕੀ ਬਾਣੀ ਆ ਗਈ, ਉਹਦੇ ਜੀਵਨ ਦੇ ਵਿੱਚੋਂ ਚਿੰਤਾ ਮਿਟ ਗਈ। ਇਹਦੇ ਅਰਥ ਆ ਨੇ, ਜੀਵਨ ਵਿੱਚ ਬਾਣੀ ਆ ਗਈ।
ਬਹੁਤ ਵਾਰ ਪੜ੍ਹੀਆਂ ਪੰਗਤੀਆਂ ਆਪਾਂ। ਬਾਬੇ ਕਹਿਣਗੇ ਇਹ ਸ਼ਬਦ ਦਾ ਜਾਪ ਕਰੋ, ਤੁਹਾਡੀ ਚਿੰਤਾ ਖਤਮ ਹੋ ਜੂ। ਪੜ੍ਹਦਿਆਂ ਸਾਲਾਂ ਬੀਤ ਜਾਂਦੇ ਨੇ, ਚਿੰਤਾ ਫਿਰ ਉੱਥੇ ਦੀ ਉੱਥੇ। ਗੱਲ ਇਹ ਸੀ ਪੜ੍ਹਨਾ ਤੇ ਇਹਨੂੰ ਫਿਰ ਆਪਣੇ ਜੀਵਨ 'ਚ ਲੈ ਕੇ ਆਉਣਾ। ਜੋ ਪੜ੍ਹਿਆ ਏ ਉਹਨੂੰ ਫਿਰ ਜੀਵਨ 'ਚ ਲੈ ਕੇ ਆਉਣਾ। ਗੁਰੂ ਜੀ ਨੂੰ ਪੁੱਛ ਰਹੇ ਨੇ, ਗੁਰੂ ਜੀ ਕਹਿੰਦੇ ਗਾਵਿਆ ਕਿੰਨਾ ਦਾ ਪੜ੍ਹਿਆ ਹੋਇਆ ਥਾਂ ਪੈਂਦਾ ਹੈ। ਆਪਾਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਅਰਦਾਸ ਕਰਦੇ ਹਾਂ ਕਿ ਇਹ ਥਾਂ ਪਵੇ, ਤੇ ਪੈਂਦਾ ਕਿਹਦਾ ਜੀ? ਗੁਰੂ ਜੀ ਨੂੰ ਪੁੱਛ ਲਈਏ। ਗੁਰੂ ਜੀ ਕਹਿੰਦੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ। ਕਿੰਨਾ ਦਾ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਮਾਨੀ ਦਾ ਅਰਥ ਮੰਨੀ, ਸੱਚ ਕਰਕੇ ਗੁਰੂ ਦੀ ਆਗਿਆ ਮੰਨੀ। ਉਹਨਾਂ ਦਾ ਗਾਵਿਆ ਤੇ ਸੁਣਿਆ ਥਾਂ ਪੈਂਦਾ। ਇਹਦਾ ਮਤਲਬ ਜਿਹੜਾ ਸਤਿਗੁਰੂ ਦੀ ਆਗਿਆ ਨੂੰ ਮੰਨਦਾ ਨਹੀਂ ਹੈ, ਉਹਦਾ ਕੀਤਾ ਹੋਇਆ ਕਰਮ ਕਰਮ ਹੀ ਰਹਿ ਜਾਂਦਾ ਹੈ, ਥਾਂ ਨਹੀਂ। ਇਹ ਮੈਂ ਨਹੀਂ ਜੇ ਕਹਿ ਰਿਹਾ, ਬਾਣੀ ਕਹਿ ਰਹੀ ਹੈ, ਗੁਰੂ ਕਹਿ ਰਿਹਾ। ਗਾਵਿਆ, ਫਿਰ ਪੰਕਤੀ ਦੁਹਰਾਵਾ, ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੈ। ਰੱਬ ਉਹਨਾਂ ਦਾ ਗਾਵਿਆ ਵੀ ਤੇ ਸੁਣਿਆ ਵੀ ਥਾਂ ਪਾਉਂਦਾ ਏ। ਕਿਹਨਾਂ ਦਾ ਜੀ? ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਜਿਨ੍ਹਾਂ ਨੇ ਗੁਰੂ ਦਾ ਬਚਨ, ਗੁਰੂ ਦੀ ਆਗਿਆ ਸਤ ਕਰਕੇ ਜੀਵਨ ਵਿੱਚ ਮੰਨ ਲਈ। ਜੋ ਗੁਰੂ ਨੇ ਕਿਹਾ ਉਹ ਮੰਨ ਲਿਆ, ਕਬੂਲ ਕਰ ਲਿਆ, ਅਪਣਾ ਲਿਆ ਜੀਵਨ ਵਿੱਚ। ਉਹਨੂੰ ਕਵਾਂਗੇ ਧੁਰ ਕੀ ਬਾਣੀ ਆਈ। ਜਿਨ੍ਹਾਂ ਦੇ ਜੀਵਨ ਵਿੱਚ ਇਹ ਬਾਣੀ ਆ ਗਈ, ਉੱਥੇ ਫਿਰ ਖੜਾਓ ਹੈ, ਉੱਥੇ ਆਨੰਦ ਹੈ। ਕਿੰਨਾ ਖੂਬਸੂਰਤ ਫਲਸਫਾ ਦਿੱਤਾ ਹੈ ਗੁਰੂ ਸਾਹਿਬਾਂ ਨੇ। ਜੇ ਤੇ ਆਨੰਦ ਕਾਰਜ ਹੈ ਤਾਂ ਵੀ ਆਨੰਦ ਸਾਹਿਬ। ਹੁਣ ਵੀ ਦੀਵਾਨ ਦੀ ਸਮਾਪਤੀ ਹੋਣੀ ਹੈ, ਆਨੰਦ ਸਾਹਿਬ। ਜੇ ਕਿਸੇ ਦੀ ਕਦੇ ਕੋਈ ਚੜ੍ਹਾਈ ਕਰ ਗਿਆ ਤਾਂ ਵੀ ਆਨੰਦ ਸਾਹਿਬ। ਹਰ ਥਾਂ 'ਤੇ ਸਮਾਪਤੀ ਆਨੰਦ ਸਾਹਿਬ 'ਤੇ ਹੁੰਦੀ ਹੈ। ਕਾਹਦੇ ਲਈ? ਕਿ ਉਹ ਜਿਹੜਾ ਖੇੜਾ ਹੈ, ਉਹ ਜਿਹੜਾ ਖੜਾਓ ਹੈ, ਆਨੰਦ ਹੈ, ਉਹ ਖਤਮ ਨਹੀਂ ਹੋਣਾ ਚਾਹੀਦਾ। ਉਹ ਸਾਡੇ ਅੰਦਰ ਬਰਕਰਾਰ ਰਹਿਣਾ ਚਾਹੀਦਾ ਹੈ। ਪੁੱਤਰ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਰਹੇ ਨੇ, ਆਨੰਦ ਖੇੜਾ ਉਸੇ ਤਰ੍ਹਾਂ ਹੋਣਾ ਚਾਹੀਦਾ ਹੈ। ਕਿਹੋ ਜਿਹਾ ਸੀਨ ਹੋਵੇਗਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਦੇ ਸਾਹਮਣੇ 4 ਸਾਲ ਦੇ ਬੱਚੇ ਦੀ ਛਾਤੀ ਚੀਰ ਕੇ ਉਹਦੇ 'ਚ ਉਹਦਾ ਕਲੇਜਾ ਬਾਹਰ ਕੱਢ ਕੇ ਉਹਦੇ ਮੂੰਹ ਦੇ ਵਿੱਚ ਦਿੱਤਾ ਹੋਵੇਗਾ। ਫਿਰ ਵੀ ਖੇੜਾ ਉੱਥੇ ਦਾ ਉੱਥੇ ਹੀ, ਆਨੰਦ ਉਸੇ ਦਾ ਉਸਾ ਹੀ ਹੈ। ਜਦੋਂ ਕਿਤੇ ਬੰਦ ਕੱਟਿਆ ਜਾਂਦਾ ਹੋਊਗਾ, ਪਹਿਲਾ ਬੰਦ, ਦੂਜਾ ਬੰਦ, ਤੀਜਾ ਬੰਦ, ਪੂਰੀ ਬੋਡੀ ਦੇ ਟੁਕੜੇ ਟੁਕੜੇ ਕੀਤੇ ਗਏ ਹੋਣਗੇ, ਕਿੰਨੀ ਤੜਪ ਤੇ ਕੈਸਾ ਹੋਏਗਾ ਉਹ ਸਮਾਂ। ਖੇੜਾ ਉਦੋਂ ਵੀ ਹੈ, ਆਨੰਦ ਉਦੋਂ ਵੀ ਹੈ। ਕੈਸਾ ਵੀ ਸਮਾਂ ਆਵੇ, ਤੇ ਜਦੋਂ ਕਿਤੇ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ ਸਿੰਘਾਸਣ ਦਾ ਬਾਦਸ਼ਾਹ ਹੋਵੇ, ਤੇ ਕੋਈ ਲੈ ਕੇ ਆਇਆ ਹੋਵੇ ਉਹਦੇ ਵਾਸਤੇ ਸੋਹਣੀ ਚਾਨਣੀ ਸਿਰ ਤੇ ਉੱਪਰ ਬੰਨ੍ਹਣ ਨੂੰ, ਜਿਹਦੇ ਥੱਲੇ ਬੈਠਣਾ ਹੈ ਸਿੰਘਾਸਣ ਤੇ ਕਹਿ ਦੇਵੇ ਕਿ ਇਹ ਤੇ ਮੇਰੇ ਗੁਰੂ ਰਾਮਦਾਸ ਸੱਚੇ ਪਾਤਸ਼ਾਹੀ ਦੇ ਦਰਬਾਰ ਵਿੱਚ ਸੋਹਣੀ ਲੱਗੂਗੀ, ਉੱਥੇ ਲੈ ਜਾਓ। ਕੈਸਾ ਖੇੜਾ ਹੈ ਜੀ। ਤੁਸੀਂ ਬਹੁਤ ਵਾਰ ਗਏ ਹੋਗੇ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ, ਬਹੁਤ ਵਾਰ। ਕਦੇ ਜਦੋਂ ਐਤਕੀ ਗਏ ਨਾ, ਇੱਕ ਚੀਜ਼ ਦਾ ਗੌਰ ਕਰਿਓ। ਮੈਨੂੰ ਕਿਸੇ ਨੇ ਦੱਸਿਆ ਸੀ, ਫਿਰ ਮੈਂ ਜਾ ਕੇ ਜਦੋਂ ਮੈਂ ਗਿਆ ਨਾ, ਮੈਂ ਗੌਰ ਕੀਤਾ ਤੇ ਮੈਨੂੰ ਬਿਲਕੁਲ ਉਹਦੀ ਗੱਲ ਸੱਚੀ ਲੱਗੀ। ਜਦੋਂ ਤੁਸੀਂ ਦਰਬਾਰ ਸਾਹਿਬ ਜਾ ਕੇ ਅਕਾਲ ਤਖ਼ਤ ਸਾਹਿਬ ਮੱਥਾ ਟੇਕਦੇ ਹੋ ਨਾ, ਤੇ ਸਾਹਮਣੇ ਦਰਵਾਜ਼ੇ ਵਿੱਚ ਦੇਖੋਗੇ ਤੇ ਹਰਿਮੰਦਰ ਸਾਹਿਬ ਦਿਖਾਈ ਦੇਵੇਗਾ। ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਚਲੋ ਪ੍ਰਚਲਿਤ ਨਾਮ ਹੋ ਗਏ, ਦਰਬਾਰ ਸਾਹਿਬ ਦਿਖਾਈ ਦੇਵੇਗਾ। ਪਰ ਜਦੋਂ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮੱਥਾ ਟੇਕਦੇ ਹੋ, ਪਿਛਾਂਹ ਮੁੜ ਕੇ ਦੇਖੋਗੇ ਅਕਾਲ ਤਖ਼ਤ ਸਾਹਿਬ ਦਿਖਾਈ ਨਹੀਂ ਦਿੰਦਾ। ਉਹਦਾ ਅਰਥ ਹੈ, ਬਣਾਉਣ ਦੇ ਸਮੇਂ ਇਹ ਚੀਜ਼ਾਂ ਦਾ ਖਾਸ ਖਿਆਲ ਰੱਖਿਆ ਗਿਆ ਸੀ ਵੀ ਜੇ ਸਿੰਘਾਸਣ ਤਖਤ ਤੇ ਵੀ ਬੈਠਾ ਹੈ, ਸਾਹਮਣੇ ਗੁਰੂ ਦਿਖਾਈ ਦੇਵੇ। ਤੇ ਜਦੋਂ ਗੁਰੂ ਦੀ ਗੋਦ ਵਿੱਚ ਬੈਠਾ, ਫਿਰ ਤਖਤ ਦੀ ਲਾਲਸਾ ਨਾ ਤੇਰੇ, ਜਾਂ ਉਹ ਹਉਮੈ ਵਾਲੀ ਚੀਜ਼ ਨਾ ਤੇਰੇ ਅੰਦਰ ਕੋਈ ਉੱਥੇ ਹੋਵੇ, ਉੱਥੇ ਗੁਰੂ ਦਾ ਹੀ ਹੋਵੇ। ਇਹ ਬੜੇ ਖੂਬਸੂਰਤ ਨੁਕਤੇ। ਪਹਿਲਾ ਗੁਰਦੁਆਰਾ ਸਾਹਿਬ ਹੈ ਪੂਰੀ ਦੁਨੀਆ, ਵਰਲਡ ਦੇ ਵਿੱਚ, ਜਿੱਥੇ ਪੌੜੀਆਂ ਉੱਤਰ ਕੇ ਜਾਇਆ ਜਾਂਦਾ ਹੈ। ਦਰਬਾਰ ਸਾਹਿਬ ਦੁਨੀਆ ਦੇ ਕਿਸੇ ਕੋਨੇ ਚਲ ਜਾਓ, ਜਿੰਨੇ ਗੁਰਦੁਆਰੇ ਪੌੜੀਆਂ ਚੜ੍ਹ ਕੇ ਤਾਂ ਜਾਂਦੇ ਨੇ, ਭਾਵੇਂ 2 ਸਟੈਪ ਹੀ ਹੋਣ। ਪਿੰਡਾਂ 'ਚ ਵੀ ਵੇਖ ਲਓ, ਦਰਬਾਰ ਸਾਹਿਬ
पौड़ियां उतर के जाना पैंदा है थल्ले। ਇਹਦੇ ਪਿੱਛੇ बड़े खूबसूरत सिद्धांत ने साडे, फलसफे ने साडे, ਜਿਹੜੇ ਅਸੀਂ ਹੌਲੀ ਹੌਲੀ ਆਪਣੇ ਗਵਾ ਬੈਠੇ ਹਾਂ ਜੀਵਨ ਵਿੱਚੋਂ, ਸਮਝ ਵਿੱਚੋਂ। ਗੁਰੂ ਜੀ ਬਖਸ਼ਿਸ਼ ਕਰਦੇ, ਕਹਿੰਦੇ ਉਹਨਾਂ ਦੇ ਅੰਦਰ ਜਿਹੜਾ ਹਿਰਦਾ ਰੂਪੀ ਖੰਭਲ ਹੈ ਉਹ ਖਿੜ ਜਾਂਦਾ ਹੈ, ਪ੍ਰਕਾਸ਼ ਥਿਆ ਦਾ ਅਰਥ ਉਹਨਾਂ ਨੂੰ ਸਮਝ ਆ ਜਾਂਦੀ, ਚਾਨਣ ਹੋ ਜਾਂਦਾ ਹੈ। ਉਹ ਫਿਰ ਕੀ ਕਰਦੇ ਨੇ, ਜੀਵਤ ਮਰੈ, ਜੀਵਨ ਜਿਉਂਦੇ ਨੇ ਪਰੰਤੂ ਵਿਕਾਰਾਂ ਵੱਲੋਂ, ਵਾਸ਼ਨਾਵਾਂ ਵੱਲੋਂ, ਹਉਮੈ ਵੱਲੋਂ, ਇਹਨਾਂ ਸਾਰਿਆਂ ਵੱਲੋਂ ਮਰੇ ਦਾ ਅਰਥ ਹੁੰਦਾ ਸੰਬੰਧ ਟੁੱਟ ਜਾਣਾ, ਵਿਛੋੜਾ ਪੈ ਜਾਣਾ ਉਹਨਾਂ ਨੂੰ ਛੱਡ ਕੇ। ਜੀਵਤ ਮਰੈ ਤਾਂ ਸਭ ਕੁਛ ਸੁੱਝੈ। ਜਦੋਂ ਮਨੁੱਖ ਇਹਨਾਂ ਲਾਲਸਾਵਾਂ ਵੱਲੋਂ ਸੰਬੰਧ ਤੋੜ ਦਿੰਦਾ ਹੈ ਤੇ ਫਿਰ ਜੀਵਨ ਜਿਉਂਦਾ ਹੈ, ਉਦੋਂ ਉਹਨੂੰ ਅਸਲ ਵਿੱਚ ਪਰਮਾਤਮਾ ਦੇ ਇਸ ਰੱਬੀ ਨਿਜ਼ਾਮ ਤੇ ਰੱਬੀ ਹੁਕਮ ਦੀ ਸਮਝ ਪੈਂਦੀ ਹੈ। ਅੰਤਰ ਜਾਣੈ ਸਰਬ ਦਇਆ, ਉਹ ਫਿਰ ਸਮਝ ਆਉਂਦਾ ਸਭਨਾਂ ਦੇ ਅੰਦਰ ਉਸ ਪਰਮੇਸ਼ਰ ਦੀ ਬਖਸ਼ਿਸ਼ ਰਹਿਮਤ ਹੀ ਵਰਤ ਰਹੀ ਹੈ। ਦਇਆ ਦਾ ਅਰਥ ਕੀ ਹੁੰਦਾ ਹੈ, ਰਹਿਮਤ, ਬਖਸ਼ਿਸ਼। ਨਾਨਕ ਤਾਂ ਕਉ ਮਿਲੈ ਵਡਾਈ, ਹੇ ਨਾਨਕ ਉਹਨਾਂ ਨੂੰ ਪਰਮਾਤਮਾ ਦੀ ਨਜ਼ਰ ਦੇ ਵਿੱਚ ਇੱਜ਼ਤ ਮਿਲਦੀ ਹੈ। ਕਿਹਨਾਂ ਨੂੰ ਜੀ, ਆਪ ਪਛਾਣੈ ਸਰਬ ਜੀਆਂ, ਜਿਹੜਾ ਸਭਨਾਂ ਦੇ ਵਿੱਚ ਆਪਣੇ ਆਪ ਨੂੰ ਦੇਖਦਾ ਹੈ। ਸਭਨਾਂ ਦੇ ਵਿੱਚ ਜੇ ਮੈਂ ਮੇਰੇ ਅੰਦਰ ਰੱਬੀ ਜੋਤ ਹੈ ਤੇ ਸਭਨਾਂ ਦੇ ਅੰਦਰ ਆਪਣੇ ਆਪ ਨੂੰ ਦੇਖਣਾ, ਭਾਵ ਪਰਮਾਤਮਾ ਨੂੰ ਦੇਖਣਾ। ਸਾਚੋ ਉਪਜੈ ਸਾਚ ਸਮਾਵੈ, ਸਾਚੇ ਸੂਚੇ ਏਕ ਮਇਆ। ਗੁਰੂ ਸਾਹਿਬ ਜੀ ਇਸ ਪੌੜੀ ਵਿੱਚ ਬਖਸ਼ਿਸ਼ ਕਰਦੇ ਨੇ, ਕਹਿੰਦੇ ਜਿਹੜੇ ਗੁਰਮੁਖ ਨੇ, ਜਿਹੜੇ ਗੁਰੂ ਨਾਲ ਜੁੜੇ ਨੇ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਦੀ ਸਮਝ ਆ ਗਈ, ਉਹਨਾਂ ਨੂੰ ਪਤਾ ਹੈ ਸੱਚ ਵਿੱਚੋਂ ਅਸੀਂ ਪੈਦਾ ਹੋਏ ਹਾਂ। ਸਾਚੋ ਉਪਜੈ ਸਾਚ ਸਮਾਵੈ, ਉਹ ਫਿਰ ਸਾਰਾ ਜੀਵਨ ਸੱਚ ਨਾਲ ਜੁੜ ਕੇ ਬਤੀਤ ਕਰਦੇ ਨੇ। ਸਮਾਵੇ ਦਾ ਅਰਥ ਇੱਕਮਿਕ ਹੋ ਜਾਣਾ, ਭਿੰਨ ਭੇਦ ਨਾ ਰਹਿਣਾ। ਉਹ ਪਰਮਾਤਮਾ ਦੇ ਨਾਲ ਇੱਕਮਿਕ ਹੋ ਕੇ ਹੀ ਜੀਵਨ ਬਤੀਤ ਕਰਦੇ ਨੇ। ਕਿਹੜੇ ਬੋਲ ਪਰਮਾਤਮਾ ਦੇ ਨੇ, ਕਿਹੜੇ ਨਹੀਂ। ਜਿਹੜੇ ਨਹੀਂ ਉਹ ਨਹੀਂ ਬੋਲਣੇ, ਜਿਹੜੇ ਪਰਮਾਤਮਾ ਦੇ ਬੋਲ ਉਹ ਬੋਲਣੇ। ਤੇ ਪਰਮਾਤਮਾ ਦੇ ਬੋਲ ਕਿਹੜੇ ਜੀ, ਮਿੱਠ ਬੋਲੜਾ ਜੀ, ਕਰੋ ਰਸਨਾ ਸਾਂਝੀ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਉਹ ਕਦੇ ਨਾ ਬੋਲੇ ਕੌੜਾ। ਉਹ ਕੌੜਾ ਨਹੀਂ ਬੋਲਦਾ, ਮਿੱਠ ਬੋਲੜਾ ਹੈ। ਉਹ ਫਿਰ ਆਪਣਾ ਜੀਵਨ ਮਿੱਠ ਬੋਲੜਾ ਬਣਾਉਂਦੇ ਨੇ। ਭਾਵ ਇਹਨੂੰ ਕਹਾਂਗੇ ਸਮਾਵੈ, ਇੱਕਮਿਕ ਹੋ ਕੇ ਚੱਲਣਾ। ਸਾਚੇ ਸੂਚੇ ਏਕ ਮਇਆ, ਉਹ ਸਦਾ ਸਿਰ ਪਰਮੇਸ਼ਰ ਪਰਮਾਤਮਾ ਨਾਲ ਇੱਕਮਿਕ ਹੋ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਇਹ ਤੇ ਉਹ ਨੇ ਜਿਨ੍ਹਾਂ ਨੂੰ ਗੁਰੂ ਦੀ ਸ਼ਬਦ ਉੱਤੇ ਜਿਨ੍ਹਾਂ ਦੇ ਮਨ ਪਤੀਜ ਗਏ, ਯਕੀਨ ਆ ਗਿਆ, ਜੁੜ ਗਏ। ਤੇ ਜਿਹੜੇ ਦੂਜੇ ਆ ਝੂਠੇ ਆਵੇਂ, ਜਿਹੜੇ ਗੁਰੂ ਦੇ ਸ਼ਬਦ ਨਾਲ ਨਹੀਂ ਜੁੜੇ, ਹੋਰ ਨਹੀਂ ਪਾਸੇ ਜੁੜੇ ਹੋਏ ਨੇ, ਹੋਰਨਾਂ ਨੂੰ ਸੱਚ ਸਮਝੀ ਬੈਠੇ ਨੇ, ਉਹ ਪਰਮਾਤਮਾ ਦੀ ਨਜ਼ਰ ਵਿੱਚ ਝੂਠੇ ਨੇ। ਮਨਮੁਖ ਜਿਹੜਾ ਹੈ ਉਹ ਝੂਠਾ ਹੈ। ਝੂਠੇ ਆਵੇਂ ਠਵਰ ਨਾ ਪਾਵੇਂ, ਸੰਸਾਰ ਵਿੱਚ ਤੇ ਉਹ ਵੀ ਆਏ ਨੇ, ਕਿਉਂਕਿ ਪਰਮਾਤਮਾ ਨੇ ਰਚਨ ਜੋ ਕੁਛ ਆਪਣੀਆਂ ਦਾਤਾਂ ਸਾਰਿਆਂ ਨੂੰ, ਸਰੀਰ ਵੀ, ਇਸ ਜੋ ਕੁਛ ਵੀ ਦੇਖ ਰਹੇ, ਸਾਰਾ ਕੁਝ ਸਭਨਾਂ ਨੂੰ ਦਿੱਤਾ ਹੈ। ਪਰ ਜਿਹੜੇ ਆ ਕੇ ਪਰਮਾਤਮਾ ਨੂੰ ਛੱਡ ਕੇ ਕਿਸੇ ਹੋਰ ਨਾਲ ਜੁੜ ਗਏ, ਗੁਰੂ ਜੀ ਕਹਿੰਦੇ ਠਵਰ ਨਾ ਪਾਵੇਂ, ਉਹਨਾਂ ਦੀ ਭਟਕਣਾ ਕਦੇ ਖਤਮ ਨਹੀਂ ਹੁੰਦੀ, ਟਿਕਾ ਨਹੀਂ ਉਹਨਾਂ ਨੂੰ ਮਿਲਦਾ, ਉਹਨਾਂ ਦੇ ਅੰਦਰ ਸਕੂਨ ਕਦੇ ਨਹੀਂ ਆਉਂਦਾ। ਦੂਜੇ ਆਵਾ ਗਾਉਣ ਭਇਆ, ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨਾਲ ਜੁੜਦੇ ਨੇ, ਇਸੇ ਕਰਕੇ ਹੀ ਉਹਨਾਂ ਦੇ ਅੰਦਰ ਇਹ ਭਟਕਣਾ ਬਣੀ ਰਹਿੰਦੀ ਹੈ। ਭਟਕਣਾ ਬਣੀ ਰਹਿੰਦੀ ਹੈ, ਦੁੱਖ ਸੁੱਖ, ਖੁਸ਼ੀ ਗਮੀ, ਇਹ ਚੀਜ਼ਾਂ ਵਰਤਦੀਆਂ ਰਹਿੰਦੀਆਂ ਨੇ। ਭਾਵ ਇਹਦੇ ਤੋਂ ਕਦੇ ਮੁਕਤ ਨਹੀਂ ਹੋ ਸਕਦੇ, ਭਟਕਣਾ ਤੋਂ। ਆਵਾ ਗਾਉਣ ਮਿਟੈ ਗੁਰ ਸ਼ਬਦੀ, ਇਹ ਭਟਕਣਾ ਕਦੋਂ ਖਤਮ ਹੁੰਦੀ ਹੈ, ਜਦੋਂ ਗੁਰੂ ਦੇ ਸ਼ਬਦ ਨਾਲ ਜੁੜਦੇ ਹਾਂ। ਆਪੇ ਪਰਖੈ ਬਖਸ਼ ਲਿਆ, ਹੁਣ ਇਹ ਚੀਜ਼ ਕਿ ਸ਼ਬਦ ਨਾਲ ਜੁੜਿਆ ਕੌਣ ਹੈ, ਇਹਦੀ ਪਹਿਚਾਣ ਅਸੀਂ ਨਹੀਂ ਕਰਨੀ, ਨਾ ਅਸੀਂ ਕਰ ਸਕਦੇ ਹਾਂ। ਇਹ ਪਰਮਾਤਮਾ ਦੀ ਨਜ਼ਰ ਵਿੱਚ ਕੌਣ ਜੁੜਿਆ ਉਹ ਮਾਇਨੇ ਰੱਖਦਾ ਹੈ, ਸਾਡੀ ਨਜ਼ਰ ਵਿੱਚ ਨਹੀਂ। ਸਾਡੀ ਨਜ਼ਰ ਵਿੱਚ ਤੇ ਜੋ ਸਾਨੂੰ ਦਿਖਾਈ ਦੇ ਰਿਹਾ, ਕੋਈ ਭਾਵੇਂ ਕਰਮਕਾਂਡ ਹੀ ਕਰ ਰਿਹਾ ਹੋਵੇ, ਅਸੀਂ ਕਹਿੰਦੇ ਤਾਂ ਬੜਾ ਰੱਬ ਦਾ ਭਗਤ ਹੈ।
मेरे वर्गे कपड़े चिट्टे पाए होने तो आप कहना तो ज्ञानी बंदा है जी, ये रब का बड़ा प्यारा है। परमात्मा ने तय करना है कि असल दे विच कौन सही है तो कौन गलत है। क्यों? क्योंकि परमात्मा साडे अंदर बैठा है तो अंदर दी हर साडी जिन्नी भी एक्टिविटी है उन्होंने जानता है, वो चश्मदीद गवाह है। की सोच साडे अंदर है, की साडे अंदर ख्याल पैदा हो रहे हैं, किहो जे फुरने साडे अंदर आ रहे हैं, वो तो थोड़ी कोई लुकी छिपी गल है। इसलिए बाणी च बचन होंदा है, गुप्ती बाणी प्रगट होए। मैं मूँह तो तुहानूं किसी नूं कहांगा बड़ा जां मैं तेरा बड़ा मित्र है, मेरे अंदर की है, हो सकदा ओहदियां जड़ां वड्ड जावां। देखण ने कहना भी किन्ना सत्कार करदा है, पर ये रब तो नहीं ना मैं छुपा सकदा। वो चश्मदीद गवाह है, वो तो मेरे सिर तो लैके मेरे पैरां तक हर थां ते है। शरीर के जिहड़े अंग दे विच भी जान है, जिहड़ा अंग भी शरीर का जी रहा है, जिउंदा है, परमात्मा ही तो उत्थे है। परमात्मा है तो जींदा है, तो जिथे परमात्मा ना होवे उत्थे डैड है, खत्म है, बच नहीं आउंदा। गुरु साहब जी का एक गुरु तेग बहादुर पातशाह जी का कि जब ही हंस तजी यह काया प्रेत प्रेत कर पाकी। शरीर विचों हंस भाव वो रब्बी जोत जदों निकल गई, प्रेत कह दिता, मुर्दा कह देंगे, उत्थे एक्टिविटी खत्म हो जाती है। सिर तो लैके पैरों तक जिन्ना साडा जिस्म है, शरीर है, शरीर का जिस भी थां ते जान है, समझ लेना उत्थे रब है, उत्थे परमात्मा है। वो तो देख रहा है ना, ਉਹਦੇ ਤੋਂ ਕਿਵੇਂ ਛੁਪਾ ਲਾਵਾਂਗੇ ਆਪਾਂ। ਗੁਰੂ ਜੀ ਨੂੰ ਪੁੱਛ ਲੈਂਦੇ ਆ। ਗੁਰੂ ਜੀ ਕਹਿੰਦੇ ਯਤਨ ਕਰੈ ਮਨੁੱਖ ਡਹਕਾਵੈ। ਯਤਨ ਕਰਦਾ ਹੈ ਮਨੁੱਖਾਂ ਨੂੰ ਭਰਮਾਉਣ ਲਈ, ਯਤਨ ਕਰੈ ਮਨੁੱਖ ਡਹਕਾਵੈ। ਅੱਗੇ ਕੀ ਕਿਹਾ? ਉਹ ਅੰਤਰਜਾਮੀ ਜਾਣੈ, ਪਾਪ ਕਰੇ ਕਰ ਮੂਕਰ ਪਾਵੈ, ਭੇਖ ਕਰੈ ਨਿਰਬਾਨੈ। लिबास से बड़ा सोहना भेख किया भी जिस तरह मेरे वर्गा कोई उत्तम पुरुष कोई नहीं, गुनाह करके मुकर जाता है, पर वो अंतरजामी सब जानता है, वो तो कोई लुकी छिपी गल नहीं है। दिल्ली दे विच ना हज़रत निज़ामुद्दीन एक एरिए का नाम है, उत्थे रेलवे स्टेशन भी है, जी शाने पंजाब ट्रेन चलती उत्थों ही बन के चलती है। निज़ामुद्दीन हज़रत उपाधि है इस्लाम दे विच, जिवें आपां किसी नूं बाबा कह दिंदे आ, भगत कह दिंदे आ, उपाधि है। निज़ामुद्दीन दे दो चेले सी, फकीर होया उस समय का। उन्होंने ये सी कि मैं हुण उम्र इस हिसाब नाल हो चुकी है कि चले जाना, पता नहीं कदों रब्बी हुक्म आ जाना है, पर जिहड़ी मैं अपनी थां किसी नूं वागडोर देनी है, जिम्मेवारी देनी है, सुलझे होए नूं दवां, किसी कच्चे दे हत्थ च ना आ जाए वागडोर। जिन्ने भी रब्बी पुरुष, गुरु साहिबाना भी तो यही भाई लहणा जी के समय क्यों कसवट्टी ते परखिया सी कि किते ना होवे गुरियाई जिहड़ी है वो कोई होर ही वारस आके इहो जिहा बन के बैठ जावे जिहड़ा बाद विच उहदी मान मर्यादा दे उल्ट चलन लग पवे। जे परिवार विच भी है तां भी परख हुई है, पिरथी चंद महादेव ते गुरु अर्जन साहिब सच्चे पातशाह जी दी भी, तां कि जो लायक योग है वो हथ दी जाए वागडोर। उन्हें महसूस किया कि इन्होंने दोवां की परख करा, इन्होंने दोनों विचों लायक कौन है, किहड़ा योग है जिहड़ा जिम्मेवारी संभाल सकता है। उन्होंने दोनों निज़ामुद्दीन जिहड़ा हज़रत सी उन्हें कबूतरां दा एक एक बच्चा जिहड़ा सी फड़ा दिता, नाल दस दिता भी तुसीं इहदी गर्दन मरोड़ के लियाउणी, पर उत्थे मरोड़ के लियाउणी जिथे कोई ना देखदा होवे। थोड़ी देर बाद एक आ गया, दूसरे नूं शामां पै गईयां, उन्हें वो जिउंदा लिया के जिहड़ा कबूतर का बच्चा कपोत उहनूं कहिंदे ने वो रख दिता। हज़रत निज़ामुद्दीन पुछण लग पिया, कहण लगा तैनूं कोई जगह नहीं ऐसी मिली जिथे कोई नहीं सी देखदा, तेरा साथी तो उदों ही थोड़ी देर बाद आ गया सी। कहंदा जी उहनूं पुछ लो भी किहड़ी जगह उन्होंने मिली। उन्होंने पूछा, कहंदा मैं फलाना मकबरा है, मकबरे के पिछे गया, कोई नहीं सी देख रहा, मैं गर्दन मरोड़ी ले आंदा।
ਉਹਨੂੰ ਕਹਿੰਦੇ ਤੈਨੂੰ ਮਕਬਰਾ ਨਹੀਂ ਦਿਖਾਈ ਦਿੱਤਾ, ਤੂੰ ਜਿਉਂਦਾ ਵਾਪਸ ਲੈ ਆਇਆ। ਕਹਿੰਦਾ ਮੈਂ ਵੀ ਗਿਆ ਸੀ ਮਕਬਰੇ ਦੇ ਉੱਲੇ, ਮੈਂ ਸੋਚਿਆ ਦੇਖਾਂ ਕੋਈ ਦੇਖ ਤੇ ਨਹੀਂ ਰਿਹਾ, ਮੈਂ ਦੇਖਿਆ ਕਿ ਇੱਕ ਕਬੂਤਰ ਦਾ ਬੱਚਾ ਦੇਖ ਰਿਹਾ ਹੈ। ਕਹਿੰਦਾ ਮੈਂ ਕੋਸ਼ਿਸ਼ ਕੀਤੀ ਇਹਦੀਆਂ ਅੱਖਾਂ ਤੇ ਹੱਥ ਰੱਖ ਦਿਆਂ, ਹੱਥ ਰੱਖਿਆ ਤੇ ਮੈਂ ਦੇਖਿਆ ਕਿ ਮੈਂ ਦੇਖ ਰਿਹਾ ਵਾਂ। ਕਹਿੰਦਾ ਮੈਂ ਸੋਚਿਆ ਮੈਂ ਆਪਣੀਆਂ ਵੀ ਅੱਖਾਂ ਬੰਦ ਕਰ ਲੈਣਾ। ਕਹਿੰਦਾ ਜਦੋਂ ਆਪਣੀਆਂ ਅੱਖਾਂ ਬੰਦ ਕੀਤੇ ਮੈਨੂੰ ਇੰਝ ਲੱਗਾ ਕਿ ਅੱਲਾ ਦੇਖ ਰਿਹਾ ਹੈ, ਕੋਈ ਜਗ੍ਹਾ ਹੀ ਨਹੀਂ ਐਸੀ ਮਿਲੀ। ਤੂੰ ਸਕਿਆ ਜਿੱਥੇ ਕੋਈ ਨਾ ਦੇਖਦਾ ਹੋਵੇ। ਨਿਜ਼ਾਮੂਦੀਨ ਕਹਿਣ ਲੱਗਾ ਆਹ ਲਾਇਕ ਇਹ ਅਸਲ ਦੇ ਵਿੱਚ ਜਿਹੜਾ ਜ਼ਿੰਮੇਵਾਰੀ ਸੰਭਾਲ ਸਕਦਾ ਹੈ ਮੇਰੇ ਤੋਂ ਬਾਅਦ। ਇਹ ਬੜਾ ਖੂਬਸੂਰਤ ਨੁਕਤਾ ਜੇ ਜੀਵਨ ਦੇ ਵਿੱਚ, ਬਹੁਤ ਖੂਬਸੂਰਤ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਪਰਮਾਤਮਾ ਪਰਖਦਾ ਹੈ, ਪਰਮਾਤਮਾ ਦੀ ਨਜ਼ਰ ਦੇ ਵਿੱਚ ਕੌਣ ਸੱਚ ਹੈ ਤੇ ਕੌਣ ਕੱਚ ਹੈ, ਤੇ ਇਹ ਮੁੱਲ ਵੀ ਉਹਦੀ ਨਜ਼ਰ ਦੇ ਵਿੱਚ ਪ੍ਰਵਾਨ ਹੋਏਦਾ ਹੀ ਪੈਣਾ ਹੈ। ਲੋਕਾਂ ਦੀ ਨਜ਼ਰ, ਲੋਕ ਤੇ ਜਿਹੜੇ ਬਾਅਦ ਵਿੱਚ ਪੋਲ ਖੁੱਲਣ ਲੱਗਦੇ ਨੇ ਕਿਹੋ ਜਿਹੇ ਲੋਕ, ਤੇ ਉਹਨੂੰ ਵੀ ਕਹੀ ਜਾਂਦੇ ਹੁੰਦੇ ਇਹ ਸਾਡਾ ਰੱਬ ਹੀ ਹੈ ਜੀ। ਲੋਕ ਤੇ ਵੇਖ ਵਿਖਾਈ ਬਹੁਤ ਕੁਛ ਕਰ ਲੈਂਦੇ। ਭਾਈ ਕਰਤਾਰ ਸਿੰਘ ਜੀ ਹੋਏ ਨੇ ਜਿਹੜੇ ਬਾਬਾ ਜਰਨੈਲ ਸਿੰਘ ਤੋਂ ਪਹਿਲੇ ਸੀ ਪਿੰਡਰਾਲੇ, ਦਮਦਮੀ ਟਕਸਾਲ ਦੇ ਮੁਖੀ, ਤੁਸੀਂ ਨਾਮ ਸੁਣਿਆ ਹੋਵੇਗਾ ਗਿਆਨੀ ਕਰਤਾਰ ਸਿੰਘ ਜੀ ਹੋਰਾਂ ਦਾ। ਉਹ ਇੱਕ ਦਿਨ ਨਾ ਸਰੋਵਰ ਦੀ ਪਰਿਕਰਮਾ ਦੇ ਵਿੱਚ ਦੀ ਦਰਬਾਰ ਸਾਹਿਬ ਕਿਤੇ ਗਏ ਸੀ, ਤੇ ਆਪਣੇ ਨਾਲ ਜਥੇ ਦੇ ਜਾਣ, ਉਹਨਾਂ ਦੇ ਸਮੇਂ ਦੇ ਕੁਝ ਜਿਹੜੇ ਜਥੇ ਦੇ ਵਿੱਚ ਸਿੰਘ ਨਾ ਅਜੇ ਵੀ ਹੈਗੇ ਆ, ਉਹ ਬਜ਼ੁਰਗ ਹੋ ਚੁੱਕੇ ਨੇ, ਦੱਸਦੇ ਨੇ ਸਾਰੀ ਘਟਨਾਵਾਂ। ਅੱਗੋਂ ਕਿਤੇ ਕੋਈ ਬੰਬੇ ਤੋਂ ਸੀ ਕੋਈ ਉਹਨਾਂ ਦਾ ਜਾਣਕਾਰ, ਉਹ ਆ ਗਿਆ ਤੁਰਿਆ ਆਵੇ, ਉਹਨੇ ਆ ਕੇ ਨਾ ਸਰੋਵਰ ਦੇ ਪਰਿਕਰਮਾ ਵਿੱਚ ਉਹਨਾਂ ਨੂੰ ਫਤਿਹ ਬੁਲਾਈ ਤੇ ਗੋਡੀਆਂ ਹੱਥ ਲਾਇਆ। ਉਹ ਕਹਿੰਦੇ ਵੀ ਗੋਡੀਆਂ ਹੱਥ ਕਿਉਂ ਲਾਇਆ? ਕਹਿਣ ਲੱਗਾ ਜੀ ਤੁਸੀਂ ਬ੍ਰਹਮ ਗਿਆਨੀ ਹੋ। ਤਾਂ ਉਹ ਕਹਿੰਦੇ ਜੀ ਗਿਆਨੀ ਕਰਤਾਰ ਸਿੰਘ ਜੀ ਨੇ ਅੱਗੋਂ ਉਹਦੇ ਗੋਡੀਆਂ ਹੱਥ ਲਾਤਾ, ਉਹਦੇ ਲਾਇਆ ਤੋਂ 2 ਕਦਮ ਪਿੱਛੇ ਹਟ ਗਿਆ। ਕਹਿੰਦਾ ਜੀ ਇਹ ਕੀ ਕਰਨ ਲੱਗੇ? ਕਹਿਣ ਲੱਗੇ ਤੂੰ ਵੀ ਬ੍ਰਹਮ ਗਿਆਨੀ ਹੈ। ਕਹਿੰਦੇ ਮੈਂ ਬ੍ਰਹਮ ਗਿਆਨੀ ਕਿੱਧਰ ਦਾ, ਮੈਂ ਤਾਂ ਬਿਜ਼ਨਸਮੈਨ ਬੰਦਾ, ਤੁਸੀਂ ਕਈ ਵਾਰ ਮੇਰੇ ਕੋਲ ਆਏ ਵੀ ਜੇ, ਮੇਰਾ ਤਾਂ ਕੋਈ ਇਹੋ ਜਿਹਾ ਕੰਮ ਹੀ ਹੈ ਨਹੀਂ ਜਿਹੜਾ ਵੀ ਕੋਈ ਰੱਬ ਦੇ ਨਾਂ ਵਾਲਾ ਹੋਵੇ। ਕਹਿੰਦੇ ਜੇ ਤੂੰ ਬ੍ਰਹਮ ਗਿਆਨੀ ਨਹੀਂ, ਤੈਨੂੰ ਕਿਵੇਂ ਪਤਾ ਲੱਗਾ ਕਿ ਮੈਂ ਬ੍ਰਹਮ ਗਿਆਨੀ ਹਾਂ? ਗੁਰੂ ਅਰਜਨ ਸਾਹਿਬ ਜੀ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਤੈਨੂੰ ਕਿਸ ਤਰ੍ਹਾਂ ਪਤਾ ਲੱਗਾ? ਕਹਿਣ ਲੱਗਾ ਨਹੀਂ ਜੀ ਤੁਸੀਂ ਬਾਣੀ ਪੜ੍ਹਦੇ ਹੋ, ਤੁਸੀਂ ਐਡਾ ਸੋਹਣਾ ਬਾਣਾ ਪਾਇਆ ਵਾ, ਤੇ ਤੁਸੀਂ ਬ੍ਰਹਮ ਗਿਆਨੀ ਹੋ। ਗੱਲ ਕੀ, ਲੋਕਾਂ ਦੀ ਨਜ਼ਰ ਵਿੱਚ ਕਿਸ ਰੂਪ 'ਚ ਪ੍ਰਵਾਨ ਹੋ ਰਹੇ ਆ, ਅਸੀਂ ਉਹਨੂੰ ਅਹਿਮੀਅਤ ਦੇ ਰਹੇ ਹਾਂ। ਲੋਕ ਸਾਨੂੰ ਕੀ ਸਮਝ ਰਹੇ ਨੇ? ਲੋਕ ਸਮਝ ਰਹੇ ਨੇ ਬੜਾ ਗਿਆਨੀ ਹੈ, ਬੜਾ ਧਰਮੀ ਹੈ, ਬੜਾ ਇੰਝ ਹੈ, ਬੜਾ ਇੰਝ, ਤੇ ਰੱਬ ਦਾ ਭਗਤ ਹੈ, ਰੱਬ ਨਾਲ ਇਕਮਿਕ ਹੈ। ਇਸ ਚੀਜ਼ ਦੇ ਕੋਈ ਅਰਥ ਨਹੀਂ ਹੈ। ਅਰਥ ਕਿਸ ਚੀਜ਼ ਦਾ ਹੈ? ਰੱਬ ਦੀ ਨਜ਼ਰ ਦੇ ਵਿੱਚ ਮੈਂ ਕੈਸਾ ਵਾਂ, ਉਹਦੀ ਨਿਗਾਹ ਦੇ ਵਿੱਚ ਮੈਂ ਪ੍ਰਵਾਨ ਹੋਇਆ ਕਿ ਨਹੀਂ ਹੋਇਆ। ਘਰ ਵਿੱਚ ਬੱਚਾ ਪੜ੍ਹਦਾ, ਮਾਂ ਪਿਓ ਕਹਿੰਦੇ ਮੇਰਾ ਬੱਚਾ ਬੜਾ ਪੜ੍ਹਦਾ, ਬੜਾ ਪੜ੍ਹਾਕੂ ਹੈ, ਪਰ ਪਤਾ ਤੇ ਉਹ ਉਦੋਂ ਲੱਗਣਾ ਜਦੋਂ ਇਗਜ਼ਾਮ ਹੋਣਾ ਹੈ, ਤੇ ਉਹਨਾਂ ਦੀ ਨਜ਼ਰ ਦੇ ਵਿੱਚ ਪੜ੍ਹਾਈ ਲਿਖਾਈ ਵਿੱਚ ਪਾਸ ਹੈ ਕਿ ਫੇਲ ਹੈ। ਦੂਜਿਆਂ ਦੇ ਨਹੀਂ, ਦੂਜੇ ਵੇਖਾਂ ਦੇ ਕਹਿੰਦੇ ਲੈ ਬੜਾ ਪੜ੍ਹਦਾ ਜੀ, ਬੜਾ ਪੜ੍ਹਦਾ ਜੀ। ਜਿਨ੍ਹਾਂ ਦੇ ਅੱਗੇ ਇਗਜ਼ਾਮ ਦਿੱਤਾ ਹੈ ਉਹਨਾਂ ਨੇ ਪਾਸ ਫੇਲ ਦਾ ਫੈਸਲਾ ਕਰਨਾ ਹੈ। ਅਸੀਂ ਜ਼ਿੰਦਗੀ ਦਾ ਹਰ ਕਰਮ ਜਿਹੜਾ ਇੱਕ ਇਗਜ਼ਾਮ ਦੇ ਰਹੇ ਹਾਂ, ਲਿਖ ਰਹੇ ਹਾਂ। ਗੁਰਬਾਣੀ 'ਚ ਲਿਖਿਆ ਬੁਰਾ ਭਲਾ ਦੋਏ ਲੇਖ ਭਏ। ਲਿਖ ਰਹੇ ਹਾਂ, ਇਹ ਲੇਖ ਲਿਖ ਰਹੇ ਹਾਂ ਅਸੀਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਧਰਮ ਹਦੂਰ ਦਾ ਅਰਥ ਕੀ ਹੋ ਗਿਆ? ਪਰਮਾਤਮਾ ਦੇ ਹਜ਼ੂਰ 'ਚ ਉੱਥੇ ਘੋਖਿਆ ਜਾਣਾ, ਉੱਥੇ ਦੇਖੀ ਜਾਣੀ ਚੰਗਿਆਈ ਹੈ ਕਿ ਬੁਰਿਆਈ ਹੈ। ਹੋ ਸਕਦਾ ਜਿਹਨੂੰ ਅਸੀਂ ਚੰਗਿਆਈ ਸਮਝ ਰਹੇ ਹੋਈਏ ਰੱਬ ਦੀ ਨਜ਼ਰ 'ਚੋਂ ਬੁਰਿਆਈ ਹੋਵੇ, ਤੇ ਜਿਹਨੂੰ ਅਸੀਂ ਬੁਰਿਆਈ ਸਮਝ ਰਹੇ ਹੋਈਏ ਰੱਬ ਦੀ ਨਜ਼ਰ 'ਚੋਂ ਚੰਗਿਆਈ ਹੋਵੇ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਭਾਈ ਸਾਹਿਬ ਫਲਾਣੇ ਬੰਦੇ ਨੇ ਆ ਵੇਖ ਲਓ ਕਿੰਨੇ ਗੁਨਾਹ ਕੀਤੇ, ਕਿੰਨਾ ਕੁਛ, ਉਹਨੂੰ ਰੱਬ ਨੇ ਕੋਈ ਸਜ਼ਾ ਨਹੀਂ ਦਿੱਤੀ। ਫਲਾਣਾ ਬੰਦਾ ਇਸ ਤਰ੍ਹਾਂ ਸੀ, ਉਹ ਇਸ ਤਰ੍ਹਾਂ ਸੀ, ਉਹਨੂੰ ਪਤਾ ਨਹੀਂ ਰੱਬ ਕਾਹਦੀ ਸਜ਼ਾ ਦੇਈ ਜਾਂਦਾ। ਪਹਿਲੀ ਗੱਲ, ਰੱਬ ਕਿਸੇ ਨੂੰ ਸਜ਼ਾ ਨਹੀਂ ਦਿੰਦਾ। ਦੱਦੈ ਦੋਸ਼ ਨਾ ਦੇਵੈ ਕਿਸੈ, ਦੋਸ਼ ਕਰਮਾ ਆਪਣੇ।
जो मैं किया सो मैं पाया, दोष न दीजै अवर जना। कीता पाइयै अपना, सा घाल बुरी क्यों घालीऐ। अपना कीता पाउने आ, इसलिए बुरी घालना क्यों घालते पे। कितना खूबसूरत बचन है। कर्मा संदड़ा खेत जेहा बीजै सो लुणै। कर्मा संदड़ा खेत, लुणे का अर्थ तो आप जानते हैं चुगना। जो जिहो जे असीं कर्म जो जीवन में कर रहे हैं, आ भी इस वे जो बैठे हैं ना, आप जो सुन रहे हैं, बोल रहे हैं, कर रहे हैं, ये एग्जाम में लिखा जा रहा साडे जीवन के। हर शायद वाची जाती है, हर करनी साडी वाची जानी है। जदों तो असीं शुरुआत की करनी करन दी, जे किते करनी गलत है, उहदे पिछे साडा नज़रिया की है, भावना की है, वो भी देखी जा रही है। इसलिए बचन दा मन भावनी ते सिद्ध होए। कई बार कर्म जिहड़े ने ना, वो इक्को जिहे हुंदे है, कर्मां 'च फर्क नहीं हुंदा, पर कर्म करन दे पिछे दी भावना 'च जमीन समान दा फर्क हुंदा है। सौखा कर लईए, एक बंदा कतल करे, उन्होंने उम्र कैद जां उहदे गल च फाही। एक बंदा सरहद ते खड़ा है फौजी, हज़ारां दुश्मनों नूं मार दिंदा है, उहदे गल च मैडल। कर्म तो दोनों का सेम सी, उन्होंने सन्मान सत्कार मैडल और उन्होंने सज़ा क्यों, क्योंकि कर्म करन दे पिछे दोनों की भावना दे विच जमीन समान का फर्क है। इसलिए बचन दे मन भावनी ते सिद्ध होए। साडे मन की भावना के उत्ते खड़ा है, परमात्मा की नज़र च कामयाबी कैसी मिलनी। गुरु साहब जी बख्शिश करते, आपे परखै बख्श लया। परमात्मा परखदा भाव देखदा है, वाचदा है, फिर वो बख्श लैंदा है जिन्हां दी करनी प्रवान हुंदी है। ते जेड़े सतगुरु नूं छड्ड के होर पासे दूजे पासे तुर पए सी, गुरु साहब जी कहते एका बेदन दूजै व्यापी। दूजे का अर्थ की है, एक परमात्मा नूं छड्ड के किसी होर नाल जुड़ जाना। बेदन कहते पीड़ा, दुख, दर्द। उन्हां दे जीवन विच कदे विकारां दी पीड़ा, कदे काम उन्हां नूं दुखी करदा, कदे क्रोध, कदे लोभ, कदे मोह, कदे हंकार, कदे होर कई तरह दीयां जिहड़ियां वेदन ने, पीड़ा ने, वो व्यापदियां ही रहिंदियां ने। हर समय किसी ना किसी दुख दे विच वो दुखी हुंदे रहिंदे ने। कोई ना कोई दुख उन्हां दे जीवन विच बनिया रहिंदा है। नाम रसायन विसरिया, क्यों, क्योंकि एक रब नूं छड्ड के किसी दूजे नाल जुड़ गए ते परमात्मा दे रब दे रब्बी हुक्म नूं भुला दिता। इत्थे नाम का अर्थ है रब्बी हुक्म। गुरबाणी विच इत्थे नाम शब्द आवेगा ना, प्रकरण के हिसाब नाल उहदे अर्थ हुंदे ने। जिवें हुण एक शब्द है वट, हुण एक वट शब्द के किन्ने तरह रूप में अर्थ आ जाते हैं। जे तो जमीन ते है, उत्थे वट का अर्थ की बन्ना, तो जे किते होए भी ये चपेड़ वट के मार, उत्थे बन्ना तो नहीं उहदा अर्थ होएगा। तो जे किते पेट च गड़बड़ होवे, ये पेट च वट पिया, हर थां ते उहदे अर्थ बदल जाने। जिवें हर, हर का अर्थ की है परमात्मा, हर का अर्थ की है हरेक, तो हर का अर्थ की है चुरा लेना। आ चीज़ फलाने ने हर लई, चुरा ली। हर थां ते अर्थ बदल जाते हैं इन्हां दे। नाम का अर्थ भी इस तरीके नाल, किते नाम कहे परमात्मा नूं, किते नाम कहे रब्बी हुक्म नूं, किते नाम कहे रब्बी गुणा नूं, किते नाम कहे रब्बी सिफत सलाह नूं, परमात्मा की सिफतो सलाह। गुरु बख्शिश करे। गुरु साहब जी बख्शिश करते जिहड़ा रब्बी हुक्म है उन्होंने भुलिया होया है, इसलिए दूजे नाल जुड़े ने। दूजे नाल जुड़े होने करके कोई ना कोई वेदन, कोई ना कोई पीड़ा, कोई ना कोई दुख उन्हां दे जीवन विच उन्हां नूं व्यापी रहिंदी है। सो बुझै जिस आप बुझाए, गुर कै शब्द सो मुक्त भया। इस गल नूं वो समझदा है, वो बुझदा है जिस नूं परमात्मा आप बुझाउंदा है। हुण एक इत्थे सवाल आवेगा,
ਇਹ ਥੋੜ੍ਹਾ ਜਿਹਾ ਨੁਕਤਾ ਵੀ ਆਪਾਂ ਵਿਚਾਰ ਲਈਏ। ਇਹਦੇ ਵਿੱਚ ਕੀ ਹੁੰਦਾ ਕਿ ਬਹੁਤ ਸਾਰੇ ਲੋਕ ਕਹਿਣਗੇ ਵੇਖੋ ਜੀ ਇਹ ਤਾਂ ਹੁਣ ਪਰਮਾਤਮਾ ਦੇ ਹੱਥ ਵਾਸ ਹੈ ਨਾ, ਪਰਮਾਤਮਾ ਜਿਹਨੂੰ ਸੋਝੀ ਦੇਵੇ। ਆਮ ਇਹ ਸ਼ਬਦ ਵਰਤ ਦਿੰਦੇ ਆਪਾਂ, ਪਰਮਾਤਮਾ ਜਿਹਨੂੰ ਸੋਝੀ ਦੇਵੇ ਉਹ ਬੰਦਾ ਜਿਹੜਾ ਜੀ ਫਿਰ ਆਹ ਕੰਮ ਨਹੀਂ ਕਰਦਾ। ਹੁਣ ਜਿਹਨੂੰ ਪਰਮਾਤਮਾ ਸੋਝੀ ਨਹੀਂ ਦਿੰਦਾ ਕੀ ਕੀਤਾ ਜਾਵੇ? ਫਿਰ ਮੈਂ ਕਹਿੰਦਾ ਨਾ ਫਿਰ ਦੋਸ਼ੀ ਤੇ ਪਰਮਾਤਮਾ ਹੋ ਗਿਆ ਨਾ, ਇੱਥੇ ਬਲੇਮ ਤੇ ਉੱਤੇ ਚਲੇ ਗਿਆ, ਉਹਨੇ ਸੋਝੀ ਨਹੀਂ ਦਿੱਤੀ। ਮੈਂ ਫਿਰ ਬੇਨਤੀ ਕਰਾਂ, ਪਰਮਾਤਮਾ ਸਭ ਨੂੰ ਸੋਝੀ ਦਿੰਦਾ ਹੈ। ਦੁਨੀਆ 'ਚ ਐਸਾ ਹੈ ਹੀ ਨਹੀਂ ਜਿਹਨੂੰ ਸੋਝੀ ਨਾ ਦਿੱਤੀ ਹੋਵੇ। ਜਿੰਨੀ ਰਚਨਾ ਸਭ ਨੂੰ ਸੋਝੀ ਦਿੱਤੀ ਹੈ ਰੱਬ ਨੇ। ਰੱਬ ਸਭ ਨੂੰ ਸੋਝੀ ਦਿੰਦਾ ਹੈ। ਜਦੋਂ ਰੱਬ ਦੀ ਸੋਝੀ ਨੂੰ ਛੱਡ ਕੇ ਅਸੀਂ ਆਪਣੀ ਮਰਜ਼ੀ ਜਾਂ ਕਿਸੇ ਹੋਰ ਦੀ ਸੋਝੀ ਨੂੰ ਵਰਤਣ ਲੱਗ ਪੈਂਦੇ ਹਾਂ, ਉਦੋਂ ਆ ਕੇ ਫਰਕ ਪੈ ਜਾਂਦਾ ਹੈ। ਰੱਬ ਤੇ ਸਭ ਨੂੰ ਸੋਝੀ ਦਿੰਦਾ ਹੈ। ਜਦੋਂ ਤੇ ਅਜੇ ਸਮਝ ਵੀ ਨਹੀਂ ਸੀ ਰੱਬ ਨੇ, ਤੇ ਉਦੋਂ ਵੀ ਸੋਝੀ ਦਿੱਤੀ ਸੀ। ਤੂੰ ਸੰਸਾਰ ਵਿੱਚ ਜਨਮ ਲਿਆ ਹੈ, ਹਵਾ ਨਾਲ ਸਾਹ ਲੈਣਾ ਹੈ, ਮਾਤਾ ਤੋਂ ਤੇਰਾ ਤਾਂ ਪਹਿਲਾ ਭੋਜਨ ਜਿਹੜਾ ਹੈ ਉਹ ਆਰੰਭ ਹੋਣਾ ਹੈ। ਆਹ ਮਾਤਾ ਪਿਤਾ ਹੈ, ਸੋਝੀ ਹੈ ਪਰਮਾਤਮਾ ਨੇ। ਪਰਮਾਤਮਾ ਹੋ ਹੀ ਨਹੀਂ ਸਕਦਾ ਕਿ ਇੱਕ ਨੂੰ ਸੋਝੀ ਦਿੱਤੀ ਤੇ ਦੂਜੇ ਨੂੰ ਛੱਡ ਗਿਆ ਹੋਵੇ। ਫਰਕ ਇੰਨਾ ਹੈ, ਰੱਬ ਦੀ ਸੋਝੀ ਨੂੰ ਕਿਹੜਾ ਵਰਤਦਾ ਕਿੰਨਾ ਹੈ। ਅਸੀਂ ਰੱਬ ਦੀ ਸੋਝੀ ਨੂੰ ਹੁਣ ਗੁਰਬਾਣੀ ਹੈ, ਆਪਾਂ ਕਿੰਨੇ ਜਾਣੇ ਬੈਠ ਕੇ ਇਸ ਵੇਲੇ ਵਿਚਾਰ ਕਰ ਰਹੇ ਹਾਂ। ਇਹ ਰੱਬੀ ਬਾਣੀ ਕੀ ਹੈ? ਰੱਬ ਦੀ ਸੋਝੀ ਹੈ ਨਾ। ਇਹਨੂੰ ਕਿੰਨੇ ਕੁ ਆਪਣੇ ਜੀਵਨ ਵਿੱਚ ਆਪਾਂ ਵਰਤ ਰਹੇ ਹਾਂ, ਕਿੰਨੇ ਜਿਹੜੇ ਨੇ ਉਹ ਨਹੀਂ ਵਰਤ ਰਹੇ ਇਹਨੂੰ, ਉਹ ਤਾਂ ਫਿਰ ਸਾਡੇ ਲੋਕਾਂ ਤੇ ਆ ਨਾ। ਇਹਦੇ ਵਾਸਤੇ ਫਿਰ ਇਹ ਨਹੀਂ ਕਹਿ ਸਕਦੇ ਕਿ ਰੱਬ ਨੇ ਸੋਝੀ ਨਹੀਂ ਦਿੱਤੀ। ਰੱਬ ਸਭ ਨੂੰ ਸੋਝੀ ਦਿੰਦਾ ਹੈ। ਚੰਗੇ ਮੰਦੇ ਦੀ ਪਰਖ ਰੱਬ ਨੇ ਸਭ ਨੂੰ ਦਿੱਤੀ ਹੋਈ ਹੈ। ਮੇਰੇ ਲਈ ਕੀ ਠੀਕ ਹੈ ਕੀ ਗਲਤ ਹੈ, ਧੁੱਪ ਦੇ ਵਿੱਚ ਮੈਨੂੰ ਪਰੇਸ਼ਾਨੀ ਹੁੰਦੀ ਹੈ, ਛਾਂ ਚਾਹੀਦੀ ਹੈ, ਇਹ ਸੋਝੀ ਰੱਬ ਨੇ ਦਿੱਤੀ ਹੈ ਨਾ। ਛਾਂ ਵਾਲੇ ਪਾਸੇ ਜਾਂਦੇ ਆ, ਛਾਂ 'ਚ ਠੰਡ ਲੱਗਦੀ ਹੈ, ਨਿੱਘ ਚਾਹੀਦਾ, ਧੁੱਪੇ ਜਾਣਾ ਹੈ, ਰੱਬ ਨੇ ਸੋਝੀ ਦਿੱਤੀ ਹੋਈ ਹੈ ਨਾ। ਰੱਬ ਨੇ ਸਭ ਨੂੰ ਸੋਝੀ ਦਿੱਤੀ ਹੈ। ਗੁਰੂ ਜੀ ਨੂੰ ਪੁੱਛ ਲੈਂਦੇ ਆ। ਗੁਰੂ ਜੀ ਕਹਿੰਦੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼, ਅੱਗੇ ਕੀ ਹੈ ਜੀ? ਉਪਦੇਸ਼ ਚੌਹਾਂ ਵਰਨਾ ਕੋ ਸਾਂਝਾ। ਹੁਣ ਇਹ ਨਹੀਂ ਕਿ ਇਕੱਲੇ ਸਿੱਖਾਂ ਲਈ ਆ, ਸਭ ਨੂੰ ਸੋਝੀ ਦਿੱਤੀ ਹੈ। ਉਪਦੇਸ਼ ਸਭਨਾਂ ਲਈ ਇੱਕੋ ਜਿਹਾ ਹੈ। ਅਸੀਂ ਉਹਨੂੰ ਵਰਤਦੇ ਕਿੰਨਾ ਜਾਂ ਕਿਸ ਰੂਪ ਵਿੱਚ ਵਰਤ ਰਹੇ ਹਾਂ। ਗੰਨੇ ਵਿੱਚ ਸਾਰੇ ਗੰਨਿਆਂ 'ਚ ਰੱਬ ਨੇ ਰਸ ਪਾਇਆ ਹੈ। ਕੋਈ ਉਹਦੇ ਵਿੱਚੋਂ ਸ਼ੱਕਰ ਬਣਾ ਰਿਹਾ, ਕੋਈ ਖੰਡ ਬਣਾ ਰਿਹਾ, ਤੇ ਕੋਈ ਉਹਦੇ 'ਚੋਂ ਸ਼ਰਾਬ ਬਣਾ ਰਿਹਾ ਹੈ। ਕਿਹੜਾ ਕਿਵੇਂ ਉਹਨੂੰ ਵਰਤ ਰਿਹਾ ਹੈ ਉਹਦੇ 'ਤੇ ਨਿਰਭਰ ਹੈ। ਜੇ ਸ਼ਰਾਬ ਬਣਾ ਰਿਹਾ ਹੈ ਉਹ ਨਸ਼ੇ ਦੇ ਰੂਪ ਵਿੱਚ ਚਲੇ ਜਾਵੇਗਾ। ਜੇ ਕੋਈ ਖੰਡ ਬਣਾ ਰਿਹਾ ਹੈ ਉਹ ਖੰਡ ਕਿਤੇ ਕੜਾਹ ਪ੍ਰਸ਼ਾਦ ਵਿੱਚ ਵੀ ਪੈ ਜਾਏਗੀ। ਜੇ ਕੋਈ ਗੁੜ ਸ਼ੱਕਰ ਬਣਾ ਰਿਹਾ ਹੈ ਭੋਜਨ ਦੇ ਰੂਪ ਵਿੱਚ ਖਾਧੀ ਜਾਵੇਗੀ। ਰਸ ਤੇ ਉਹਨੇ ਸਾਰੇ 'ਚ ਇੱਕੋ ਜਿਹਾ ਹੀ ਪਾਇਆ। ਸਾਡੇ ਵਰਤਣ ਤੇ ਅਸੀਂ ਕਿਸ ਤਰ੍ਹਾਂ ਵਰਤਦੇ ਹਾਂ, ਕਿਸ ਰੂਪ ਵਿੱਚ ਵਰਤ ਰਹੇ ਹਾਂ, ਉਹਦੇ 'ਚੋਂ ਕੀ ਲੈਣਾ ਚਾਹੁੰਦੇ ਹਾਂ। ਗੁਰੂ ਬਖਸ਼ਿਸ਼ ਕਰੇ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸੋ ਬੁੱਝੈ ਜਿਸ ਆਪ ਬੁਝਾਏ, ਗੁਰ ਕੈ ਸ਼ਬਦ ਸੋ ਮੁਕਤ ਭਇਆ। ਜਿਸ ਨੂੰ ਪਰਮਾਤਮਾ ਸੋਝੀ ਬਖਸ਼ਦਾ ਹੈ ਉਹ ਇਸ ਚੀਜ਼ ਨੂੰ ਸਮਝ ਜਾਂਦਾ ਹੈ। ਤੇ ਸੋਝੀ ਕਿਵੇਂ ਬਖਸ਼ਦਾ ਹੈ? ਗੁਰ ਕੈ ਸ਼ਬਦ, ਗੁਰੂ ਦੇ ਸ਼ਬਦ ਦੇ ਰਾਹੀਂ। ਸੋ ਮੁਕਤ ਭਇਆ, ਉਹ ਜਿਹੜਾ ਵਿਅਕਤੀ ਹੈ ਹਰ ਤਰ੍ਹਾਂ ਦੇ ਵਿਕਾਰ, ਹਰ ਤਰ੍ਹਾਂ ਦੇ ਬੰਧਨ, ਭਟਕਣਾ ਤੋਂ ਮੁਕਤ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ। ਨਾਨਕ ਤਾਰੇ ਤਾਰਨ ਹਾਰਾ, ਹਉਮੈ ਦੂਜਾ ਪਰ ਹਰਿਆ। ਜਿਨ੍ਹਾਂ ਨੇ ਆਪਣੇ ਜੀਵਨ 'ਚੋਂ ਹਉਮੈ ਤੇ ਦੂਜਾ ਪਰਮਾਤਮਾ ਤੋਂ ਇਲਾਵਾ ਜਿਹੜਾ ਹੋਰ ਕੋਈ ਹਸਤੀ ਅਸੀਂ ਮੰਨ ਕੇ ਬੈਠੇ ਹਾਂ, ਇਹਨਾਂ ਨੂੰ ਛੱਡ ਦਿੱਤਾ ਹੈ, ਕੱਢ ਦਿੱਤਾ ਹੈ ਜੀਵਨ 'ਚੋਂ ਬਾਹਰ। ਪਰ ਹਰਿਆ ਦਾ ਅਰਥ ਕੀ ਹੈ? ਤਿਆਗ ਦਿੱਤਾ ਹੈ। ਉਹ ਤਾਰਨਹਾਰ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਉਸ ਜੀਵਨ ਨੂੰ ਤਾਰ ਦਿੰਦਾ ਹੈ। ਉਹ ਜੀਵਨ ਕਦੇ ਵੀ ਵਿਕਾਰਾਂ ਦੇ ਵਿੱਚ ਡੁੱਬਦਾ ਨਹੀਂ ਹੈ, ਦੁੱਖਾਂ ਦੇ ਵਿੱਚ ਡੁੱਬਦਾ ਨਹੀਂ ਹੈ, ਚਿੰਤਾ ਦੇ ਵਿੱਚ ਡੁੱਬਦਾ ਨਹੀਂ ਹੈ। ਮਨਮੁਖ ਭੂਲੈ ਜਮ ਕੀ ਕਾਣ। ਮਨਮੁਖ ਦੇ ਅਰਥ ਸਮਝ ਲਈਏ। ਮਨਮੁਖ ਦਾ ਅਰਥ ਕੀ ਹੈ? ਦੋ ਸ਼ਬਦ ਨੇ, ਗੁਰਮੁਖ ਤੇ ਮਨਮੁਖ। ਜਿਵੇਂ ਸੁੱਖ ਤੇ ਦੁੱਖ। ਸੁੱਖ ਤੇ ਦੁੱਖ ਦੇ ਵਿਚਕਾਰਲਾ ਕੁਛ ਨਹੀਂ ਹੁੰਦਾ, ਜਾਂ ਸੁਖੀ ਹੋਏਗਾ ਜਾਂ ਦੁਖੀ ਹੋਏਗਾ। ਇਹ ਤਾਂ ਨਹੀਂ ਕਹਿ ਸਕਦੇ ਜਿਵੇਂ ਸੱਚ ਤੇ ਝੂਠ। ਸੱਚ ਤੇ ਝੂਠ ਵਿੱਚ ਦਾ ਵਿਚਕਾਰਲਾ ਕੁਛ ਨਹੀਂ ਹੁੰਦਾ, ਕਦੀ ਵੀ ਮਿਕਸ ਕੁਛ ਨਹੀਂ ਹੈ।
जे ये कदे नहीं होंदा कि थोड़ा जिहा सच है थोड़ा जिहा झूठ है, नहीं नहीं नहीं, वो मिलगोभा है, वो झूठ ही है। सच प्योर है, अपने आप 'च सच होवेगा। इसे तरीके नाल गुरमुख ते मनमुख दो ही है। जे तो गुरमुख है फिर मनमुख नहीं हो सकता, तो जे मनमुख गुरमुख नहीं है इसका मतलब फिर वो मनमुख है। इनू इंज समझ लेना सौखे अर्थां 'च, जिहड़ा ते गुरु नूं मुख रख के जीवन जी रहा है कि मेरा गुरु की कह रहा है, गुरु का की हुक्म है मेरे लिए, उस तरह का जीवन जीवां, गुरमुख है। तो जिहड़ा मन नूं मुख रख के जीवन जी रहा है, मेरे मन नूं की चाहिए, मैनूं की चाहिए, मेरियां की आशावां ने, जां जो भी है, गुरु की परवाह नहीं करता, गुरु की कह रहा है, गुरु का हुक्म की है, फैसला की है, नहीं उधर ध्यान दे रहा, वो मनमुख है। गुरु जी कहते मनमुख भूलै, वो जीवन के सही रस्ते तो उखड़ जाते हैं, भुल जाते हैं, भुलेखे च पै जाते हैं। भूलै का अर्थ की है? भुल जाना। सही रस्ता जीवन का उन्होंने भुल गया है, यदा मतलब वो कराहे पै गए हैं, दूजे रस्ते ते पै गए हैं। मनमुख भूलै जम की कान। कान का अर्थ होंदा है मुथाजगी, गुलामी, ते जम का अर्थ इत्थे विकार। जिहड़े मनमुख ने, जिहड़े जीवन का सही रस्ता भुल जाते हैं, वो सारी जिंदगी विकारां की गुलामी दे विच कढदे ने। फिर अपनी कदे उन्हां दे उत्ते हावी हो जाता है क्रोध, कदे काम, कदे लोभ, कदे मोह ते कदे हंकार। इन्हां दे अधीन रह के फिर काम करते हैं। विकारां दे अधीन रह के जिहड़ा भी कर्म कीता वो पाप है, वो पाप है। एक नुकता इत्थे होर साझा करना, गुरु साहब जी ने बाणी के अंदर जिथे भी किते विकारां की गल चली है, पंजां नूं बराबर रखे है। काम नूं, क्रोध नूं, लोभ नूं, मोह ते हंकार, पंजां नूं बराबर है। ये नहीं भी एक नूं छोटा ते एक नूं वड्डा क्या होवे, ये पंजे विकार है। जिन्ना गुनाहगार ते पापी रब की नज़र दे विच कामी पुरुष है ना, उन्ना हंकारी भी है, क्योंकि उसकी नज़र च पंजे विकार इक्को जिहे। असीं तो किन्ने हंकारी जिहड़े लोग ने, अपने आप नूं दूजे नूं समझदे कुछ नहीं, समझदे पता नहीं किन्ने उत्तम पुरुष ने। उन्ना लोभी भी है। परमात्मा की नज़र विच बराबर ने सारे। इसलिए वचन किया है गुरु साहबा ने, जो कूकर हरकाया धावै दैं दिस जाए, लोभी जंत न जाणई, भख अपख सब खाए। हड़काया कुत्ता, हड़काए कुत्ते का अर्थ की है? हड़काया कुत्ता कदे खसम मालक के घर च नहीं रहिंदा, मालक के घर चों बाहर हुंदा है। लोभी नूं हड़के कुत्ते का दर्जा मतलब की है? वो रब के घर दे विचों बाहर कर दिते गए। वो मनुख सारी जिंदगी इन्हां जमां की गुलामी विच ही जिंदगी जिउंदा है। ਉਹਦੇ जीवन का हर कर्म, हर बोल, हर सोच, जो भी जीवन च करनी करता है, इन्हां पंजां विकारां विचों एक ना एक दे गुलामी वाली होवेगी, अधीन होवेगी। कि किहदी गल है? जिहड़े गुरु नूं छड्ड के मन दे पिछे लग के सही रस्ता गुरु का छड्ड के ते जिंदगी जी रहे हैं। मनमुख भूले जम की कान। मनमुख भूलै जम की कान। अगे क्या? पार घर जो है हाणे हाणे हाण। जो है अर्थ दा तकना। वो मालक का घर छड्ड के दूजियां वाल तकते हैं, शायद इधरों खैर पै जाए, शायद इधरों कुछ सानू मिल जाए, शायद आह कर्मकांड करने नाल साडी झोली च कुछ पै जाए, शायद इत्थे दीवा जगाउण नाल सानू कुछ मिल जाएगा, शायद उसकी चौकी भरन नाल सानू कुछ मिल जाएगा। पर घर जो है उधर तकते हैं, पर हुंदा की है? हाणे हाण। हाणे हाण का अर्थ है हानि ही हानि, लाहा नहीं कदे हुंदा। जीवन में उन्होंने हानि ही हानि होगी, घाटा ही घाटा पिया रहिंदा है। उन्होंने जीवन च कदे भी घाटा खत्म नहीं होता, कदी पूरी नहीं पैंदी उन्हों की। फिर बेनती करा, जेड़े रब का घर छड्ड के, रब के घर का दरवाजा गुरु छड्ड के दूजे घरां वाल आस ला के बैठे तो उधर तक रहे ना, उधरों खैर मिल जाएगी, उन्होंने जीवन च कदे पूरी नहीं च पैंदी। किते आले दुआले झात मार के देख लियो, कदे जीवन च पूरी नहीं पई। जीवन च किसी न किसी पासे कोई ना कोई कमी जिहड़ी उन्हां दे आउंदी रहिंदी है।
जे किते एक पास्यों थोड़ा जिहा कोई सुख दा साह आउण लगदा, किसी होर पास्यों प्रॉब्लम, किसी होर पास्यों कोई कमी आ गई। क्यों? क्योंकि असल दे विच वो लोग उन्हां दे उत्ते आस ला के बैठे ने जिहड़े आप रोगी ने। क्योंकि जो जो दिसै, गुरु जी नूं पुछ लैने आ, गुरु जी कहंदे जो जो दिसै सो सो रोगी। अगे की कहा जी? रोग रहत मेरा सतगुर जोगी। आप मुक्त मुक्त करै संसार। जिहड़ा आप मुक्त है वो दूजिਆਂ ਨੂੰ मुक्त करेगा ना। ਜਿਹੜਾ खुद ਤੁਹਾਡੇ ਦਿੱਤੇ ਹੋਏ ਪੈਸਿਆਂ ਦੇ ਉੱਤੇ ਆਪਣੇ ਚੁੱਲ੍ਹੇ 'ਚ ਅੱਗ ਬਾਲਦਾ ਹੈ, ਉਹਨੇ ਤੁਹਾਡੇ ਘਰ 'ਚ ਕਿੱਥੋਂ ਖਜ਼ਾਨਾ ਲਿਆ ਦੇਣਾ? ਉਹਦੇ ਕੋਲੋਂ ਖੈਰ ਕੀ ਮਿਲਣੀ ਹੈ ਜੀ? ਰੱਬ ਦਾ ਘਰ ਛੱਡ ਕੇ ਮਤ ਕਿਸੇ ਹੋਰ ਘਰ ਵੱਲ ਤੱਕੋ, ਮਤ ਤੱਕੋ। ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਮੈਂ ਪਿਛਲੇ ਦਿਨੀ ਵੀ ਸਾਂਝਾ ਕੀਤਾ ਸੀ। ਬਾਬਾ ਜੀ ਕਹਿੰਦੇ ਨੇ, ਹੇ ਸਾਈਂ मैं तेरे दर ते जुड़ गया, बड़ा सुकून मिले, मेरे ते इन्नी कृपा रखी कि हुण तेरा दर छड्ड के किसी होर दे दर ते ना जाना पवे। नाले भी कह दिता जे किते ऐसा समा मजबूरी बन जाए, कई हुंदा ना कई कहते भाई साहब मजबूरी बस सानूं फिर जाना पैंदा, की करिए? वो कहंदे रब जी जे किते मजबूरी वस जाना पिया ਤੇ ਦੂਜੇ ਦਰ ਤੇ ਜਾਣ ਤੋਂ ਪਹਿਲਾਂ ਇੰਨੀ ਕੁ ਕਿਰਪਾ ਕਰ ਦਿਓ ਕਿ ਮੇਰੇ ਸਰੀਰ 'ਚੋਂ ਜਿੰਦ ਬਾਹਰ ਕੱਢ ਲਿਓ। ਭਾਵ ਮੈਨੂੰ ਮੌਤ ਦੇ ਦਿਓ ਪਰ ਤੁਹਾਡਾ ਦਰ ਛੱਡ ਕੇ ਦੂਜੇ ਦੇ ਦਰ ਤੇ ਨਾ ਜਾਣਾ ਪਵੇ। ਬਚਨ ਕੀ ਕਹੇ? ਬਾਰ ਪਰਾਇਐ ਬੈਸਣਾ ਸਾਈਂ ਮੁਝੈ ਨਾ ਦੇ, ਜੇ ਤੂੰ ਏਵੈ ਰਖਸੀ ਜੀਓ ਸਰੀਰੋਂ ਲੈ। जिंद बाहर कढ़ ली। गुरु साहब जी तो एग्जाम्पल देंदे, भलिया रब दा दर अपना घर छड्ड के दूजे घरां दे विच भटकण वालिया, कुत्ते दे कोलों सिक्ख्या लै लै। स्वामी को गृह ज्यों सदा, स्वान तजत नहीं नित। वेला कुत्ता भी अपने मालक दा घर छड्ड के दूजे दे घर जाके नहीं पैंदा, उत्तों ही सिक्ख्या लै लै किते। गुरु बख्शिश करे समा जिहड़ा होर पासे लंघ जाना जे आपां इस प्रकरण नूं अगे ज़्यादा लैके चले गए। तो इन्ना क समझ लिओ, जिहड़े मालक दा घर छड्ड के किसी होर नूं चित्त दे विच लैके बैठे ने ना, रब दी नज़र विच ओह कौन ने? गुरु साहब जी ने बड़ा खूबसूरत बचन बाणी दे विच कहा है, त्याग सुआमी आन को चितवत। फिर दोबारा दोहरावां, त्याग सुआमी, सुआमी दा अर्थ मालक जिन्हें पैदा किया है, आन कहो किसी होर नूं चितवत, चित दे विच लैके बैठे ने, दिल च लैके बैठे ने। मूड़ मुगद खल खर ते, रब दी नज़र विच कौन ने? मूड़। मूड़ कहंदे मूर्ख नूं। मूर्ख कौन है भला? गुरबाणी च मूर्ख किहनूं कहा जी? मूर्ख रावण क्या ले गया। रावण कौन है? ਜਿਹਦੀ ਇਹੋ ਜਿਹੀ ਕਰਨੀ ਸੀ ਕਿ ਉਹਨੇ ਉਹਦੀ ਕਰਨੀ ਨੇ ਹੀ ਉਹਦੀ ਲੰਕਾ ਸਾੜ ਕੇ ਸਵਾਹ ਕਰ ਦਿੱਤੀ। ਇੰਨਾ ਵੱਡਾ ਬਾਗ ਪਰਿਵਾਰ ਹੁੰਦਿਆਂ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਕਰ ਦੀਆ ਨਾ ਬਾਤੀ। ਰੱਬ ਦੀ ਨਜ਼ਰ ਵਿੱਚ ਉਹ ਮੂਰਖ ਨੇ ਜਿਹੜੇ ਰੱਬ ਨੂੰ ਛੱਡ ਕੇ ਕਿਸੇ ਹੋਰ ਦੇ ਉੱਤੇ ਆਸ ਲਾ ਕੇ ਬੈਠੇ ਆ। ਮੁਗਧ ਮਹਾਮੂਰਖ, ਖਲ ਜੜ ਮੂਰਖ, ਖਰ खर कहते ने गधे नूं, खोते नूं। रब की नज़र में वो खोते ने, वो गधे ने जिहड़े रब का घर छड्ड के किसी होर दे घर दे उत्ते आस ला के बैठे। मूड़ मुगध खाल खार ते। गुरु बख्शिश करे, कितना खूबसूरत बचन पढ़ते हैं। गुरमंत्र ही नसै जो प्राणी, त्रिघंत जन्म भ्रष्टणै, कूकर है सूकर है करतब है काक है सरपन है तुल खल है। किहदे तोलिया जी? कूकर है कुत्ता, सूकर है सूअर, गरतब है गधा, काक है कां, खल है खोता। इन्हां दे तुल रब की नज़र विच, रब की नज़र विच जे मनुख के रूप च प्रवान होवांगे तां असीं प्रवान आ। जे रब की नज़र विच असीं मनुख की थां किसी होर रूप दे विच प्रवान हो रहे हैं, इहदा अर्थ है कि असीं नज़र चों गिर गए।
ਪ੍ਰਵਾਨ ਨਹੀਂ ਹੈ। ਕੀ ਆਪਾਂ ਕਹਿ ਦਿੰਦੇ ਨਾ ਫਲਾਣਾ ਬੰਦੇ ਨੂੰ ਉਹਦੀ ਕਰਨੀ ਵੇਖ ਕੇ ਅਸੀਂ ਉਹਦਾ ਨਾਂ ਉਹਦੇ ਹਿਸਾਬ ਨਾਲ ਕਹਿ ਦਿੰਦੇ ਹਾਂ। ਉਹਨੂੰ ਕਹਿੰਦਾ ਇਹ ਤਾਂ ਡੰਗਰ ਹੈ। ਡੰਗਰ ਕਿਉਂ ਕਿਹਾ? ਉਹਦੀ ਕਰਨੀ ਸਾਡੇ ਮੁਤਾਬਕ ਡੰਗਰਾਂ ਵਾਲੀ ਹੈ। ਕਿਸੇ ਨੂੰ ਕਹਿ ਦੇਣਾ ਇਹ ਕੁੱਤੇ ਵਾਂਗ ਐਵੇਂ ਬੋਲਦਾ ਰਹਿੰਦਾ ਹੈ ਜਾਂ ਦਰ ਦਰ ਭਟਕਦਾ, ਕਿਉਂ ਕਿਹਾ? ਉਹਦੀ ਕਰਨੀ। ਇਸੇ ਤਰ੍ਹਾਂ ਸਾਡੀ ਕਰਨੀ ਕਿਸ ਰੂਪ ਵਿੱਚ ਪਰਮਾਤਮਾ ਦੀ ਨਜ਼ਰ 'ਚ ਪ੍ਰਵਾਨ ਹੁੰਦੀ ਹੈ, ਇਹ ਅਹਿਮੀਅਤ ਰੱਖਦੀ ਹੈ। ਗੁਰੂ ਸਾਹਿਬ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਪਰ ਘਰ ਜੋ ਹੈ ਹਾਣੇ ਹਾਣ, ਰੱਬ ਨੂੰ ਛੱਡ ਕੇ ਕਿਸੇ ਹੋਰ ਘਰ ਵੱਲ ਤੱਕਦੇ ਨੇ, ਜੀਵਨ ਵਿੱਚ ਹਾਨੀ ਹੀ ਹਾਨੀ ਹੈ। ਮਨਮੁਖ ਭਰਮ ਪਵੈ ਬੇਬਾਨ, ਐਸੇ ਜਿਹੜੇ ਮਨਮੁਖ ਨੇ ਭਰਮਾਂ 'ਚ ਪਏ ਰਹਿੰਦੇ ਨੇ, ਭਟਕਦੇ ਰਹਿੰਦੇ ਹਨ। ਉਹ ਕਿਸ ਤਰ੍ਹਾਂ ਨੇ? ਵੇ ਮਾਰਗ ਮੂਸੈ ਮੰਤਰ ਮਸਾਨ, ਜਿਵੇਂ ਉਹ ਇਸ ਤਰ੍ਹਾਂ ਉਹਨਾਂ ਦੇ ਜੀਵਨ ਠੱਗੇ ਜਾਂਦੇ ਨੇ ਜਿਵੇਂ ਮਸਾਣਾਂ ਦੇ ਵਿੱਚ ਨਾ ਕਈ ਤੁਸੀਂ ਵੇਖੇ ਨੇ ਲੋਕ ਨੇ ਜਿਹੜੇ ਮੜੀਆਂ 'ਚ ਜਾ ਕੇ ਮੰਤਰ ਛਿਲੇ ਕੱਟਦੇ ਨੇ, ਅਤੇ ਆਪਾਂ ਕਹਿੰਦੇ ਹਾਂ ਵੀ ਇਹ ਕੁਰਾਹੇ ਪਏ ਹੋਏ ਲੋਕ ਨੇ। ਨਫ਼ਰਤ ਕਰਦੇ ਲੋਕ ਉਹਨਾਂ ਨੂੰ ਜਿਹੜੇ ਮੜੀਆਂ ਦੇ ਵਿੱਚ ਜਾ ਕੇ ਤੰਤਰ ਵਿੱਦਿਆ ਅਤੇ ਹੋਰ ਚੀਜ਼ਾਂ ਇਹੋ ਜਿਹੀਆਂ ਕਰਦੇ ਨੇ। ਗੁਰੂ ਸਾਹਿਬ ਜੀ ਕਹਿੰਦੇ ਸਮਝ ਲੈਣਾ ਉਹ ਨੇ ਮਸਾਣਾਂ ਦੇ ਵਿੱਚ ਜਾ ਕੇ ਜਿਹੜੇ ਮੰਤਰ ਛਿਲੇ ਕੱਟਦੇ ਨੇ ਜਾਂ ਹੋਰ ਇਹੋ ਜਿਹੇ ਕਰਮਕਾਂਡ ਕਰਦੇ ਨੇ, ਉਹਨਾਂ ਵਰਗੇ ਨੇ। ਭਾਵ ਮੜੀਆਂ ਦੇ ਵਿੱਚ ਤੇ ਮੁਰਦੇ ਰਹਿੰਦੇ ਨੇ, ਉਹਨਾਂ ਦੇ ਵਿੱਚ ਤੇ ਮੁਰਦਿਆਂ ਵਿੱਚ ਕੋਈ ਫਰਕ ਨਹੀਂ। ਰੱਬ ਦੀ ਨਜ਼ਰ ਵਿੱਚ ਉਹ ਮਰੇ ਹੋਏ ਲੋਕ ਨੇ ਜਿਹੜੇ ਮਨਮੁਖ ਨੇ। ਸ਼ਬਦ ਨਾ ਚੀਨੈ, ਕਿਉਂਕਿ ਗੁਰੂ ਦਾ ਸ਼ਬਦ ਕੀ ਕਹਿ ਰਿਹਾ ਉਹ ਨਹੀਂ ਵੇਖ ਰਹੇ। ਲਵੈ ਕੁਬਾਨ, ਕੁਬਾਨ ਕਹਿੰਦੇ ਨੇ ਦੁਰਬਚਨ, ਮਾੜੇ ਬੋਲ। ਉਹ ਹਮੇਸ਼ਾ ਦੁਰਬਚਨ, ਮਾੜੇ ਬੋਲ ਇਹਨਾਂ ਨਾਲ ਹੀ ਜੁੜੇ ਰਹਿੰਦੇ ਨੇ। ਹੋਰ ਮੰਤਰ ਤੇ ਪੜ੍ਹੀ ਜਾਣਗੇ, ਹੋਰ ਤੇ ਪਤਾ ਨਹੀਂ ਕੀ ਕਰੀ ਜਾਣਗੇ, ਕਿਹੋ ਜਿਹੇ ਮੂੰਹ ਦੇ ਵਿੱਚ ਬੋਲੀ ਜਾਣਗੇ, ਪਰ ਗੁਰੂ ਦੇ ਸ਼ਬਦ ਨੂੰ ਨਹੀਂ ਦੇਖਦੇ। ਨਾਨਕ ਸਾਚ ਰਤੇ ਸੁਖ ਜਾਣ, ਇਹ ਨਾਨਕ ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਰੱਤੇ ਦਾ ਅਰਥ ਹੁੰਦਾ ਜੁੜ ਜਾਣਾ, ਰੰਗੇ ਜਾਣਾ। ਜਿਹੜੇ ਸੱਚ ਨਾਲ ਜੁੜੇ ਹੋਏ ਨੇ, ਪਰਮੇਸ਼ਰ ਨਾਲ ਜੁੜੇ ਹੋਏ ਨੇ, ਸੁਖ ਜਾਣ, ਉਹਨਾਂ ਦੇ ਜੀਵਨ ਵਿੱਚ ਸੁੱਖ ਹੈ, ਉਹ ਸੁਖੀ ਹੈ। ਜਿਹੜੇ ਰੱਬ ਨਾਲ ਜੁੜੇ ਨੇ ਉਹ ਸੁਖੀ ਹੈ, ਜਿਹੜੇ ਰੱਬ ਨਾਲ ਟੁੱਟੇ ਨੇ ਉਹ ਦੁਖੀ ਹੈ। ਗੁਰੂ ਜੀ ਨੂੰ ਪੁੱਛ ਲੈਂਦੇ ਹਾਂ, ਗੁਰੂ ਜੀ ਕਹਿੰਦੇ ਦੁੱਖ ਤਦੇ ਜਾਂ ਵਿਸਰ ਜਾਏ। ਜਦੋਂ ਰੱਬ ਵਿਸਰ ਜਾਂਦਾ ਉਦੋਂ ਦੁੱਖ ਹੈ। ਗੁਰੂ ਬਖਸ਼ਿਸ਼ ਕਰੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਜਦੋਂ ਰੱਬ ਭੁੱਲ ਜਾਂਦਾ, ਰੱਬ ਦੀ ਨਜ਼ਰ ਵਿੱਚ ਮੁਰਦਾ ਹੈ। ਸਭ ਕੁਛ ਜੀਵਤ ਕੋ ਵਿਵਹਾਰ, ਰੱਬ ਦੀਆਂ ਬਖਸ਼ਿਸ਼ਾਂ ਜਿਉਂਦਿਆਂ ਲਈ ਹੈ, ਮੁਰਦਿਆਂ ਲਈ ਨਹੀਂ। ਜੇ ਅਸੀਂ ਕਹਿ ਦਿੰਦੇ ਸਾਨੂੰ ਕਿਉਂ ਨਹੀਂ ਇਹ ਰੱਬ ਦੀ ਬਖਸ਼ਿਸ਼ ਰਹਿਮਤ ਸਾਡੇ ਤੇ ਕਿਉਂ ਨਹੀਂ ਵਰਤਦੀ, ਇਹਦਾ ਅਰਥ ਉਹਦੀ ਨਜ਼ਰ 'ਚ ਅਸੀਂ ਜਿਉਂਦੇ ਨਹੀਂ ਗੇ। ਗੁਰੂ ਬਖਸ਼ਿਸ਼ ਕਰੇ। ਇੱਥੇ ਸਮਾਪਤੀ ਕਰਦੇ ਹਾਂ। ਬਾਕੀ ਦੀ ਵਿਚਾਰ ਆਪਾਂ 20 ਤਰੀਕ ਨੂੰ 20 ਜੁਲਾਈ ਨੂੰ ਅਗਲਾ ਦੀਵਾਨ ਜਿਹੜਾ ਉਹਦੇ 'ਚ ਸਾਂਝੀ ਕਰਾਂਗੇ ਜੀ। ਸਤਿਗੁਰੂ ਰਹਿਮਤ ਕਰਨੇ, ਰੱਬੀ ਬਾਣੀ ਸਾਡਾ ਜੀਵਨ ਬਣ ਜਾਵੇ ਤਾਂ ਕਿ ਜੀਵਨ ਦੀ ਰੋਹ ਰੀਤੀ ਗੁਰੂ ਆਸ਼ੇ ਅਨੁਸਾਰ ਹੋ ਜਾਵੇ। ਭੁੱਲਾਂ ਚੁੱਕਾਂ ਦੀ ਮਾਫੀ ਦੇਣੀ ਜੀ, ਪਿਆਰ ਵਿੱਚ ਭਿੱਜ ਕੇ ਰਸਨਾ ਦੀ ਸਾਂਝ ਪਾਉਂਦੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।